ਲਓ ਜੀ, ਅਸੀਂ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵੇਲੇ ਆਪ ਜੀ ਦੇ ਨਾਲੇ ਤੇ ਖਬਰਾਂ ਦੀ ਗੱਲਬਾਤ ਹੋ ਜਾਂਦੀ ਹੈ ਤੇ ਨਾਲੇ ਆਪਸੀ ਗੱਲਾਂ ਬਾਤਾਂ ਕਰ ਲੈਂਦੀਆਂ। ਸੋ ਤੁਹਾਡੀ ਰਾਜੀ ਖੁਸ਼ੀ ਜਿਹੜੀ ਹੈ ਜੀ ਉਹ ਪਰਮਾਤਮਾ ਪਾਸੋਂ ਚਾਹੁੰਦੇ ਹਾਂ ਤੇ ਆਪਣੀ ਰਾਜੀ ਖੁਸ਼ੀ ਤੁਹਾਨੂੰ ਦੱਸਦੀ ਹੈ ਵੀ ਕੰਮ ਠੀਕ ਠਾਕ ਆ। ਹੋਰ ਜੀ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿੱਦਾਂ ਸਿਹਤਾਂ ਠੀਕ ਆ, ਕਿਉਂਕਿ ਦੇਖੋ ਇੱਕ ਦਿਨ ਬਾਅਦ ਜਦੋਂ ਬੰਦਾ ਮਿਲਦਾ ਪਰਿਵਾਰ ਦੇ ਮੈਂਬਰਾਂ ਨੂੰ, ਫਿਰ ਸਾਰੇ ਜਣੇ ਝੋਲੇ ਵੱਲ ਦੇਖਦੇ ਹੁੰਦੇ ਕੀ ਲਿਆਇਆ ਜਦੋਂ ਬੰਦਾ ਜਾ ਕੇ ਆਵੇ। ਤੇ ਝੋਲੇ 'ਚ ਮੇਰੇ ਵਰਗਾ ਬੰਦਾ ਭਾਵੇਂ ਹਵਾ ਭਰ ਕੇ ਲੈ ਆਇਆ ਹੋਵੇ, ਆਸ ਤਾਂ ਹੁੰਦੀ ਆ ਨਾ। ਨਹੀਂ, ਇਹ ਤਾਂ ਹੈ, ਪਰ ਇੱਦਾਂ ਤਾਂ ਨਾ ਕਰਿਆ ਕਰੋ। ਦੇਖੋ, ਆਸ ਤੇ ਦੁਨੀਆ ਕਾਇਮ ਹੈ। ਨਹੀਂ, ਤੁਹਾਨੂੰ ਚਾਹੀਦਾ ਵੀ ਹੁਣੇ ਕਾਲਾ ਜਿਹਾ ਲਿਫਾਫਾ ਕੱਢ ਕੇ ਚਿਤਰੀ ਵਾਲੇ 6 ਕੇਲੇ ਕੱਢ ਕੇ ਰੱਖ ਦੇ ਅਗਲੇ ਬੰਦੇ। ਨਹੀਂ, ਉਹ ਤਾਂ ਮੈਂ ਰੱਖ ਦਿੰਦਾ, ਫਿਰ ਤੁਹਾਡੇ ਲਈ ਔਖਾ ਹੋ ਜਾਣਾ ਸੀ। ਕਿਉਂ? ਕਿਉਂਕਿ ਮੈਂ ਤਾਂ 12 ਲਿਆਂਦਾ, ਮੈਨੂੰ ਦੱਸਣੇ ਪੈਣਾ 6 ਕਿੱਲੇ ਤੁਸੀਂ ਖਾ ਗਏ। ਦੇਖੋ, ਪਰਿਵਾਰ ਦਾ ਹਿੱਸਾ ਤੇ ਪੂਰਾ ਨਾ ਨਹੀਂ ਪੂਰਾ ਆ, ਪਰ ਤੁਹਾਡੀ ਆਦਤ ਤੇ ਭਾਈ ਸਾਹਿਬ ਦੀ ਆਦਤ ਉਸ ਨਿਆਣੇ ਵਰਗੀ ਆ ਜਿਹਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਇਸ ਵੇਲੇ ਆਉਣਾ ਹੀ ਤਾਏ ਨੇ, ਉਹਨੇ ਪਹਿਲਾਂ ਹੀ ਘਰ ਦੇ ਬਾਹਰ ਲਾ ਕੇ ਖੜੇ ਨੇ, ਐਂ ਗੇਟ ਹਲਾਈ ਜਾਣੀ। ਦੇਖੋ, ਇਹ ਵੀ ਚੀਜ਼ਾਂ ਨੇ। ਦੇਖੋ ਬਾਠ ਸਾਹਿਬ, ਪਤਾ ਮਾਣ ਆ ਤੁਹਾਡੇ ਤੇ ਤਦੀ। ਨਹੀਂ ਠੀਕ ਹੈ, ਹੋਰ ਕੀ ਲੈ ਜਾਣਾ ਨਹੀਂ, ਪਰ ਮੈਂ ਤਾਂ ਕਹਿੰਦਾ ਕੇਲੇ ਭਾਵੇਂ ਖੋਲਿਆ ਕਰੋ, ਪਰ ਸਾਈਕਲ ਨਾਲ ਨਾ ਸਿੱਟਿਆ ਕਰੋ ਧੱਕਾ ਦੇ ਕੇ। ਯਾਨੀ ਇਹ ਕੇਲੇ ਆਉਂਦੇ ਵੀ ਤੇ ਇਸੇ ਕਰਕੇ ਆ। ਦੇਖੋ, ਰਗੜਾਂ ਤੋਂ ਬਚਣ ਦਾ ਕਰਕੇ ਇਹਦੇ ਬੰਦਾ ਇਹ ਕੰਮ ਕਰਦਾ। ਨਹੀਂ, ਗੱਲ ਠੀਕ। ਇੱਕ ਰਾਂ ਕੂਣੀਆਂ ਜਿਹੀਆਂ ਛਿੱਲੀਆਂ ਹੁਣ 15 ਦਿਨ ਉਹ ਦੁਖਦੀਆਂ ਰਹਿਣ ਤੇ ਬੰਦੇ ਨੂੰ ਚੇਤਾ ਰਹਿੰਦਾ ਜਦੋਂ ਉਹਨੂੰ 16ਵੇਂ ਦਿਨ ਲੱਗਦਾ ਵੀ ਨਹੀਂ ਹੁਣ ਮੈਂ ਸੈੱਟ ਆ, ਉਦੋਂ ਫੇਰ ਛਿੱਲਦਾ, ਫਿਰ ਕੰਮ ਹੋ ਜਾਂਦਾ ਜੀ। ਅੱਛਾ, ਹੁਣ ਅੱਜ ਆਪਾਂ ਕਿੱਧਰੋਂ ਸ਼ੁਰੂ ਹੋਣਾ? ਮੈਨੂੰ ਐਂ ਲੱਗਦਾ ਸੰਧਾਲੀਆ ਸਾਹਿਬ ਕਿ ਬਾਕੀ ਸਾਰੀਆਂ ਗੱਲਾਂ ਛੱਡ ਦਈਏ, ਖਬਰਾਂ ਫੜ ਲਈ ਸਾਰੀਆਂ। ਅੱਛਾ, ਇਹ ਮਤਲਬ ਮੈਂ ਗੱਲ ਨਹੀਂ ਸਮਝਿਆ। ਅੱਗੋਂ ਪਿੱਛੋਂ ਖਬਰਾਂ ਤੋਂ ਬਾਹਰ ਤੁਰੇ ਫਿਰਦੇ ਰਹਿੰਦੇ ਕਿਤੇ। ਚਲੋ, ਮੈਨੂੰ ਐਂ ਲੱਗਦਾ ਇੱਕ ਨਾ ਸਿਆਸੀ ਗੱਲਾਂ ਤੁਸੀਂ ਕਰਨੀਆਂ, ਕਿਸਾਨਾਂ ਦੀਆਂ ਆਪਾਂ ਸਾਂਝੀਆਂ ਕਰਨੀਆਂ। ਇਹਦੇ ਤੋਂ ਪਹਿਲਾਂ ਜਿਹੜੀ ਪੈਰਾਲੰਪਿਕ ਚੱਲਦੀ ਹੈ ਟੋਕੀਓ 'ਚ, ਪਹਿਲੀ ਗੱਲ ਹੈ ਕਿ ਉੱਥੇ ਬਹੁਤ ਸਾਰੇ ਜਿਹੜੇ ਭਾਰਤ ਦੇ ਖਿਡਾਰੀ ਗਏ, ਉਹਨਾਂ ਨੇ ਇੱਕ ਇਤਰਾਜ਼ ਕੀਤਾ। ਉਹ ਕਹਿੰਦੇ ਇਹ ਸਾਡੀ ਵੀ ਤਾਂ ਓਲੰਪਿਕ ਹੈ, ਅਸੀਂ ਵੀ ਤਾਂ ਮੁਕਾਬਲੇ 'ਚ ਹੁੰਦੇ ਹਾਂ, ਤੁਸੀਂ ਸਾਡੇ ਓਲੰਪਿਕ ਨੂੰ ਓਲੰਪਿਕ ਕਿਉਂ ਨਹੀਂ ਸਮਝਦੇ? ਉਹਨਾਂ ਨੇ ਸਾਰੇ ਭਾਰਤੀਆਂ ਤੇ ਨਹੀਂ, ਸਾਰੀ ਦੁਨੀਆ ਤੇ ਇਤਰਾਜ਼ ਕੀਤਾ ਕਿ ਅਸੀਂ ਵੀ ਕੰਪੀਟੀਸ਼ਨ 'ਚ ਲੰਘਦੇ ਹਾਂ। ਹੁਣ ਤੁਸੀਂ ਦੇਖੋ ਕਿ ਆਮ ਤੌਰ ਦੇ ਉੱਤੇ ਬੰਦਾ ਨਿਰਾਸ਼ ਰਹਿੰਦਾ ਕਈ ਵਾਰੀ। ਜਿੱਦਾਂ ਅੱਜ ਸਵੇਰੇ ਮੈਂ ਤੁਹਾਨੂੰ ਠਾਲਦਾ ਸੀ, ਖੇਸੀ 3-4 ਵਾਰੀ ਖਿੱਚੀ, ਯਾਰ ਕੀ ਆ ਮੈਨੂੰ ਸਵੇਰੇ ਠਾਤਾ ਹੀ, ਚਾਹ ਬਣ ਗਈ ਆ ਕਿ ਨਹੀਂ ਬਣ ਗਈ ਆ, ਤੇਰੀ ਵਾਰੀ ਇਸ ਹਫਤੇ। ਚਲੋ ਜੀ, ਉਹ ਜਿਹੜੀ ਇੱਕ ਨਿਰਾਸ਼ਾ ਹੁੰਦੀ ਹੈ ਨਾ, ਕੋਈ ਬੰਦਾ ਇਹ ਕਹਿ ਦਿੰਦਾ ਹੈ ਕਿੱਥੇ ਯਾਰ ਕੰਮ ਨਹੀਂ ਸੈੱਟ, ਪੈਸੇ ਲਾਏ ਹੀ, ਗੱਲ ਬਣੀ ਨਹੀਂ, ਮੁੰਡਾ ਬਾਹਰ ਘੱਲਿਆ ਹੀ, ਬਾਹਰ ਜਾ ਕੇ ਵੀ ਉਹਨੇ ਪੈਸੇ ਘੱਲਣੇ ਦੇ ਕਿ ਮਗਾਈ ਜਾਂਦਾ ਹੀ, ਮੇਰੇ ਅਰਗੇ ਦਾ ਅਲੰਬਾ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਇੱਕ ਆਸ ਦੀ ਕਿਰਨ ਜਿਹੜੀ ਨਜ਼ਰ ਆਉਂਦੀ ਹੈ। ਇੱਕ ਭਾਰਤ ਦੀ ਖਿਡਾਰਨ, ਪਹਿਲੀ ਔਰਤ ਖਿਡਾਰਨ ਹੈ ਭਾਰਤ ਵੱਲੋਂ ਜਿਹਨੇ ਪੈਰਾਲੰਪਿਕ ਦੇ ਵਿੱਚ ਗੋਲਡ ਜਿੱਤਿਆ ਉਹਨੇ ਸ਼ੂਟਿੰਗ ਦੇ ਵਿੱਚੋਂ। ਨਾਮ ਉਹਦਾ ਅਵਨੀ ਲਿਖਾਰਾ, ਹੈਗੀ ਰਾਜਸਥਾਨ ਦੀ ਹੈ। ਤੁਸੀਂ ਇਹ ਦੇਖੋ ਕਿ ਜਦੋਂ ਦੁਨੀਆ ਦੇ ਵਿੱਚ ਮੈਨੂੰ ਐਂ ਲੱਗਦਾ ਹੁੰਦਾ ਅਸੀਂ ਸਾਰੇ ਹੀ ਉਹ ਬੰਦੇ ਆ ਜਿਨ੍ਹਾਂ ਨੂੰ ਹਫ਼ਤੇ 10 ਦਿਨ ਉਦਾਸੀ ਰੋਗ ਹੁੰਦਾ, ਯਾਰ ਕੁਛ ਨਹੀਂ ਹੋ ਰਿਹਾ। 2012 'ਚ ਅੱਜ ਤੋਂ 9 ਸਾਲ ਪਹਿਲਾਂ ਇੱਕ ਮੁਟਿਆਰ ਆਪਣੇ ਪਾਪੇ ਨਾਲ, ਡੈਡੀ ਨਾਲ, ਪਾਪਾ ਜੀ ਨਾਲ ਕਿਤੇ ਜਾ ਰਹੀ ਆ ਤਾਂ ਉਹਦਾ ਐਕਸੀਡੈਂਟ ਹੋ ਜਾਂਦਾ। ਜਦੋਂ ਘਰੋਂ ਤੁਰੀ ਸੀ ਤਿਆਰ ਸ਼ਿਆਰ ਹੋ ਕੇ, ਤਾਂ ਉਦੋਂ ਦੋਨੋਂ ਪੈਰਾਂ ਤੇ ਜਾਂਦੀ ਸੀ। ਐਕਸੀਡੈਂਟ ਹੋਇਆ, ਕਈ ਮਹੀਨੇ ਹਸਪੀਟਲ ਰਹੀ। ਪਾਪਾ ਠੀਕ ਹੋ ਗਿਆ, ਪਰ ਇਹ ਲੜਕੀ ਸੀ ਅਵਨੀ ਲਿਖਾਰਾ, ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ। ਡਾਕਟਰ ਕਹਿੰਦੇ ਹੁਣ ਤੂੰ ਖੜੀ ਨਹੀਂ ਹੋ ਸਕਦੀ। ਦੋਨੋਂ ਪੈਰ ਟੁੱਟ ਗਏ। ਜਿਹੜਾ ਬੰਦਾ ਖੜਾ ਨਹੀਂ ਹੋ ਸਕਦਾ, ਜਿਹਦੇ ਪੈਰ ਟੁੱਟ ਗਏ, ਜਿਹੜੇ ਬੰਦੇ ਨੂੰ ਇਹ ਪਤਾ ਲੱਗ ਗਿਆ ਕਿ ਦੁਨੀਆ ਦੀਆਂ 80% ਦੀ ਚੀਜ਼ਾਂ ਮੇਰੀ ਪਹੁੰਚ ਤੋਂ ਪਰੇ ਹੋ ਗਈਆਂ, ਡਿਪਰੈਸ਼ਨ ਜਾ ਸਕਦੀ ਸੀ ਨਾ, ਗਈ। ਘਰ ਦਾ ਕਮਰਾ ਦਰਵਾਜ਼ਾ ਬੰਦ ਕਰ ਲੈਣਾ, ਵੀਲ ਚੇਅਰ ਦੇ ਉੱਤੇ ਰਹਿਣਾ, ਬੋਲਣਾ ਨਹੀਂ ਕਿਸੇ ਨੂੰ, ਆਦਤਾਂ, ਸੁਭਾਅ ਚਿੜਚਿੜਾ, ਐਂ ਲੱਗਦਾ ਸੀ ਕਿ ਭਾਈ ਹੁਣ ਮੈਂ ਕਰੂੰਗੀ ਕੀ ਜਦੋਂ ਬੰਦਾ ਪੈਰਾਂ ਤੇ ਨਹੀਂ ਖੜ ਸਕਦਾ। ਅਚਾਨਕ ਕੀ ਹੋਇਆ ਕਿ ਇੱਕ ਤਿਣਕਾ ਹੀ ਹੁੰਦਾ। ਅਭਿਨਵ ਬਿੰਦਰਾ ਭਾਰਤ ਦਾ ਬਹੁਤ ਵੱਡਾ ਖਿਡਾਰੀ ਹੋਇਆ, ਉਹਦੀ ਕਿਤਾਬ ਇਹਦੇ ਹੱਥ ਲੱਗ ਗਈ। ਤੇ ਜਦੋਂ ਉਹਦੀ ਕਿਤਾਬ ਇਹਦੇ ਹੱਥ ਲੱਗੀ ਹੈ ਤੇ ਉਸ ਵੇਲੇ ਇਹਨੇ ਕਿਤਾਬ ਪੜ੍ਹੀ ਤੇ ਨਾਲ ਹੀ ਘਰ ਦਾ ਦਰਵਾਜ਼ਾ ਖੋਲ੍ਹਤਾ। ਡੈਡੀ ਤਾਂ ਪਹਿਲਾਂ ਦੇ ਕੋਸ਼ਿਸ਼ ਕਰਦਾ ਸੀ, ਪੁੱਤ ਧੀਏ ਇੱਦਾਂ ਨਾ ਕਰ। ਉਹਨੂੰ ਫਿਰ ਲੱਗ ਗਿਆ ਕਿ ਇਹਨੂੰ ਕਿਸੇ ਖੇਡ 'ਚ ਪਾਈਏ, ਇਹਦਾ ਮਨ ਵੀ ਹੋਰ ਪਾਸੇ ਲੱਗੂਗਾ। ਸਭ ਤੋਂ ਪਹਿਲਾਂ ਤੀਰਅੰਦਾਜ਼ੀ ਦੇ ਵਿੱਚ ਕਿ ਚਲੋ ਬੈਠ ਕੇ ਤੀਰਅੰਦਾਜ਼ੀ ਹੋ ਜਾਂਦੀ ਹੈ, ਕੋਈ ਖੜੇ ਹੋਣ ਦੀ ਲੋੜ ਨਹੀਂ। ਉਹਦੇ ਤੋਂ ਉਹ ਖਿੱਚਿਆ ਹੀ ਨਹੀਂ ਸੀ ਜਾਂਦਾ, ਜਾਣੀ ਰੀੜ੍ਹ ਦੀ ਹੱਡੀ, ਜ਼ੋਰ ਤਾਂ ਸਾਰੀਆਂ ਚੀਜ਼ਾਂ ਉਹਦੇ ਨਾਲ ਨਿਰਭਰ ਕਰਦੀਆਂ ਨਾ। ਫਿਰ ਜਦੋਂ ਉਹਨੂੰ ਸ਼ੂਟਿੰਗ ਦੇ ਵਿੱਚ ਲੈ ਕੇ ਗਿਆ ਕਿ ਭਾਈ ਚਲੋ ਰਾਈਫਲ ਦੇ ਨਾਲ ਨਿਸ਼ਾਨੇ ਲਾ ਲੂ, ਪਹਿਲੀ ਵਾਰੀ ਉਹ ਤੋਂ ਗਨ ਨਹੀਂ ਸੀ ਚੱਕ ਹੋਈ। ਤੇ ਉਹੀ ਲੜਕੀ ਜਿਹੜੀ ਹੈ ਅੱਜ ਪੈਰਾ ਓਲੰਪਿਕ ਦੇ ਵਿੱਚ ਭਾਰਤ ਦੇ ਲਈ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸੇ ਤਰੀਕੇ ਹੋਰ ਕੁੜੀ ਹੈ, ਉਹ ਗੁਜਰਾਤ ਵਾਲੇ ਪਾਸੇ ਹੈ, ਉਹਨੂੰ ਬਚਪਨ ਤੋਂ ਪੋਲੀਓ ਹੋ ਗਿਆ। ਡੈਡੀ ਛੋਟੀ ਜਿਹੀ ਦੁਕਾਨ ਕਰਦਾ ਸੀ ਤੇ ਉਹਨੇ ਇਲਾਜ ਵੀ ਕਰਾਇਆ, ਪਰ ਪੈਸੇ ਪੂਰੇ ਨਹੀਂ ਸੀ, ਇਲਾਜ ਹੋ ਨਾ ਸਕਿਆ, ਪੋਲੀਓ ਹੋ ਗਿਆ। ਸ਼ੁਰੂ ਤੋਂ ਹੀ ਇਹ ਮਨ ਦੇ ਵਿੱਚ ਰੱਖਿਆ ਕਿ ਮੈਂ ਪੈਰਾਂ ਤੇ ਖੜਨਾ ਹੈ। ਗ੍ਰੈਜੂਏਸ਼ਨ ਕੀਤੀ, ਫਿਰ ਸ਼ਹਿਰ ਕੰਪਿਊਟਰ ਸਿੱਖਣ ਜਾਣ ਲੱਗ ਪਈ। 25 ਕਿਲੋਮੀਟਰ ਦਾ ਸਫ਼ਰ ਸੀ, 2 ਆਟੋ ਲੈਣੇ ਪੈਂਦੇ ਸੀ, 2 ਬੱਸਾਂ। ਤੇ ਤੁਹਾਨੂੰ ਭਾਰਤ ਵਾਲੇ ਪਾਸੇ ਪਤਾ ਹੀ ਹੈ ਕਿ ਜੇ ਬੰਦਾ
ਅੰਗੋਂ ਥੋੜਾ ਜਿਹਾ ਵੀ ਆਉਣਾ ਹੋਵੇ ਤਾਂ ਸਾਡੀਆਂ ਬੱਸਾਂ ਵੀ ਇਦਾਂ ਦੀਆਂ ਨੇ ਕਿ ਉਹਨੂੰ ਚੜ੍ਹਨ ਦੇ ਲਈ ਸਹੂਲਤ ਕੋਈ ਹੋਵੇ। ਔਖੀ ਸੌਖੀ ਹੋ ਕੇ ਕੰਪਿਊਟਰ ਵੀ ਕਰ ਲਿਆ। ਵਿੱਚੇ ਹੀ ਟੇਬਲ ਟੈਨਿਸ ਦੇਖਿਆ ਕਿ ਕੁਝ ਵੀਲ ਚੇਅਰ ਦੇ ਉੱਤੇ ਕੁੜੀਆਂ ਜਾਂਦੀਆਂ ਤੇ ਟੇਬਲ ਟੈਨਿਸ ਖੇਡਦੀਆਂ। ਉਹਨੇ ਚਾਂਦੀ ਦਾ ਮੈਡਲ ਜਿੱਤਿਆ। ਪਰ ਉਹਨੇ ਇੱਕ ਗੱਲ ਜ਼ਰੂਰ ਗਿਲਾ ਦੋਨਾਂ ਨੇ ਕੀਤਾ ਕਿ ਇੱਕ ਤਾਂ ਸਾਨੂੰ ਤਰਸਦੀ ਨਗਾਹ ਨਾਲ ਦੇਖਦੇ ਆ, ਦੂਜਾ ਸਰਕਾਰਾਂ ਵੀ ਸਾਨੂੰ ਮਾਨਤਾ ਨਹੀਂ ਦਿੰਦੀਆਂ। ਸੰਧਾਲੀਆ ਸਾਹਿਬ, ਜੇ ਇਹ ਦੋਨੇ ਹੀ ਭਾਰਤ ਦੀਆਂ ਕੁੜੀਆਂ ਇਸ ਤਰੀਕੇ ਦੇ ਨਾਲ ਬੇਬਸੀ ਦੇ ਆਲਮ ਦੇ ਵਿੱਚੋਂ ਬਾਹਰ ਨਿਕਲ ਕੇ ਅੱਜ ਸੰਸਾਰ ਪੱਧਰ ਦੇ ਉੱਤੇ ਛਾ ਸਕਦੀਆਂ, ਸਾਡੇ ਬਹੁਤਿਆਂ ਦੇ ਅੰਗ ਪੈਰ ਵੀ ਪੂਰੇ ਹੁੰਦੇ ਆ ਪਰ ਸਾਡੇ ਇੱਥੋਂ ਅੰਗਹੀਣਤਾ ਹੁੰਦੀ ਹੈ ਕਿਤੇ ਨਾ ਕਿਤੇ। ਸਾਨੂੰ ਉਹ ਅੰਗਹੀਣਤਾ ਕੱਢਣੀ ਚਾਹੀਦੀ ਹੈ। ਕੋਈ ਵੀ ਬੰਦਾ ਉਦਾਸੀ ਦੇ ਵਿੱਚ, ਕੋਈ ਵੀ ਬੰਦਾ ਗਮ ਦੇ ਵਿੱਚ ਬੈਠਾ, ਉੱਠ ਕੇ ਖਲੋਵੋ, ਇਹਨਾਂ ਕੁੜੀਆਂ ਦੀਆਂ ਫੋਟੋ ਆਪਣੇ ਘਰੀ ਲਾਓ। ਇਹ ਵਾਕਈ ਉਹ ਸਟੋਰੀਜ਼ ਨੇ ਬਾਟ ਸਾਹਿਬ ਜਿਹੜੀਆਂ ਕਿ ਆਮ ਤੌਰ ਤੇ ਨਾ ਕਈ ਵਾਰ ਬੰਦਾ ਕਿਸੇ ਕਹਾਣੀਆਂ 'ਚੋਂ ਲੱਭਦਾ ਕਿ ਮੈਨੂੰ ਕੋਈ ਕਹਾਣੀ ਐਸੀ ਮਿਲ ਜਾਵੇ ਤੇ ਉਸ ਕਹਾਣੀ ਨਾਲ ਮੈਂ ਮੋਟੀਵੇਟ ਹੋ ਜਾਵਾਂ। ਇਹ ਤੇ ਰੀਅਲ ਲਾਈਫ ਸਟੋਰੀਜ਼ ਨੇ ਅੱਜ ਦੀਆਂ, ਹੈ ਨਾ। ਅੱਜ ਦੀਆਂ ਕਹਾਣੀਆਂ ਵੀ ਨਹੀਂ, ਜਿਉਂਦੇ ਜਾਗਦੇ ਲੋਕ ਨੇ ਆਪਣੇ ਸਾਹਮਣੇ ਐਂਡ ਉਹਨਾਂ ਲੋਕਾਂ ਦੀ ਮੇਰੇ ਖਿਆਲ ਨਾਲ ਜਿਹੜੀ ਸਟਰਗਲ ਆ ਉਹ ਸਾਰੇ ਕੁਝ ਨੂੰ ਜਾਣਨ ਤੋਂ ਬਾਅਦ ਹੋ ਸਕਦਾ, ਮਤਲਬ ਇਸ ਗੱਲ ਨੂੰ ਜਾਣਨ ਸਮਝਣ ਤੋਂ ਬਾਅਦ ਜੇ ਤੁਹਾਡੇ ਜ਼ਿਹਨ 'ਚ ਥੋੜ੍ਹਾ ਬਹੁਤ ਵੀ ਆਵੇ ਕਿਤੇ ਵੀ ਯਾਰ ਫਿਰ ਕੀ ਹੋ ਗਿਆ, ਕਿੱਡੀ ਗੱਲ ਹੈ। ਨਾਲੇ ਦੇਖੋ ਔਕੜਾਂ ਵੀ ਤੇ ਬੰਦਿਆਂ ਨੂੰ ਹੀ ਆਉਂਦੀਆਂ। ਨਹੀਂ ਬਿਲਕੁਲ ਸੰਧਾਲੀਆ ਸਾਹਿਬ, ਇੱਕ ਸਾਡੇ ਖਿਡਾਰੀ ਦਾ ਮੈਡਲ ਜਿੱਤਿਆ ਪਿਆ ਰੋਕਿਆ ਆ, ਕੋਈ ਇਤਰਾਜ਼ ਹੋਇਆ ਸੀ ਹਲਕਾ ਜਿਹਾ, ਕੋਈ ਇਦਾਂ ਨਹੀਂ ਕਿ ਕੁਛ ਵੱਧ ਘੱਟ ਖਾਦਾ ਨਹੀਂ, ਉਹ ਕੈਟਾਗਰੀ ਦਾ ਇਤਰਾਜ਼ ਹੋਇਆ। ਉਹ ਖਿਡਾਰੀ ਜਿਹੜਾ ਹੈ, ਮੈਂ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਜਦੋਂ ਕਲੀਅਰ ਹੋ ਜੂ ਪਤਾ ਲੱਗ ਜੂ, ਉਹਦੇ ਡੈਡੀ ਨੇ ਭਾਰਤ ਵੱਲੋਂ ਇੱਕ ਜੰਗ ਲੜੀ ਫੌਜ 'ਚ, ਉਹ ਫੌਜ 'ਚ ਭਰਤੀ ਹੋਇਆ, ਅਜੇ ਟ੍ਰੇਨਿੰਗ ਕਰਦਾ ਸੀ, ਪਹਾੜੀ ਤੋਂ ਡਿੱਗ ਪਿਆ, ਲੱਤੋਂ ਗਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਗਿਆ, ਉਹ ਦੁਬਾਰਾ ਉੱਠ ਕੇ ਖਲੋਇਆ, 10 ਸਾਲ ਮੰਜੇ ਤੇ ਰਿਹਾ ਤੇ ਹੁਣ ਇੱਕ ਵਾਰੀ ਫਿਰ ਮੈਡਲ ਜਿੱਤ ਲਿਆ। ਥੋੜਾ ਜਿਹਾ ਇਤਰਾਜ਼ ਹੋਇਆ, ਪਰ ਜੇ 10 ਸਾਲ ਮੰਜੇ ਤੇ ਰਹਿਣ ਤੋਂ ਬਾਅਦ ਵੀ ਬੰਦਾ ਵਰਲਡ ਪੱਧਰ ਦੇ ਉੱਤੇ ਪੈਰਾਲੰਪਿਕ ਦੇ ਵਿੱਚ ਮੈਡਲ ਜਿੱਤ ਸਕਦਾ, ਕਦੇ ਕਦੇ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਵੀ ਕੁਝ ਨਾ ਕੁਝ ਹੋਰ ਕਰਨਾ ਚਾਹੀਦਾ। ਜੇ ਅਸੀਂ ਪੂਰੇ ਹਾਂ ਤੇ ਅਸੀਂ ਕਿਸੇ ਹੋਰ ਦਾ ਸਾਥ ਸਾਰਾ ਬਣੀਏ ਜ਼ਰੂਰ। ਬਿਲਕੁਲ ਸਹੀ। ਸੋ ਇਹ ਬੜਾ ਜ਼ਰੂਰੀ ਹੈ ਜੀ। ਸੋ ਪਹਿਲੀ ਗੱਲ ਤੇ ਸ਼ੁਕਰ ਕਰਨਾ ਚਾਹੀਦਾ ਮਹਾਰਾਜ ਦਾ ਵੀ ਚਲੋ ਬਾਕੀ ਸਾਰੀਆਂ ਚੀਜ਼ਾਂ ਦੇ ਬੰਦੇ ਨੂੰ ਹਾਸਲ ਹੋ ਜਾਂਦੀਆਂ ਜੇ ਉਹਨੇ ਪਹਿਲਾਂ ਸਰੀਰ ਅੰਗ ਪੈਰ ਹੀ ਪੂਰੇ ਦਿੱਤੇ ਆ ਤੇ ਸਭ ਤੋਂ ਵੱਡੀ ਨਿਆਮਤ ਆ, ਕਿਉਂਕਿ ਜੇ ਇਹ ਚੱਲਦੇ ਹੋ ਗਏ ਤੇ ਉਸ ਤੋਂ ਬਾਅਦ ਤੇ ਬੰਦਾ ਕਈ ਕੁਝ ਹਾਸਲ ਕਰ ਲੈਂਦਾ। ਪਰ ਕਾਰਨ ਇੱਕ ਇਹ ਵੀ ਹੈ ਨਾ ਜੀ, ਅੰਗ ਪੈਰ ਵੀ ਪੂਰੇ ਆ, ਸੁੱਖ ਨਾਲ ਖਜ਼ਾਨਾ ਵੀ ਇੰਨਾ ਭਰਿਆ ਵੀ ਇੱਕ ਤਾਂ 7 ਪੀੜ੍ਹੀਆਂ, ਮੈਂ ਨਾ 17 ਪੀੜ੍ਹੀਆਂ ਤੱਕ ਦਾ ਵੀ ਜਮ੍ਹਾਂ ਕੀਤਾ ਪਿਆ, ਪਰ ਉਹਦੇ ਬਾਵਜੂਦ ਸੰਦਾ ਸੋਚਦਾ ਵੀ ਅੱਛਾ ਹੋਰ ਮੈਂ ਕਿੱਥੋਂ ਜੱਫਾ ਮਾਰ ਕੇ ਇਕੱਠਾ ਕਰ ਲਾਂ। ਇਹ ਵਾਲੀ ਜਿਹੜੀ ਨੀਤ ਖਾਸ ਕਰਕੇ ਸਾਡੇ ਸਿਆਸਤਦਾਨਾਂ ਦੇ ਦਿਮਾਗ 'ਚ ਵੜ ਗਈ, ਉਹਦਾ ਕੀ ਹੱਲ ਹੋਵੇ ਫਿਰ? ਦੇਖੋ ਤੁਸੀਂ ਤਾਂ ਹੁਣ ਆਮ ਲੋਕਾਂ ਦੇ ਨਾਲ ਉਹਨਾਂ ਨੂੰ ਕੰਪੇਅਰ ਕਰੀ ਜਾਂਦੇ ਹੋ, ਮੈਂ ਤਾਂ ਲੋਕਾਂ ਦੀ ਗੱਲ ਕੀਤੀ ਹੈ। ਅੱਛਾ, ਉਹ ਬੰਦਿਆਂ 'ਚ ਨਹੀਂ ਆਉਂਦੇ? ਨਹੀਂ, ਮੈਂ ਲੋਕਾਂ ਦੀ ਗੱਲ ਕੀਤੀ, ਮੈਂ ਬੰਦਾ ਸ਼ਬਦ ਵਰਤੇ ਹੀ ਨਹੀਂ। ਅੱਛਾ, ਲੋਕਾਂ 'ਚ ਨਹੀਂ ਆਉਂਦੇ? ਹਾਂ, ਆਮ ਲੋਕਾਂ 'ਚ ਨਹੀਂ ਆਉਂਦੇ, ਸਧਾਰਨ। ਕਿੱਦਾਂ ਆਉਣਗੇ? ਦੇਖੋ ਕਿੱਦਾਂ ਆਉਣਗੇ, ਜੇ ਤਾਂ ਆਮ ਬੰਦੇ ਨੂੰ ਮੁੜਕਾ ਆਉਂਦਾ, ਆਮ ਬੰਦਾ ਖੇਤ ਦੀ ਵੱਟ ਤੇ ਤੁਰਦਾ, ਆਮ ਬੰਦਾ ਮੂੰਗਫਲੀ ਵਾਲੇ ਨੂੰ ਵੀ ਨਾ 5 ਰੁਪਈਆਂ ਦੀ ਮੂੰਗਫਲੀ ਲੈਣੀ ਹੋਵੇ, ਉਹ ਪਤਲੀ ਜਿਹੀ ਲਿਫਾਫੀ 'ਚ ਪਾ ਕੇ ਦਿੰਦਾ ਤੇ ਉਹਨੂੰ 5 ਵਾਰੀ ਕਹਿੰਦੇ ਆ ਕੁੱਜੇ ਦੇ ਥੱਲੇ ਹੁੰਦੇ। ਤੇ ਜਿਨ੍ਹਾਂ ਦੇ ਘਰ ਦੇ ਵਿੱਚ ਫਿਰ ਆਉਣੀ ਉੱਥੋਂ ਆ, ਬਹੁਤ ਵੱਡੇ ਮਾਲ ਦੇ ਵਿੱਚੋਂ ਇੰਪੋਰਟਡ ਹੈ ਮੂੰਗਫਲੀ ਹੈ, ਉਹਨਾਂ ਨੂੰ ਐਂ ਹੁੰਦਾ ਕਿ ਕੜਕ ਕਰਕੇ ਟੁੱਟਣੀ ਚਾਹੀਦੀ ਹੈ। ਉਹਨਾਂ ਨੂੰ ਤੇ ਇਹ ਵੀ ਹੁੰਦਾ ਕਿ ਭਾਈ ਉੱਪਰੋਂ ਜਿਹੜੀ ਉਹ ਛਿੱਲ ਜਿਹੀ ਹੁੰਦੀ ਮੂੰਗਫਲੀ ਦਾਣੇ ਤੇ ਉਹ ਵੀ ਲਿੱਥ ਕੇ ਆਵੇ ਤਾਂ ਚੰਗਾ। ਤੇ ਫਿਰ ਉਹ ਗੱਲ ਕਰਤੀ ਨਾ ਗਰੀਬਾਂ ਵਾਲੀ, ਕਿਹੜੀ ਵੀ ਜੇ ਸੁਪਨਾ ਹੀ ਵੇਖਣਾ ਘੱਟੋ ਘੱਟ ਬਦਾਮਾਂ ਦਾ ਤੇ ਵੇਖੋ। ਨਹੀਂ, ਸਾਡੇ ਇਹ ਮੂੰਗਫਲੀ ਐਡੇ ਵੱਡੇ ਮਾਲ ਚੋਂ ਬਾਹਰੋਂ ਮੰਗਾਈ ਹੋਈ ਮੂੰਗਫਲੀ ਦਾ, ਕਿਆ ਬਾਤ। ਕੁਝ ਹੋਰ ਮੰਗਾਓ ਡਰਾਈ ਫਰੂਟ, ਕੁਝ ਪਤਾ ਲੱਗਿਆ ਨਾ ਆਹ ਵਾਲਾ ਡਰਾਈ ਫਰੂਟ ਭਾਈ ਸਾਹਿਬ ਸਿਹਤ ਲਈ ਬਹੁਤ ਵਧੀਆ। ਸਾਡਾ ਕੰਮ ਤਾਂ ਸੰਧਾਲੀਆ ਸਾਹਿਬ ਇਹ ਆ ਕਿ ਜੇ ਅਸੀਂ 5 ਦੀ ਮੂੰਗਫਲੀ ਲਈ, ਉਹਦੇ ਵਿੱਚੋਂ 50-60 ਦਾਣੇ ਹੁੰਦੇ ਆ, ਜੇ ਵਿੱਚੋਂ 5 ਵੀ ਖਾਲੀ ਨਿਕਲਣਾ, ਘਰ ਤੱਕ ਸਾਡਾ ਜੀ ਖਰਾਬ ਹੋਇਆ ਰਹਿੰਦਾ, ਖਾਲੀ ਨਿਕਲੀ। ਚਲੋ ਅੱਛਾ, ਆਪਾਂ ਹੁਣ ਲੀਡਰਾਂ ਵਾਲੇ ਪਾਸੇ ਵੀ ਆਈਏ। ਦੇਖੋ ਗੱਲ ਇਹ ਆ ਵੀ ਜੇ ਬੰਦਾ ਇੱਕ ਦੂਜੇ ਨੂੰ ਕਿਸੇ ਵੇਲੇ ਨਿਹੋਰੇ ਮਾਰਦਾ ਜੀ, ਤੇ ਲੀਡਰਾਂ ਵੀ ਉਹ ਕੰਮ ਸ਼ੁਰੂ ਕਰ ਲਿਆ। ਕਿਵੇਂ? ਹੁਣ ਸਭ ਤੋਂ ਪਹਿਲਾਂ ਤੇ ਖੱਟਰ ਸਾਹਿਬ ਸਮਝੋ ਬਾਹਰ ਹੋਏ ਪਏ ਆ। ਪਹਿਲਾਂ ਉਹਨਾਂ ਹਿੰਦੀ 'ਚ ਸਮਝਾਇਆ ਵੀ ਇਹ ਜੋ ਕੁਝ ਵੀ ਹੋ ਰਿਹਾ ਹੈ ਨਾ, ਇਹ ਪੰਜਾਬ ਵਾਲੇ ਕਰ ਰਹੇ ਹੈ। ਫਿਰ ਉਹਨਾਂ ਨੂੰ ਐਂ ਲੱਗਿਆ ਵੀ ਸ਼ਾਇਦ ਮੇਰੀ ਗੱਲ ਕਿਸੇ ਨੂੰ ਸਮਝ ਨਹੀਂ ਆਈ, ਫਿਰ ਪੰਜਾਬੀ 'ਚ ਸ਼ੁਰੂ ਹੋ ਗਿਆ ਬੰਦਾ। ਫਿਰ ਉਹਨਾਂ ਪੰਜਾਬੀ ਸਮਝਾਇਆ ਵੀ ਭਾਈ ਸਾਹਿਬ ਦੇਖੋ ਕਾਰਨ ਇਹ ਆ ਵੀ ਹਰਿਆਣੇ ਦਾ ਜਿਹੜਾ ਜਿੰਨਾ ਵੀ ਕਿਸਾਨ ਹੈ ਇੰਨਾ ਜ਼ਿਆਦਾ ਖੁਸ਼ ਹੈ, ਇੰਨਾ ਜ਼ਿਆਦਾ ਖੁਸ਼ ਹੈ, ਇੰਨਾ ਜ਼ਿਆਦਾ ਖੁਸ਼ ਹੈ, ਇੰਨਾ ਜ਼ਿਆਦਾ ਖੁਸ਼ ਹੈ। ਮੈਂ ਕਿਹਾ ਮੈਂ ਥੋੜ੍ਹਾ ਘਟਾ ਨਾ ਦੇਵਾਂ, ਮੈਂ ਪੂਰਾ ਕਰਾਂ, ਜਿੰਨਾ ਉਹਨਾਂ ਖੁਸ਼ ਕਿਹਾ ਮੈਂ ਉਹਨਾਂ ਦੱਸ ਦੇਵਾਂ। ਉਹਨਾਂ ਖੁਸ਼ ਹੈ, ਕਹਿੰਦੇ ਵੀ ਉਹਨੂੰ ਕੋਈ ਲੋੜ ਹੀ ਨਹੀਂ ਅੰਦੋਲਨ ਕਰਨ ਦੀ, ਕਹਿੰਦੇ ਨਾ ਅੰਦੋਲਨ 'ਚ ਜਾ ਰਿਹਾ ਤੇ ਸਾਰੇ ਪੰਜਾਬ ਵਾਲੇ ਆ, ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਐਵੇਂ ਹਰਿਆਣੇ ਦਾ ਮਾਹੌਲ ਖਰਾਬ ਕਰਨ ਡਿਆ। ਕਹਿੰਦੇ ਅਸੀਂ ਤਾਂ ਸਗੋਂ ਪ੍ਰਬੰਧ ਕੀਤਾ ਪੰਜਾਬ ਵਾਲਿਆਂ ਲਈ, ਭਾਵੇਂ ਜਿਹੜੇ ਸਾਡੇ ਬਾਰਡਰਾਂ ਦੇ ਉੱਪਰ ਕਿਸਾਨ ਬੈਠੇ ਆ ਉਹਨਾਂ ਲਈ ਪਾਣੀ ਬਿਜਲੀ ਹਰ ਸਹੂਲਤ ਅਸੀਂ ਦਿੱਤੀ ਹੈ, ਵੀ ਠੀਕ ਹੈ ਬਈ ਲੋਕਤੰਤਰ ਦੇ ਹਿਸਾਬ ਨਾਲ ਤੁਹਾਡਾ ਹੱਕ ਬਣਦਾ ਧਰਨਾ ਲਾਉਣ ਦਾ, ਲਾਓ। ਪਰ ਇਹ ਕਹਿੰਦੇ ਤੰਗ ਕਰਦੇ ਆ ਹਰਿਆਣੇ ਨੂੰ। ਹਰਿਆਣੇ ਵਾਲੇ ਕਿਸਾਨ ਕਹਿੰਦੇ ਸਾਡੇ ਬਹੁਤ ਵਧੀਆ ਬੜੇ ਬੀਬੇ ਨੇ, ਉਹਨਾਂ ਦੇ ਲਈ ਅਸੀਂ ਸਾਰੀਆਂ ਸਹੂਲਤਾਂ ਲਿਆ ਰਹੇ ਹਾਂ, ਨਿੱਕੀ ਮੋਟੀ ਜਿਹੜੀ ਕੋਈ ਗੱਲ ਰਹਿ ਗਈ ਉਹ ਵੀ ਸੈੱਟ ਕਰ ਦੇਣੀ ਹੈ, ਪਰ ਕਸੂਰ ਸਾਰਾ ਪੰਜਾਬ ਦਾ। ਸੰਧਾਲੀਆ ਸਾਹਿਬ 2500 ਦਿਨ ਹੋ ਗਏ ਮੁੱਖ ਮੰਤਰੀ ਬਣਿਆ ਨੂੰ, ਇਹਨਾਂ ਨੂੰ, ਮਨੋਹਰ ਲਾਲ ਖੱਟਰ ਸਾਹਿਬ ਨੂੰ। ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ ਤਾਂ ਅਸੀਂ ਖਬਰਾਂ ਪੜ੍ਹੀਆਂ ਵੀ ਸੀ, ਸੁਣਾਈਆਂ ਵੀ ਸੀ, ਵਿਖਾਈਆਂ ਵੀ ਸੀ ਕਿ ਮਨੋਹਰ ਲਾਲ ਖੱਟਰ ਸਾਹਿਬ ਨੇ ਆਪਣੇ ਦਫ਼ਤਰ ਦੇ ਮੂਹਰੇ ਜਿਹੜੀ
ਨੇਮ ਪਲੇਟ ਲਾਈ ਹੈ, ਉਹਦੇ ਵਿੱਚ ਪੰਜਾਬੀ 'ਚ ਵੀ ਲਿਖਿਆ ਮਨੋਹਰ ਲਾਲ। ਖੱਟਰ ਨਹੀਂ ਸੀ ਮੇਰੇ ਖਿਆਲ ਲਿਖਿਆ, ਜੇ ਮੈਨੂੰ ਜਿੰਨਾ ਕੁ ਚੇਤਾ, ਤਸਵੀਰ ਜੀ ਹੁੰਦੀ ਨਾ ਧੁੰਦਲੀ ਮਨ 'ਚ, ਮਨੋਹਰ ਲਾਲ ਉਹਨੇ ਲਿਖਿਆ ਸੀ ਕਿ ਚਲੋ ਠੀਕ ਹੈ ਵੀ ਵਧੀਆ ਪੰਜਾਬੀ ਬੰਦੇ ਨੇ, ਪੰਜਾਬੀ ਬੋਲਦੇ ਨੇ। ਇੱਕ ਤਾਂ ਹਰਿਆਣੇ ਦੇ ਵਿੱਚ ਪੰਜਾਬੀ ਦੂਸਰੀ ਭਾਸ਼ਾ ਦਾ ਦਰਜਾ, ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਕੋ ਸਾਰਾ ਕੁਝ ਪੂਰਾ ਹੋ ਜਾਊਗਾ। ਦੂਸਰਾ ਇਹ ਵੀ ਸੀ ਕਿ ਜਦੋਂ ਬੰਦਾ ਪੰਜਾਬੀ ਹੁੰਦਾ ਖੇਤਾਂ ਦੇ ਨਾਲ ਤਾਂ ਜੁੜਿਆ ਹੀ ਹੁੰਦਾ। ਚਲੋ ਹਰਿਆਣੇ ਦੇ ਲੋਕਾਂ ਨੂੰ ਸ਼ੋਭੇ ਸ਼ਾਮਾ ਕਿ ਭਾਈ ਉਹਨਾਂ ਨੇ ਦੂਸਰੀ ਵਾਰੀ ਉਹਨਾਂ ਨੂੰ ਚੁਣਿਆ ਸੀ, ਚੰਗਾ ਕੰਮ ਕਰਨ, 2500 ਦਿਨ ਐਵੇਂ ਨਹੀਂ ਹੋ ਜਾਂਦੇ। ਇਹਦੇ ਨਾਲ ਨਾਲ ਇਹ ਪ੍ਰੈਸ ਕਾਨਫਰੰਸ ਹੋਈ ਹੈ ਚੰਡੀਗੜ੍ਹ 'ਚ, ਤੇ ਪ੍ਰੈਸ ਕਾਨਫਰੰਸ ਅਟੈਂਡ ਕਰਨ ਵਾਲੇ ਪੱਤਰਕਾਰ ਵੀ 2.5 ਕਿਲੋਮੀਟਰ ਦੂਰੋਂ ਤੁਰ ਕੇ ਆਏ, ਕਿਉਂਕਿ ਪੁਲਿਸ ਦੀ ਬੈਰੀਕੇਡਿੰਗ ਇੰਨੀ ਕਰਨੀ ਪੈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਕਿ ਪੱਤਰਕਾਰਾਂ ਨੂੰ ਵੀ ਕਹਿੰਦੇ ਕਿ ਭਾਈ ਪੈਦਲ ਹੀ ਜਾਣਾ ਪੈਣਾ, ਗੱਡੀਆਂ ਇੱਥੇ ਖੜੀਆਂ ਕਰ ਦਿਓ, ਠੀਕ ਹੈ। ਉਹਦੇ ਤੋਂ ਬਾਅਦ ਖੱਟਰ ਸਾਹਿਬ ਨੇ ਪਹਿਲੀ ਗੱਲ ਜਿਹੜੀ ਉੱਥੇ ਆਖੀ, ਉਹ ਕਹਿੰਦੀ ਕਿ ਹਰਿਆਣਾ ਸੂਬੇ ਦਾ ਕਿਸਾਨ ਬਹੁਤ ਖੁਸ਼ ਹੈ ਤੇ ਅਸੀਂ ਇੱਕੋ ਇੱਕ ਐਸੇ ਸੂਬੇ ਵਾਲੇ ਹਾਂ ਜਿੱਥੇ 10 ਫਸਲਾਂ ਦੀ MSP ਅਸੀਂ ਦਿੰਦੇ ਹਾਂ, ਮਿਨੀਮਮ ਸਪੋਰਟ ਪ੍ਰਾਈਸ 10 ਫਸਲਾਂ ਦੀ। ਸਾਨੂੰ ਪੰਜਾਬ 'ਚ ਤਿੰਨਾਂ ਦਾ ਪਤਾ, ਕਣਕ ਦਾ ਪਤਾ, ਝੋਨੇ ਦਾ ਪਤਾ, ਕੁਝ ਗੰਨੇ ਦਾ ਪਤਾ ਹੈ। ਇਹਦੇ ਤੋਂ ਇਲਾਵਾ ਚੌਥੀ ਫਸਲ ਦਾ ਨਹੀਂ ਪਤਾ। MSP ਦੇ ਉੱਤੇ ਉਹ ਕਹਿੰਦੇ ਖਰੀਦਦੇ ਆ। ਹੋ ਸਕਦਾ ਕਿ ਹਰਿਆਣੇ ਦੇ ਵਿੱਚ ਕੁਝ ਫਸਲਾਂ ਦੀ MSP ਮਿਲਦੀ ਹੋਵੇ, ਜੇ ਮਿਲਦੀ ਹੈ ਸਾਨੂੰ ਸਾਡੇ ਪਰਿਵਾਰ ਦੇ ਮੈਂਬਰ ਟਿੱਪਣੀਆਂ ਕਰਕੇ ਲਿਖ ਦੇਣ। ਇਸ ਕਰਕੇ ਵੀ ਜ਼ਰੂਰੀ ਹੈ ਸਾਡੇ ਲਈ ਕਿ ਅਸੀਂ ਪੰਜਾਬ ਦੀ ਸਰਕਾਰ ਦੇ ਸਾਹਮਣੇ ਕੱਲ੍ਹ ਨੂੰ ਸਵਾਲ ਰੱਖ ਸਕੀਏ ਕਿ ਜਿਹੜਾ ਸੂਬਾ ਪੰਜਾਬ 'ਚੋਂ ਨਿਕਲਿਆ 66 'ਚ ਬਣਿਆ, ਜੇ ਉਹ 10, 8 ਜਾਂ 7 ਫਸਲਾਂ ਦੀ MSP ਦੇ ਉੱਤੇ ਖਰੀਦ ਕਰ ਸਕਦਾ, ਆਪਾਂ ਕਿਉਂ ਨਹੀਂ ਕਰਦੇ। ਦੂਸਰਾ, ਫਿਰ ਉਹਨਾਂ ਨੇ ਕਿਹਾ ਕਿ ਸੱਚੀ ਗੱਲ ਹੈ ਤੁਹਾਡੀ, ਜਿੱਦਾਂ ਤੁਸੀਂ ਬਿਆਨ ਕੀਤਾ, ਤੁਸੀਂ ਨਾ ਘੱਟ ਕੀਤਾ ਨਾ ਵੱਧ ਕੀਤਾ, ਤੁਸੀਂ ਪੂਰਾ ਤੋਲਿਆ। ਕਿ ਖੱਟਰ ਸਾਹਿਬ ਕਹਿੰਦੇ ਵਾਹ ਹੀ ਖੁਸ਼ ਨੇ ਕਿਸਾਨ, 85% ਤੱਕ ਉਹ ਲੈ ਗਿਆ। ਕਹਿੰਦੇ ਜਿਹੜੇ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਕਿਸਾਨ ਮੋਰਚਾ ਲਾ ਕੇ ਬੈਠੇ, ਉਹਦੇ ਵਿੱਚੋਂ 85% ਪੰਜਾਬੀ ਨੇ। ਹਰਿਆਣੇ ਵਾਲੇ ਤਾਂ ਖੇਤਾਂ 'ਚ ਕੰਮ ਕਰਦੇ ਆ, ਬਿਲਕੁਲ ਠੀਕ ਹੈ। ਸਵਾਲ ਇਹ ਹੈ ਕਿ ਜੇ ਹਰਿਆਣੇ ਦਾ ਕਿਸਾਨ ਬਿਲਕੁਲ ਠੀਕ ਹੈ, ਜੇ ਉਹਨੂੰ ਖੇਤੀ ਕਾਨੂੰਨਾਂ ਤੇ ਇਤਰਾਜ਼ ਕੋਈ ਨਹੀਂ, ਜੇ ਹਰਿਆਣੇ ਦਾ ਕਿਸਾਨ ਖੇਤਾਂ 'ਚ ਕੰਮ ਕਰਦਾ ਹੈ, ਜੇ ਅੰਦੋਲਨ ਦੇ ਪਿੱਛੇ ਸਾਰਾ ਹੱਥ ਪੰਜਾਬ ਵਾਲੀਆਂ ਸਿਆਸੀ ਪਾਰਟੀਆਂ ਦਾ ਹੀ ਹੈ, ਉਹਨਾਂ ਨੇ ਕਾਮਰੇਡਾਂ ਤੇ ਕਾਂਗਰਸੀਆਂ ਤੇ ਦੋਸ਼ ਲਾਇਆ। ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਕਰਨਾਲ ਦੇ ਵਿੱਚ ਲਾਠੀ ਚਾਰਜ ਹੋਇਆ, ਜਦੋਂ ਉੱਥੇ 9 ਬੰਦਿਆਂ ਦੇ ਸਿਰ ਪਾਟੇ ਆ, 4 ਬੰਦੇ ICU 'ਚ ਦਾਖਲ ਹੋਏ, ਉਹਨਾਂ ਦੇ ਵਿੱਚੋਂ ਇੱਕ ਦਮ ਤੋੜ ਗਿਆ ਬੰਦਾ, ਕਿਸਾਨ ਜਥੇਬੰਦੀਆਂ ਦੇ ਦਾਅਵੇ ਦੇ ਮੁਤਾਬਕ। ਉਹਦੇ ਤੋਂ ਬਾਅਦ 120 ਮਿੰਟ ਪੂਰੇ ਨਹੀਂ ਸੀ ਲੱਗੇ, 2 ਘੰਟਿਆਂ ਦੇ ਵਿੱਚ ਹੀ ਹਰਿਆਣੇ ਦੇ ਸਾਰੇ GT ਰੋਡ ਫਿਰ ਕਿਹਨੇ ਜਾਮ ਕਰ ਦਿੱਤੇ। ਇੰਨੀ ਛੇਤੀ ਪੰਜਾਬੋਂ ਤਾਂ ਨਹੀਂ ਗਏ ਹੋਣੇ ਸਾਰੇ ਬੰਦੇ। ਜਾਣੀ ਉਸ ਲਾਠੀ ਚਾਰਜ ਦੀ ਘਟਨਾ ਤੋਂ ਬਾਅਦ ਤੇ ਉਸ ਅਫਸਰ ਸਾਹਿਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਿਆਣੇ ਦੀਆਂ ਸਾਰੀਆਂ ਸੜਕਾਂ ਫਿਰ ਬੰਦ ਕਿਹਨੇ ਕਰ ਦਿੱਤੀਆਂ। ਜੇ ਹਰਿਆਣੇ ਦੇ ਸਾਰੇ ਕਿਸਾਨ ਸਰਕਾਰ ਤੋਂ ਖੁਸ਼ ਨੇ, ਜਿਨ੍ਹਾਂ ਨੂੰ ਖੇਤੀਬਾੜੀ ਕਾਨੂੰਨਾਂ ਦੇ ਉੱਤੇ ਇਤਰਾਜ਼ ਕੋਈ ਨਹੀਂ, ਤਾਂ ਫਿਰ ਆ ਕਰਨਾਲ ਦੇ ਨੇੜੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ, ਹੋਰ ਕਿਸਾਨ ਨੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਆ ਕਿਸਾਨਾਂ ਦੀ ਮਹਾਂ ਪੰਚਾਇਤ ਕਿਹਨੇ ਕਰ ਦਿੱਤੀ। ਜੇ ਇਸ ਮਹਾਂ ਪੰਚਾਇਤ ਨੂੰ ਸਿਰਫ ਇੱਕ ਦਿਨ ਪਹਿਲਾਂ ਸੱਦਾ ਦਿੱਤਾ ਗਿਆ ਸੀ ਕਿ ਭਾਈ ਇਕੱਠੇ ਹੋਇਓ, ਜੇ ਇਸ ਮਹਾਂ ਪੰਚਾਇਤ ਦੇ ਵਿੱਚ 3 ਅਲਟੀਮੇਟਮ ਜਿਹੜੇ ਉਹ ਦਿੱਤੇ ਗਏ ਆ, ਪਹਿਲੇ ਨੰਬਰ ਦੇ ਉੱਤੇ ਕਿ ਜਿਹੜੇ SDM ਨੇ ਕਿਹਾ ਸੀ ਕਿ ਭਾਈ ਸਿਰ ਪਾੜਨੇ ਪੈਣ ਤਾਂ ਪਾੜ ਦਿਓ, ਕਿ ਉਹਨੂੰ ਜੇਲ੍ਹ ਭੇਜੋ। ਦੂਸਰਾ, ਕਰਨਾਲ ਇਲਾਕੇ ਦੇ ਜਿਹੜੇ ਪੁਲਿਸ ਕਰਮਚਾਰੀ ਉਹ ਸਾਰੇ ਲਾਠੀਚਾਰਜ 'ਚ ਇਨਵੋਲਵ ਸੀ, ਬਰਖਾਸਤ ਕਰੋ। ਤੇ ਤੀਜਾ, ਮਨੋਹਰ ਲਾਲ ਖੱਟਰ ਸਾਹਿਬ ਮਾਫੀ ਮੰਗਣ ਕਿਸਾਨਾਂ ਤੋਂ ਕਿ ਭਾਈ ਜੋ ਕੁਝ ਸੂਬੇ 'ਚ ਹੋ ਰਿਹਾ ਗਲਤ ਹੋਇਆ। ਜੇ ਸਾਰੇ ਹਰਿਆਣੇ ਦੇ ਕਿਸਾਨ ਖੁਸ਼ ਹੈ, ਜੇ ਇਕੱਲੇ ਪੰਜਾਬ ਦੇ ਉੱਥੇ ਜਾਂਦੇ ਆ, ਉਹ ਪੰਜਾਬ ਵਾਲੇ ਤਾਂ ਕਹਿੰਦੇ ਕਿ ਸਾਨੂੰ ਰੋਟੀ ਵੀ ਉਹ ਦਿੰਦੇ ਆ, ਸਾਨੂੰ ਲੱਸੀ ਵੀ ਉਹ ਦਿੰਦੇ ਆ, ਸਾਨੂੰ ਦੁੱਧ ਵੀ ਉਹ ਦਿੰਦੇ ਆ। ਨੇੜਲੇ ਹਰਿਆਣੇ ਦੇ ਲੋਕਾਂ ਨੇ ਤਾਂ ਆਪਦੀਆਂ 2-2 4-4 ਕਨਾਲ ਜ਼ਮੀਨਾਂ ਵੀ ਦਿੱਤੀਆਂ ਕਿ ਸਬਜ਼ੀ ਭਾਜੀ ਵੀ ਇੱਥੇ ਲਾ ਲਓ। ਖੱਟਰ ਸਾਹਿਬ ਦੀ ਮਰਦਮਸ਼ੁਮਾਰੀ ਦੇ ਵਿੱਚ ਸ਼ਾਇਦ ਉਹ ਲੋਕ ਆਉਂਦੇ ਨਹੀਂ। ਫਿਰ ਦੇਖੋ WhatsApp ਕਾਰਨ ਪਤਾ ਕੀ ਆ ਜੀ, ਤੁਸੀਂ ਜ਼ਿਕਰ ਕੀਤਾ ਲੱਸੀ ਦਾ, ਸਾਗ ਦਾ, ਦਾਲ ਦਾ, ਦੁੱਧ ਦਾ, ਰੋਟੀਆਂ ਦਾ, ਪਾਣੀ ਦਾ, ਲੱਡੂ ਦਾ ਜ਼ਿਕਰ ਨਹੀਂ ਕੀਤਾ ਨਾ ਤੁਸੀਂ। ਇਤਰਾਜ਼ ਤੇ ਸਾਰਾ ਲੱਡੂ ਤੇ ਹੈ। ਉਹਦੇ ਕਹਿੰਦੇ ਕਲੀਅਰ ਹੋ ਗਈ ਗੱਲਬਾਤ ਸਾਰੀ। ਦੇਖੋ ਉਹਨਾਂ ਨੇ ਲੌਜਿਕ ਜਿਹੜਾ ਦਿੱਤਾ, ਆਪਾਂ ਸਮਝਾ ਦਈਏ ਉਹ ਵੀ ਲੌਜਿਕ। ਕਹਿੰਦੇ ਦੇਖੋ ਸਿੰਪਲ ਜੀ ਗੱਲ ਹੈ, ਕਿਸਾਨਾਂ ਦੇ ਲੀਡਰ ਬਲਵੀਰ ਸਿੰਘ ਰਾਜਾ ਲੱਡੂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਖਵਾਉਂਦੇ ਫਿਰਦੇ ਆ। ਉਹ ਕਹਿੰਦੇ ਜਿਨ੍ਹਾਂ ਨੂੰ ਹੁਣ ਲੱਡੂ ਖਵਾਏ ਜਾ ਰਹੇ ਨੇ ਅਸਲ ਦੇ ਵਿੱਚ ਉਹੀ ਬੰਦੇ ਉਹਨਾਂ ਦੇ ਪਿੱਛੇ ਨੇ ਵੀ ਤਕੜੇ ਹੋ ਜਾਓ ਤੁਸੀਂ, ਹਰਿਆਣੇ ਦਾ ਮਾਹੌਲ ਖਰਾਬ ਕਰੋ। ਹੁਣ ਮੈਨੂੰ ਸਮਝ ਨਹੀਂ ਆਈ ਵੀ ਜਾਂ ਤਾਂ ਖੱਟਰ ਸਾਹਿਬ ਨੇ ਇਕੱਲੀ ਵੀਡੀਓ ਵੇਖੀ, ਉਹਨਾਂ ਨੇ ਉਦੋਂ ਇਹ ਵੇਖਿਆ ਹੀ ਨਹੀਂ ਵੀ ਭਾਈ ਸਾਹਿਬ ਉਹ ਲੱਡੂ ਤੇ ਜਿਹੜਾ ਗੰਨੇ ਦਾ 50 ਰੁਪਏ ਰੇਟ ਵਧਾਇਆ ਸੀ ਉਹਦੀ ਖੁਸ਼ੀ 'ਚ ਉਹਨਾਂ ਨੇ ਵੰਡੇ ਸੀ ਤੇ ਉਹਦੇ 'ਚ ਉਹਨਾਂ ਨੂੰ ਖਵਾਤੇ। ਤੇ ਜਾਂ ਉੱਥੇ ਸੋ ਕਹਿਣਾ ਦੇ ਚਾਹੀਦਾ ਸੀ ਵੀ ਉਹਨਾਂ 50 ਰੁਪਏ ਵਧਾਇਆ, ਹਮਾਰੇ ਸੇ 2 ਰੁਪਏ ਵੱਧ ਗਿਆ ਹੈ, ਕੋਈ ਗੱਲ ਨਹੀਂ 10 ਰੁਪਏ ਹਮ ਵਧਾ ਦੇंगे, ਲੱਡੂ ਹਮੇ ਖਵਾਓ। ਉੱਦਾਂ ਨਹੀਂ ਮੰਗੀ। ਇਤਰਾਜ਼ ਇਹ ਕੀਤਾ ਵੀ ਭਾਈ ਸਾਹਿਬ ਉਹ ਕੈਪਟਨ ਸਾਹਿਬ ਨੂੰ ਲੱਡੂ ਖਵਾਉਂਦੇ। ਬਾਕੀ ਕੈਪਟਨ ਸਾਹਿਬ ਕਿਹੜੇ ਢਿੱਲ ਕਰਨ ਵਾਲੇ, ਉਹ ਕਹਿੰਦੇ ਖੱਟਰ ਸਾਹਿਬ ਕਿਉਂ ਐਵੇਂ ਲੱਡੂਆਂ ਦਾ ਕਰਕੇ ਲੜਦੇ ਜੇ,
ਤੁਸੀਂ ਇਦਾਂ ਕਰੋ ਵੀ ਕਾਨੂੰਨ ਰੱਦ ਕਰਾਓ, ਮੂੰਹ ਤੁਹਾਡਾ ਮੈਂ ਮਿੱਠਾ ਕਰਾ ਦੂੰ। ਲੱਡੂ ਇੱਥੋਂ ਲੈ ਕੇ ਜਾਵਾਂਗੇ ਨਾਲੇ ਪੜ੍ਹੇ ਲਿਖੇ ਲੱਡੂ ਵੀ ਪੰਜਾਬ 'ਚੋਂ ਮਿਲਦੇ ਆ। ਜਿੱਦਾਂ ਦੇ ਕਹੋ ਹੈ ਨਾ, ਮੋਤੀ ਚੂਰ ਵਾਲਾ, ਮੋਟੀ ਬੂੰਦੀ ਵਾਲਾ, ਹੈ ਨਾ, ਜਿਹੋ ਜਿਹਾ ਵੀ ਕਹੋ। ਜੇ ਬੇਸਣ ਵਾਲਾ ਪਸੰਦ ਕਰਦੇ ਆ, ਨਹੀਂ ਉਹ ਤੇ ਹੁਣ ਉਹਨਾਂ ਤੇ ਆ, ਪਰ ਦੇਸੀ ਘਿਓ ਵਾਲਾ ਵੀ ਮਿਲ ਸਕਦਾ। ਮੁਸ਼ਕਿਲ ਹੈ ਨਾ ਵੀ ਪਹਿਲੇ ਸ਼ਰਤ ਜਿਹੜੀ ਹੈ ਵੀ ਕਾਨੂੰਨ ਰੱਦ ਕਰਾਓ। ਮੇਰੇ ਖਿਆਲ ਨਾਲ ਖੱਟਰ ਸਾਹਿਬ ਨੇ ਉਦੋਂ ਬਾਅਦ ਕਹਿਣਾ ਵੀ ਯਾਰ ਇਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਦੀਆਂ ਗੱਲਾਂ ਨਾ ਕਰੋ। ਮੀਠਾ ਤੋਂ ਛੋੜਦੀ ਹੈ ਸੰਧਾਲੀਆ ਸਾਹਿਬ। ਮੈਨੂੰ ਇੱਕ ਹੋਰ ਲੱਗਦਾ, ਕਿਸਾਨਾਂ ਨੂੰ ਚਾਹੀਦਾ, ਲੀਡਰਾਂ ਨੂੰ, ਕਿ ਭਾਈ ਜੇ ਕਿਤੇ ਵੀ ਕਿਸੇ ਵੀ ਸਰਕਾਰ ਦੇ ਬੰਦੇ ਨੂੰ ਮਿਲਣ ਜਾਓ ਤਾਂ ਮੂੰਹ ਤੇ ਟੇਪ ਲਾ ਕੇ ਜਾਓ। ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ, ਜਦੋਂ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ, ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ, ਇੱਕ ਵੀਡੀਓ ਤੇ ਫੋਟੋ ਸਭ ਤੋਂ ਵੱਧ ਚਰਚਿਤ ਹੋਈ ਨਹੀਂ ਸੀ, ਚਰਚਿਤ ਕੀਤੀ ਗਈ ਸੀ ਕਿ ਆਹ ਦੇਖੋ ਆ ਜਿਹੜੇ ਕਿਸਾਨਾਂ ਜਥੇਬੰਦੀਆਂ ਦੇ ਲੀਡਰਾਂ ਦੇ ਮਗਰ ਤੁਸੀਂ ਆਏ ਆ, ਉਹ ਤਾਂ ਮੰਤਰੀਆਂ ਨਾਲ ਬਹਿ ਕੇ ਰੋਟੀਆਂ ਖਾਂਦੇ ਨੇ ਸਰਕਾਰੀ। ਮੁੜ ਕੇ ਉਹ ਬਾਲਟੀਆਂ 'ਚ ਪਾ ਕੇ ਆਪਣੀ ਲੈ ਕੇ ਜਾਣ ਲੱਗ ਪਏ, ਭਾਈ ਅਸੀਂ ਨਹੀਂ ਖਾਂਦੇ, ਅਸੀਂ ਥੱਲੇ ਬਹਿ ਕੇ ਆਪ ਦੀ ਛਕ ਲਾਂਗੇ। ਹੁਣ ਲੱਡੂ ਖਾਧਾ ਹੈ ਤਾਂ ਵੀ ਇਤਰਾਜ਼ ਹੈ। ਵੈਸੇ ਨਹੀਂ, ਲੱਡੂ ਤਾਂ ਖਵਾਇਆ ਨਹੀਂ, ਮੈਂ ਕਹਿੰਦਾ ਖਾਧਾ ਵੀ ਹੋਵੇ ਭਾਵੇਂ, ਅੱਛਾ ਉਹ ਵੀ ਨਾ ਖਾਣ। ਉਹ ਜਾਣੀ ਕਹਿਣ ਦਾ ਭਾਵ ਹੈ ਟੇਪ ਚਾਹੀਦੀ ਹੈ ਪੱਕੀ, ਕਿਉਂਕਿ ਕਿਸਾਨ ਅੰਨ ਪੈਦਾ ਕਰ ਸਕਦਾ ਹੈ, ਪਰ ਜੇ ਕਿਤੇ ਜਾ ਕੇ ਖਾਂਦਾ ਤਾਂ ਤਰਾਸ਼, ਨਾ ਖਾ ਸਕਦਾ ਨਾ ਖਵਾ ਸਕਦਾ। ਹਾਂ, ਇਹ ਗੱਲ ਪੱਕੀ ਹੈ। ਨਹੀਂ ਪਰ ਚਲੋ ਇਹ ਮੇਰੇ ਖਿਆਲ ਨਾਲ ਜਿੱਧਰ ਨੂੰ ਇਸ ਵਕਤ ਡਿਬੇਟ ਚੱਲ ਗਈ, ਇਹ ਡਿਬੇਟ ਹੁਣ ਮੇਰੇ ਖਿਆਲ ਨਾਲ ਇਸ ਤਰ੍ਹਾਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਾਈ ਹਰਿਆਣੇ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਲਈ ਵੀ ਜ਼ਿੰਮੇਵਾਰ ਜਾਂ ਤਾਂ ਪੰਜਾਬ ਦੀ ਸਰਕਾਰ ਆ, ਜਾਂ ਪੰਜਾਬ ਦੇ ਲੀਡਰ ਨੇ, ਜਾਂ ਪੰਜਾਬ ਦੇ ਕਿਸਾਨ ਨੇ। ਪਰ ਹੁਣ ਸਵਾਲ ਇਹ ਆ ਵੀ ਉਹਨਾਂ ਨੇ ਵਿੱਚ ਜ਼ਿਕਰ ਕੀਤਾ, ਮੇਰੇ ਕੋਲ ਕਹਿੰਦੇ ਸਾਰੀ ਰਿਪੋਰਟ ਆ ਜਾਂਦੀ ਹੈ ਉੱਥੇ। ਮੈਂ ਨਾ ਵੀ ਉਹਦੇ ਰਿਪੋਰਟ ਵਾਲੇ ਬੰਦੇ ਪਹਿਲਾਂ ਉਹਨਾਂ ਦੀ ਰਿਪੋਰਟ ਲਾਓ, ਕਿਉਂਕਿ ਇਹ ਗੱਲ ਕਲੀਅਰ ਹੈ ਵੀ ਜੇ ਉਹ ਵਾਕਈ ਰਿਪੋਰਟ ਦਿੰਦੇ ਇੱਦਾਂ, ਫਿਰ ਉਹ ਕਿਤੇ ਨਾ ਕਿਤੇ ਰਿਪੋਰਟ ਸਾਫ਼ ਕਰਕੇ ਦਿੰਦੇ ਆ, ਅਸਲ ਤਸਵੀਰ ਉੱਪਰ ਤੱਕ ਨਹੀਂ ਜਾਂਦੀ। ਇਹ ਨਾ ਹੋਵੇ ਜਦੋਂ ਕੱਲ੍ਹ ਨੂੰ ਇਲੈਕਸ਼ਨ ਹੋਵੇ, ਆਪਾਂ ਉਦੋਂ ਤੇ ਨਹੀਂ ਨਾ ਵੀ ਪੰਜਾਬ ਵਾਲਿਆਂ ਨੇ ਵੋਟਾਂ ਪਾ ਦੇਣੀਆਂ ਜਾ ਕੇ, ਵੀ ਖੱਟਰ ਸਾਹਿਬ ਉੱਥੋਂ ਖਲੋਤੇ ਨੇ ਭਾਈ ਸਾਹਿਬ, ਤੇ ਵੋਟਾਂ ਕਹਿੰਦੇ ਹਰਿਆਣੇ ਵਾਲੇ ਨਹੀਂ ਪਾਉਣਗੇ, ਤੇ ਕੱਲ੍ਹ ਨੂੰ ਆਖਣ ਮੈਂ ਪਤਾ ਕਿਉਂ ਆ ਰਿਹਾ, ਸਾਰੀਆਂ ਵੋਟਾਂ ਪੰਜਾਬ ਵਾਲੇ ਪਾ ਕੇ ਇੱਥੇ ਆ ਗਏ। ਉਦੋਂ ਨਹੀਂ ਗੱਡੀ ਚੱਲਣੀ ਇੱਦਾਂ, ਉਹ ਤੇ ਹਰਿਆਣੇ ਵਾਲੇ ਹੀ ਪਾਉਣੀਆਂ। ਨਹੀਂ, ਇੱਦਾਂ ਵੀ ਹੋ ਸਕਦਾ। ਉਹਨਾਂ ਨੂੰ ਚਾਹੀਦਾ ਕਿ ਭਾਈ ਇੱਕ ਰਿਪੋਰਟ ਉਹਨਾਂ ਦੀ ਵੀ ਮੁਕਾਉਣ। ਜਦੋਂ ਰਕੇਸ਼ ਟਕੈਤ ਹੋਰਾਂ ਦੀ ਅੱਖਾਂ 'ਚੋਂ ਅੱਥਰੂ ਡਿੱਗੇ ਸੀ, ਯੂਪੀ ਵਾਲੀਆਂ ਟਰਾਲੀਆਂ ਤੋਂ ਵੀ ਪਹਿਲਾਂ ਹਰਿਆਣੇ ਤੋਂ ਟਰਾਲੀਆਂ ਗਈਆਂ ਸੀ। ਆਹੋ ਪਤਾ ਨਹੀਂ ਕਿਹੜੇ ਬੰਦੇ ਸੀ। ਤੇ ਨਾਲ ਦੀ ਨਾਲ ਆ ਪਿਛਲੇ ਦਿਨ ਰਕੇਸ਼ ਟਕੈਤ ਹੋਰੀ ਪਹਿਲਾਂ ਪੰਜਾਬ ਚੰਡੀਗੜ੍ਹ ਆਏ ਆ, ਹਰਿਆਣੇ ਦੇ ਵਿੱਚ ਦੀ ਹੋ ਕੇ ਗਏ, ਹਿਮਾਚਲ ਗਏ, ਫਿਰ ਹਰਿਆਣੇ 'ਚ ਹੋ ਕੇ ਗਏ। 2-4 ਜਗ੍ਹਾ ਦੇ ਉੱਤੇ ਉਹ ਸੰਬੋਧਨ ਕਰਕੇ ਜਾਂਦੇ ਆ। ਉਹ ਤੇ ਜਗ੍ਹਾ ਨੂੰ, ਸੜਕਾਂ ਨੂੰ ਤਾਂ ਨਹੀਂ ਸੰਬੋਧਨ ਕਰ ਜਾਂਦੇ, ਕਿ ਲੋਕਾਂ ਨੂੰ ਹੀ ਕਰਦੇ ਆ। ਰਿਪੋਰਟ ਹੀ ਹੈ। ਵੈਸੇ ਜਿਨ੍ਹਾਂ ਨੇ ਹੈਲੀਕਾਪਟਰ ਨਹੀਂ ਸੀ ਉਤਰਨ ਦਿੱਤਾ, ਜਾਂ ਜਿਨ੍ਹਾਂ ਨੇ ਥਾਂ-ਥਾਂ ਦੇ ਉੱਤੇ ਧਰਨੇ ਲਾ ਕੇ ਬੈਠੇ ਆ, ਜਾਂ ਜਿਹੜੇ ਦੁਸ਼ਯੰਤ ਚੌਟਾਲਾ ਦਾ ਵਿਰੋਧ ਕਰਦੇ ਰਹਿੰਦੇ ਆ, ਮਾੜਾ ਜਿਹਾ ਹਿਸਾਬ ਤਾਂ ਜਿਹਦਾ ਰਾਪਟੀ ਲੈਣੀ ਆ ਉਹਨਾਂ ਦੀ ਲੈ ਲਈ ਜਾਵੇ। ਨਹੀਂ ਦੇਖੋ, ਹੁਣ ਤਰੀਕਾ ਦੋ ਜਣੀਆਂ, ਇੱਕ 5 ਤੇ ਇੱਕ 6 ਜੀ। 5 ਨੂੰ ਜਿਹੜਾ ਉੱਥੇ ਮੁਜ਼ੱਫਰਨਗਰ ਹੈ ਜੀ, ਮੁਜ਼ੱਫਰਨਗਰ 'ਚ ਮਹਾਪੰਚਾਇਤ ਜਿਹੜੀ ਹੈ ਯੂਪੀ ਵਾਲੀ, ਉੱਥੋਂ ਵਾਲੇ ਇਕੱਠ ਦੇ ਉੱਪਰ ਹਰਿਆਣੇ 'ਚੋਂ ਕਿੰਨੀਆਂ ਟਰਾਲੀਆਂ ਜਾਂਦੀਆਂ, ਇਹ ਉਹ ਜਿਹੜੇ ਵੀ ਬੰਦੇ ਇਤਲਾਹ ਦਿੰਦੇ ਉਹਨਾਂ ਕੋਲੋਂ ਇਤਲਾਹ ਲੈ ਲੈਣ ਜੀ। 6 ਤੱਕ ਜਿਹੜਾ ਉਹਨਾਂ ਨੇ ਅਲਟੀਮੇਟਮ ਦਿੱਤਾ ਵੀ ਇਹਨਾਂ ਬੰਦਿਆਂ ਤੇ ਜੇ ਕਾਰਵਾਈ ਨਾ ਹੋਈ ਤੇ ਫਿਰ ਆਪਾਂ ਦੱਸਾਂਗੇ। ਆਪਣੇ ਆਪ ਹੀ ਮੇਰੇ ਖਿਆਲ ਨਾਲ ਤਸਵੀਰ ਜੇ ਐਗਜ਼ੈਕਟ ਥੱਲੇ ਵਾਲੀ ਰਿਪੋਰਟ ਉੱਪਰ ਤੱਕ ਚਲੇ ਜਾਵੇ ਤੇ 7 ਤਰੀਕ ਨੂੰ ਵੈਸੇ ਹੀ ਚਾਨਣ ਹੋ ਜਾਣਾ ਵੀ ਨਹੀਂ ਯਾਰ ਮੈਂ ਗਲਤ ਕਹਿ ਗਿਆ ਉਹਨੂੰ। ਨਹੀਂ ਹੋ ਜਾਣਾ ਚਾਹੀਦਾ। ਇਹ ਵੀ ਆ ਕਿ ਆਪ ਦੇ ਬਲਬ ਜਗਾਲਣ, ਸੂਰਜ ਦੀ ਚਿੰਤਾ ਨਾ ਕਰਨ ਕਦੋਂ ਚੜ੍ਹਨਾ। ਮੈਂ ਸੰਧਾਲੀਆ ਸਾਹਿਬ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ, ਕਿਉਂਕਿ ਇੱਕ ਗੱਲ ਤਾਂ ਕਲੀਅਰ ਹੈ ਕਿ ਇੱਕ ਕਿਸਾਨ ਦੀ ਮੌਤ ਹੋਈ ਹੈ, ਬੜੇ ਲੰਬੇ ਸਮੇਂ ਬਾਅਦ ਜਿਹੜੇ ਸਾਡੇ ਆਰਟਿਸਟ ਨੇ, ਜਿਹੜੇ ਰੰਗਕਰਮੀ ਨੇ, ਜਿਹੜੇ ਬਰੱਸ਼ ਦੇ ਨਾਲ ਤਸਵੀਰਾਂ ਬਣਾਉਂਦੇ ਆ, ਕਿਉਂਕਿ ਨਾਟਕ ਖੇਡੇ ਜਾਣ ਲੱਗੇ ਇਸ ਲਾਠੀਚਾਰਜ ਤੇ, ਤਸਵੀਰਾਂ ਬਣ ਲੱਗੀਆਂ। ਇੱਕ ਬਜ਼ੁਰਗ ਕਿਸਾਨ ਦੀ ਤਸਵੀਰ ਤਾਂ ਬਹੁਤ ਹੀ ਚਰਚਿਤ ਹੈ ਕਿ ਖੂਨ ਚੋਂਦਾ ਹੈ, ਪਰਨਾ ਵੀ ਖੂਨ ਦੇ ਨਾਲ ਭਿੱਜਿਆ ਤੇ ਕੁੜਤਾ ਵੀ ਖੂਨ ਦੇ ਨਾਲ ਭਿੱਜਿਆ ਤੇ ਦਾੜੀ ਦੇ ਵਿੱਚ ਦੀ ਵੀ ਖੂਨ ਹੈ। ਉਹਦੀ ਤਸਵੀਰ ਸਾਰੇ ਪਾਸੇ ਛਾਈ ਹੋਈ ਹੈ। ਜਾਣੀ ਕਿ ਭਾਰਤ ਦੇ ਵਿੱਚ ਇਹ ਕੈਸੀ ਗੱਲ ਚੱਲ ਪਈ, ਕਿਤੇ ਨਾ ਕਿਤੇ ਘਾਟ ਤਾਂ ਹੈਗੀ ਹੈ, ਤੇ ਉਹਦੇ ਲਈ ਪਹਿਲ ਕਦਮੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਕਿ ਦੁਬਾਰਾ ਇਸ ਤਰ੍ਹਾਂ ਦੀ ਗੱਲ ਨਾ ਹੋਵੇ। ਤੇ ਇੱਕ ਬੇਨਤੀ ਜਿਹੜੀ ਹੋਰ ਹੈ, ਬਹੁਤ ਵਾਰੀ ਸਾਡੀਆਂ ਅਦਾਲਤਾਂ ਸੂ ਮੋਟੋ ਨੋਟਿਸ ਲੈਂਦੀਆਂ, ਖੁਦ ਕਿਸੇ ਮਸਲੇ ਦਾ ਨੋਟਿਸ ਲੈ ਲੈਂਦੀਆਂ। ਇਹਦੇ ਵਿੱਚ ਵੀਡੀਓ ਹੈ, ਦੁਸ਼ਯੰਤ ਚੌਟਾਲਾ ਨੇ ਵੀ ਕਿਹਾ, ਉਪ ਮੁੱਖ ਮੰਤਰੀ ਹੈ, ਕਿ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਸਰਕਾਰਾਂ ਤੇ ਨਾ ਛੱਡੀਏ, ਅਸੀਂ ਕਿਸਾਨਾਂ ਦੀ ਸ਼ਿਕਾਇਤ ਤੇ ਨਾ ਛੱਡੀਏ, ਕਿਸੇ ਨਾ ਕਿਸੇ ਜੱਜ ਸਾਹਿਬ ਨੂੰ ਖੁਦ ਨੋਟਿਸ ਲੈਣਾ ਚਾਹੀਦਾ ਕਿ ਕੀ ਸੱਚੀ ਮੁੱਚੀ ਕਿਸੇ ਅਧਿਕਾਰੀ ਨੇ ਜੇ ਇਹ ਸਾਰਾ ਕੁਝ ਕਿਹਾ, ਜੇ ਵੀਡੀਓ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਤਾਂ ਜ਼ਰੂਰੀ ਹੈ। ਜੇ ਤਾਂ ਨੋਟਿਸ ਖੁਦ ਲੈ ਲਿਆ ਜਾਊਗਾ ਤਾਂ ਵਧੀਆ ਹੈ, ਕਿਉਂਕਿ ਜੇ ਨਹੀਂ ਲਿਆ ਜਾਊਗਾ ਤਾਂ ਕੱਲ ਨੂੰ ਪਤਾ ਨਹੀਂ ਕਿਹਦਾ ਮੂੰਹ ਪੈਣਾ। ਘੱਟੋ ਘੱਟ ਬਾਕੀ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਦਾ ਤਾਂ ਪਤਾ ਲੱਗ ਜਾ। ਠੀਕ ਹੈ, ਪੋਲੀਟੀਕਲੀ ਪ੍ਰੈਸ਼ਰ ਹੋਣਗੇ, ਰਾਜਨੀਤਿਕ ਤੌਰ ਦੇ ਉੱਤੇ ਦਖਲਅੰਦਾਜ਼ੀ ਹੋਏਗੀ, ਆਪਣੀ ਡਿਊਟੀ ਕਰਨ ਦੀ ਗੱਲ ਹੋਏਗੀ, ਪਰ ਲੋਕਾਂ ਦੇ ਕੋਲੇ ਚੁਆਇਸ ਕੀ ਬਚਦੀ ਹੈ। ਹੁਣ ਇਹ ਵੀ ਪਤਾ ਲੱਗਾ ਕਿ ਪਿੰਡ ਵਾਲਿਆਂ ਨੇ ਇੱਕ ਪੁਲਿਸ ਅਧਿਕਾਰੀ ਦਾ, ਜਿਹੜਾ ਉਸ ਲਾਠੀਚਾਰਜ ਦੇ ਵਿੱਚ ਬੜਾ ਮਸ਼ਹੂਰ ਹੋਇਆ, ਕਹਿੰਦੇ ਜੀ ਸਮਾਜਿਕ ਬਾਈਕਾਟ ਦਾ ਸੱਦਾ ਦੇ ਦਿੱਤਾ। ਵੱਡੇ ਪੁਲਿਸ ਅਧਿਕਾਰੀਆਂ ਨੇ ਕਹਿਤਾ ਕਿ ਜੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਤਾਂ ਅਸੀਂ ਲੋਕਾਂ ਦੇ ਪਰਚੇ ਦਰਜ ਕਰਾਂਗੇ। ਇਹ ਗੱਲ ਠੀਕ ਹੈ ਕਿ ਪੁਲਿਸ ਅਧਿਕਾਰੀ ਦਾ ਜੇ ਸਮਾਜਿਕ ਬਾਈਕਾਟ ਕੀਤਾ ਇਤਰਾਜ਼ ਵੀ ਹੋਏਗਾ, ਕੋਈ ਕਹਿ ਸਕਦਾ ਜੀ ਪੁਲਿਸ ਦਾ ਮਨੋਬਲ ਡਿੱਗਦਾ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰਕਾਰ ਲੋਕਾਂ ਦੇ ਕੋਲੇ ਚਾਰਾ ਬਚਿਆ ਕੀ ਹੈ। ਜਾਂਚ ਹੋ ਜਵੇ
ਕਿਸਾਨ ਤਾਂ 9 ਮਹੀਨਿਆਂ ਦੇ ਬੈਠੇ ਆ, ਕਿੰਨੇ ਕੁ ਵੱਟੇ ਉਹ ਮਾਰਦੇ ਆ। ਵੈਸੇ ਗੱਲ ਕਰੀਏ 9 ਮਹੀਨਿਆਂ ਦਾ ਹਰਿਆਣੇ 'ਚ ਅੰਦੋਲਨ ਚੱਲਦਾ, ਕਿੰਨੀ ਕੁ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਵੱਟੇ ਮਾਰੇ ਆ, ਜਿਹੜਾ ਐਤਕੀ ਉਹਨਾਂ ਨੂੰ ਪਹਿਲਾਂ ਮਾਰਨੇ ਪੈ ਗਏ ਹੋਣਗੇ? ਸਵਾਲ ਹੀ ਹੈ। ਨਹੀਂ ਬਿਲਕੁਲ ਸਵਾਲ ਹੈ। ਨਾਲੇ ਉਹ ਜਿਹੜਾ ਮੇਰੇ ਖਿਆਲ ਨਾਲ ਬਾਈਕਾਟ ਵਾਲੀ ਗੱਲ ਹੈ, ਉਹਦਾ ਵੀ ਮੇਰੇ ਖਿਆਲ ਨਾਲ ਹੁਣ ਪਿੰਡਾਂ ਥਾਵਾਂ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਨਾ, ਵੀ ਉੱਥੇ ਕੋਈ ਅਗਲਾ ਬੰਦਾ ਆਖੂਗਾ ਵੀ ਹਾਂ ਵੀ ਤੁਸੀਂ ਫਲਾਨੀ ਨਾਲ ਬੋਲਦੇ ਕਿਉਂ ਨਹੀਂ, ਅਗਲਾ ਆਖੂ ਜੀ ਅਸੀਂ ਰੁੱਸੇ ਹਾਂ, ਅਸੀਂ ਲੜੇ ਹਾਂ, ਸਾਡੇ ਭਾਵੇਂ ਸਕੇ ਅਸੀਂ ਨਹੀਂ ਜਾਂਦੇ। ਹੁਣ ਜਿੱਦਾਂ ਦਾ ਪੰਜਾਬ ਉੱਦਾਂ ਦਾ ਹਰਿਆਣਾ, ਉੱਥੇ ਵੀ ਤਾਂ ਸੁਭਾਅ ਉਹੋ ਜਿਹੇ, ਅਗਲਾ ਕਹਿੰਦਾ ਵੀ ਸਗੇ ਚਾਚੇ ਦੇ ਮੁੰਡੇ ਦੇ ਵਿਆਹ 'ਚ ਜਾ, ਮੈਂ ਨਹੀਂ ਜਾਂਦਾ। ਆਪਣੇ ਤੇ ਪੰਜਾਬ 'ਚ ਵੀ ਉਦਾਹਰਨ ਹੈਗੀਆਂ ਵੀ ਮੁੰਡਾ ਆਪਣੇ ਪਿਓ ਨੂੰ ਨਹੀਂ ਖੜਦਾ ਬਰਾਤੇ, ਬਾਪੂ ਮੈਂ ਲੜਿਆ ਤੇਰੇ ਨਾਲ, ਆਉਣਾ ਆ ਜਾਣੇ ਆਉਣਾ ਆ ਜੀ ਨਹੀਂ ਤਾਂ ਫਿਰ ਨਾ ਸਹੀ। ਹੁਣ ਇਹੋ ਜਿਹੇ ਹਾਲਾਤ ਦੇ ਵਿੱਚ ਅਗਲੇ ਬੰਦੇ ਆਖਣਗੇ ਵੀ ਨਹੀਂ ਅਸੀਂ ਵਰਤਦੇ, ਫਿਰ ਪੁਲਿਸ ਕਿਤੇ ਵਧੋ ਵਧੀ ਥੋੜ੍ਹਾ ਆਖ ਵੀ ਨਹੀਂ ਤੂੰ ਦਾਲ ਦੀ ਕੌਲੀ ਦੇ ਕੇ ਆ ਭਾਈ, ਵੀ ਤੂੰ ਵਿਆਹ ਦਾ ਕਾਰਡ ਜ਼ਰੂਰ ਦੇਣਾ ਹੈ ਨਾ। ਇਹਦੇ ਨਾਲ ਸੰਧਾਲੀਆ ਸਾਹਿਬ ਇੱਕ ਭਾਈਚਾਰਾ ਤੁਸੀਂ ਭਾਈਚਾਰੇ ਦੀ ਗੱਲ ਦੇਖੋ। ਪਹਿਲਾਂ ਕੀ ਸੀ ਕਿ ਪੰਜਾਬ ਦੇ ਕਿਸਾਨ ਹਰਿਆਣੇ ਦੇ ਵਿੱਚ ਦੀ ਲੰਘਦੇ ਸੀ, ਹਮੇਸ਼ਾ ਹਰਿਆਣੇ ਵਾਲਿਆਂ ਨੇ ਦਰਿਆਦਿਲੀ ਦਿਖਾਈ ਸੀ। ਐਤਕੀ ਪਹਿਲੀ ਵਾਰ ਹੋਇਆ ਕਿ ਹਰਿਆਣੇ ਦੇ ਵਿੱਚ ਕੋਈ ਘਟਨਾ ਘਟੀ ਹੈ ਤੇ ਅਗਲੇ ਦਿਨ ਸਾਰਾ ਪੰਜਾਬ 2 ਘੰਟੇ ਲਈ ਬੰਦ ਹੋਇਆ। ਇਤਰਾਜ਼ ਆਏ ਕਈ ਜਗ੍ਹਾ ਤੋਂ ਕਿ ਬੱਸਾਂ ਅਚਾਨਕ, ਕਿਉਂਕਿ ਕਾਲ ਦਿੱਤੀ ਸੀ ਨਾ ਕਿ ਬੱਸਾਂ ਬੰਦ ਹੋ ਗਈਆਂ ਜੀ, ਉਹ ਖੜੀਆਂ ਰਹਿ ਗਈਆਂ ਜੀ, ਨਿੱਕੇ ਨਿਆਣੇ ਹੁੰਦੇ ਆ। ਠੀਕ ਹੈ, ਇਤਰਾਜ਼ ਹੈਗੇ ਆ, ਲੋਕਾਂ ਨੂੰ ਤੰਗੀ ਹੋਈ ਹੈ, ਪਰ ਉਹਦੇ ਵਿੱਚੋਂ ਗੱਲ ਇਹ ਵੀ ਨਿਕਲੀ ਹੈ ਨਾ ਕਿ ਜੇ ਹਰਿਆਣੇ 'ਚ ਹੁਣ ਕੁਛ ਹੁੰਦਾ ਤਾਂ ਪੰਜਾਬ ਵਾਲੇ ਵੀ ਐਨ ਹਿਸਾਬ ਬਰਾਬਰ ਕਰਨ ਦੇ ਲਈ ਬਰਾਬਰ ਖੜਦੇ ਆ, ਪਿੱਛੇ ਨਹੀਂ ਰਹੇ। ਪਰ ਦੇਖੋ ਨਾ ਬਾਟ ਸਾਹਿਬ, ਇਹ ਸਾਰੇ ਕੁਛ ਦੇ ਵਿੱਚ ਹੋ ਸਕਦਾ ਵੀ ਇਸ ਵਕਤ ਜੇ ਡਿਬੇਟ ਕਰਨੀ ਹੋਵੇ ਨਾ ਤਾਂ ਕੋਈ ਬੰਦਾ ਜਿਵੇਂ ਮਰਜ਼ੀ ਕਰ ਸਕਦਾ ਵੀ ਕੌਣ ਸਹੀ ਹੈ, ਕੌਣ ਗਲਤ ਹੈ, ਕੌਣ ਹਾਲਾਤ ਖਰਾਬ ਕਰ ਰਿਹਾ, ਕੌਣ ਹਾਲਾਤ ਨਹੀਂ ਖਰਾਬ ਕਰ ਰਿਹਾ, ਕਿਹਦੀ ਮਜਬੂਰੀ ਹੈ, ਕੌਣ ਸਿਆਸਤ ਕਰ ਰਿਹਾ ਹੋਊਗਾ। ਮੇਰੇ ਖਿਆਲ ਜਦੋਂ ਆਪਾਂ ਇਹਦੀ ਲਿਸਟ ਕੱਢਣ ਬਹਿ ਜਾਈਏ ਤਾਂ ਉਹ ਤਾਂ ਬੜੀ ਲੰਮੀ ਚਲੇ ਜਾਣੀ, ਬੜੀ ਦੂਰ ਤੱਕ ਚਲੇ ਜਾਣੀ, ਜਿਵੇਂ ਕੋਈ ਮਰਜ਼ੀ ਕਰ ਲੇ। ਪਰ ਸਵਾਲ ਇਹ ਹੈ ਨਾ ਵੀ ਆਪਾਂ ਅੱਗੇ ਵੀ ਵਾਰ-ਵਾਰ ਕਹਿੰਦੇ ਹਾਂ ਵੀ ਜੇ ਮੰਨ ਲਓ ਮੇਰੇ ਹੱਥ ਵੱਸ ਹੈਗਾ ਵੀ ਮੈਂ ਕੋਈ ਮਸਲੇ ਦਾ ਹੱਲ ਕਰ ਸਕਦਾ, ਕਿ ਮੈਨੂੰ ਨਜ਼ਰ ਆ ਰਿਹਾ ਕਿ ਇੱਕ ਮਸਲਾ ਵਿਗੜ ਰਿਹਾ, ਤੇ ਉਹਦਾ ਜੇ ਹੱਲ ਕਰ ਲਿਆ ਜਾਵੇ ਤਾਂ ਆਪੇ ਹੀ ਕੰਮ ਵਧੇ ਨਾ। ਉਹਦੇ ਨੂੰ ਚੰਗਾ ਨਹੀਂ ਵੀ ਮਤਲਬ ਅੱਜ ਜੇ ਗੱਲ ਚੱਲਦੀ ਨਹੀਂ ਆ, ਤੇ ਜਿੱਦਾਂ ਹੁਣ ਖੱਟਰ ਸਾਹਿਬ ਨੇ ਵੀ ਕਿਹਾ ਨਾ, ਉਹ ਕਹਿੰਦੇ ਉਹ ਕਹਤੇ हैं जी बात नहीं करते, बात तो हमने की है लेकिन ये शर्त रखते हैं। मैं ना चलो भावें शर्त भी रखते हैं पर गल तो की जाए। जे 11 मीटिंगां हो सकदियां बाहर, मैनूं किहड़ा भी मतलब अगले पासे दरिया पैंदा, कीती जा सकदी नहीं। बहुत जरूरी है संधालिया साहब, ਤਰਜੀਹਾਂ ਹੁੰਦੀਆਂ ਨਾ ਹਰ ਬੰਦੇ ਦੀਆਂ। ਹੁਣ ਤੁਹਾਡੀ ਅੱਜ ਤਰਜੀਹ ਹੋ ਸਕਦੀ ਕਿ ਮੈਨੂੰ ਭੁੱਖ ਬੜੀ ਲੱਗੀ, ਮੈਂ ਰੋਟੀ ਖਾਣੀ ਹੈ, ਖਵਾਓ ਯਾਰ। ਹਾਂ, ਜੇ ਕੁਝ ਦੁਖਦਾ ਮੈਂ ਦਵਾਈ ਲੈਣੀ ਹੈ, ਜੇ ਕੋਈ ਰਿਸ਼ਤੇਦਾਰ ਨਾਲ ਮੈਂ ਬੱਸ ਅੱਡੇ ਜਾਣਾ ਹੀ, ਮੈਂ ਉਹਨੂੰ ਪਹਿਲਾਂ ਲੈਣਾ, ਅਗਲਾ ਕਿਤੇ ਇੱਧਰ ਉੱਧਰ ਖੜਾ ਰਹੇ, ਪਹਿਲੀ ਵਾਰੀ ਸ਼ਹਿਰ ਆਇਆ। ਇੱਦਾਂ ਹੀ ਤਰਜੀਹ ਦੇਖਣੀ ਬਹੁਤ ਜ਼ਰੂਰੀ ਹੈ। ਦੇਖੋ ਸਾਨੂੰ ਚੇਤਾਵਨੀ ਮਿਲੀ ਹੋਈ ਹੈ ਭਾਰਤ ਦੇ ਵਿੱਚ ਕਿ 1 ਅਕਤੂਬਰ ਦੇ ਵਿੱਚ ਕੋਵਿਡ ਦੀ ਅਗਲੀ ਵੇਵ ਆਉਣੀ ਹੈ। ਇਹਦੇ ਨਾਲ ਸਾਡੇ ਲਈ ਜਿੰਨੇ ਪਹਾੜੀ ਖੇਤਰ ਨੇ, ਹਰ ਖੇਤਰ ਦੇ ਵਿੱਚ ਕਿਤੇ ਬੱਦਲ ਫਟਦਾ ਹੈ, ਕਿਤੇ ਹੜ੍ਹ ਆਉਂਦਾ ਹੈ, ਢਿੱਗਾਂ ਡਿੱਗਦੀਆਂ, ਨੁਕਸਾਨ ਹੋਈ ਜਾਂਦਾ ਹੈ, ਪਾਣੀ ਸਾਡਾ ਗੰਦਲਾ ਹੋ ਗਿਆ, ਸਾਡੇ ਲਈ ਉਹ ਚੁਣੌਤੀਆਂ ਨੇ। ਚਾਹੇ ਪਹਾੜੀ ਖੇਤਰ ਦੇ ਵਿੱਚ ਲਗਾਤਾਰ ਜਿਹੜੀ ਉਹ ਕਹਿਰ ਵਾਪਰ ਰਿਹਾ, ਚਾਹੇ ਕੋਵਿਡ ਦਾ ਮਸਲਾ ਹੈ, ਚਾਹੇ ਸਾਡਾ ਪਾਣੀ ਜਿਹੜਾ ਗੰਦਲਾ ਹੋਈ ਜਾਂਦਾ, ਸੀਵਰੇਜ ਵਾਲਾ ਪਾਣੀ ਵਿੱਚੇ, ਫੈਕਟਰੀਆਂ ਵਾਲਾ ਪਾਣੀ ਵਿੱਚੇ, ਉਹਦੇ ਨਾਲ ਲੋਕਾਂ ਦੀ ਸਿਹਤ 'ਤੇ ਅਸਰ ਪਊਗਾ। ਲੋਕ ਸਿਹਤਮੰਦ ਹੋਣਗੇ ਤਾਂ ਦੇਸ਼ ਨੇ ਤਾਂ ਅੱਗੇ ਵਧਣਾ ਹੈ। ਚੌਥੇ ਨੰਬਰ ਦੇ ਉੱਤੇ ਖੁਦ ਸਾਡੇ ਡਿਫੈਂਸ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਹੈ, ਭਾਰਤ ਦੇ ਡਿਫੈਂਸ ਮਿਨਿਸਟਰ ਸਾਹਿਬ ਨੇ, ਕਿ ਅਫਗਾਨਿਸਤਾਨ ਦੀ ਘਟਨਾਕ੍ਰਮ ਤੋਂ ਭਾਰਤ ਨੂੰ ਚੌਕਸ ਰਹਿਣਾ ਪਊਗਾ। ਸਾਡੇ ਲਈ ਚੁਣੌਤੀ ਵੱਧ ਰਹੀ ਹੈ, ਸਾਡੇ ਆਲੇ ਦੁਆਲੇ ਕੀ ਕੁਝ ਹੋ ਰਿਹਾ, ਚੀਨ ਕਿੱਧਰਲੇ ਪਾਸੇ ਨੂੰ ਵੱਧ ਰਿਹਾ, ਚੀਨ ਦਾ ਅਫਗਾਨਿਸਤਾਨ ਦੇ ਨਾਲ ਕਿੱਦਾਂ ਰਿਸ਼ਤਾ ਨਾਤਾ ਵੱਧ ਰਿਹਾ, ਬਹੁਤ ਸਾਰੀਆਂ ਚੁਣੌਤੀਆਂ ਨੇ। ਤੇ ਇਹ ਸਾਰੀਆਂ ਚੁਣੌਤੀਆਂ ਚਾਹੇ ਕੋਵਿਡ ਦੀ ਹੈ, ਚਾਹੇ ਕੁਦਰਤੀ ਕਹਿਰ ਦੀ ਹੈ, ਚਾਹੇ ਪਾਣੀ ਨੂੰ ਠੀਕ ਰੱਖਣ ਦੀ ਹੈ, ਚਾਹੇ ਦੇਸ਼ ਦੁਨੀਆ ਦੇ ਵਿੱਚ ਵਾਪਰ ਰਹੀਆਂ ਤਬਦੀਲੀਆਂ ਤੇ ਵੱਧ ਰਹੀਆਂ ਚੁਣੌਤੀਆਂ, ਉਹ ਦੇਸ਼ ਦੇ ਲੋਕਾਂ ਦੇ ਯਕੀਨ ਦੇ ਨਾਲ, ਵਿਸ਼ਵਾਸ ਦੇ ਨਾਲ ਜੇ ਅਸੀਂ ਇੱਕ ਪਾਸੇ ਨੂੰ ਤੁਰਾਂਗੇ ਤਾਂ ਹੱਲ ਹੋਣਾ। ਜੇ ਦੇਸ਼ ਦੇ ਅੰਦਰ ਹੀ ਆ ਕੁਝ ਹੋਈ ਜਾਊਗਾ ਕਿ ਕੋਈ ਧਰਨੇ ਤੇ ਬੈਠਾ, ਕੋਈ ਪ੍ਰਦਰਸ਼ਨ ਤੇ ਬੈਠਾ, ਆਹ ਲਾਠੀ ਆਪਦੇ ਲੋਕਾਂ ਤੇ ਚੱਲਣ ਵਾਲੀ ਇਸ ਵੇਲੇ ਸਮਾਂ ਨਹੀਂ ਹੈ। ਕੁਝ ਚੀਜ਼ਾਂ ਕਈ ਵਾਰੀ ਅੱਗੇ ਪਾਉਣੀਆਂ ਪੈਂਦੀਆਂ ਤੇ ਉਹ ਪਾ ਲੈਣੀਆਂ ਚਾਹੀਦੀਆਂ। ਇਸ ਵੇਲੇ ਤਾਂ ਬਾਹਰਲੀਆਂ ਮੁਸ਼ਕਲਾਂ ਦੇ ਨਾਲ ਲੜਨ ਦਾ ਸਮਾਂ, ਤੇ ਉਹਦੇ ਲਈ ਲੋਕਾਂ ਦਾ ਸਾਥ ਲੈਣਾ ਚਾਹੀਦਾ, ਖਾਸ ਤੌਰ ਤੇ ਉੱਤਰ ਭਾਰਤ ਵਾਲਿਆਂ ਦਾ। ਇਹ ਨਾਲੇ ਕਾਰਨ ਇਹ ਹੈ ਨਾ ਵੀ ਜਿਹੜੀ ਚੀਜ਼ ਮੰਨ ਲਓ ਵੀ ਬਾਹਰੋਂ ਆਈ ਹੈ ਜਾਂ ਆ ਗਈ ਜਾਂ ਲੈ ਆਂਦੀ, ਉਹ ਤੇ ਆਉਣੀ ਹੈ, ਤੇ ਆਪਾਂ ਘਰੋਂ ਵੀ ਬਣਾਈ ਜਾਈਏ ਉਹ ਤੇ ਗੱਲ ਮਾੜੀ ਹੈ। ਬਿਲਕੁਲ ਠੀਕ। ਜਿਹੜੀ ਚੀਜ਼ ਦਾ ਹੱਲ ਕੀਤਾ ਜਾ ਸਕਦਾ ਸੋ ਹੋ ਜਵੇ ਤੇ ਚੰਗਾ। ਵੈਸੇ ਕੁੱਲ ਮਿਲਾ ਕੇ ਹੁਣ ਆਸ ਤਾਂ ਕੀਤੀ ਜਾ ਰਹੀ ਹੈ ਵੀ ਸ਼ਾਇਦ ਅੱਜ ਨਹੀਂ ਕੱਲ ਨਹੀਂ ਪਰਸੋਂ ਕੋਈ ਨਾ ਕੋਈ ਦੁਬਾਰਾ ਇੱਕ ਵਾਰ ਸਿਰ ਜੋੜ ਕੇ ਬਹਿਣ ਦੀ ਗੱਲ ਹੋਵੇ। ਜੇ ਹੋ ਜੇ ਤੇ ਬਹੁਤ ਵਧੀਆ ਜੀ। ਪਰ ਦੂਜੀ ਚੀਜ਼ ਇਹ ਵੀ ਹੈ ਨਾ ਕਿ ਵੀ ਜਦੋਂ ਆਪਾਂ ਪੰਜਾਬ ਵਾਲੇ ਪਾਸੇ ਦੇਖਦੇ ਹਾਂ ਤੇ ਹਰੇਕ ਨੂੰ ਇੱਕੋ ਗੱਲ ਸੋਚਦੇ, ਕਹਿੰਦੇ ਇਲੈਕਸ਼ਨਾਂ, ਉਹਦੇ ਚੋਣਾਂ, ਉਹਦੇ ਉਮੀਦਵਾਰੀਆਂ। ਹੁਣ ਇਲੈਕਸ਼ਨਾਂ, ਚੋਣਾਂ, ਉਮੀਦਵਾਰੀਆਂ ਜਿਨ੍ਹਾਂ ਨੇ ਜ਼ਿਆਦੀਆਂ ਇਸ ਵਕਤ ਐਲਾਨ ਦਿੱਤੀਆਂ, ਉਹਨਾਂ 'ਤੇ ਆਉਣ ਤੋਂ ਪਹਿਲਾਂ ਜਿਨ੍ਹਾਂ ਦੀਆਂ ਐਲਾਨਣੋਂ ਰੁਕੀਆਂ, ਆਪਾਂ ਉਹਨਾਂ ਦੀ ਗੱਲ ਕਰ ਲਈਏ ਜੀ। ਹਰੀਸ਼ ਰਾਵਤ ਸਾਹਿਬ ਨੇ ਬਿਆਨ ਦਿੱਤਾ ਸੀ ਨਾ ਵੀ ਹਾਂਜੀ ਦੇਖੋ ਜੀ ਅਗਲੀਆਂ ਇਲੈਕਸ਼ਨਾਂ ਤੇ ਕੈਪਟਨ ਸਾਹਿਬ ਦੀ ਅਗਵਾਈ 'ਚ ਲੜਦੀਆਂ। ਉਧਰੋਂ ਪ੍ਰਗਟ ਸਿੰਘ ਹੋਰਾਂ ਨੇ ਕਹਿ ਦਿੱਤਾ ਮੈਨੂੰ ਦੱਸੋ ਤਾਂ ਸਹੀ ਵੀ ਸਲਾਹ ਕਿੱਦਣ ਹੋਈ, ਇਹ ਰਾਵਤ ਸਾਹਿਬ ਦੱਸਿਓ ਜਰਾ, ਫੈਸਲਾ ਕਿਹਨੇ ਕੀਤਾ ਤੇ ਕਦੋਂ ਇਹ ਸਾਰਾ ਕੁਝ ਹੋਇਆ। ਮੈਂ ਨਾ ਰਾਵਤ ਸਾਹਿਬ ਵੀ ਬੰਦੇ ਤਕੜੇ ਹੀ ਆ ਵੀ ਚਲੋ ਇੱਕ ਅੱਧਾ ਦਿਨ ਤੇ ਬੰਦਾ ਲਾਵੇ, ਲੱਤਾਂ ਲੁੱਤਾਂ ਦੀਆਂ ਫਸਾਵੇ, ਨਹੀਂ ਮੈਂ ਨਹੀਂ ਕਿਹਾ, ਮੇਰਾ ਬਿਆਨ ਤਰੋੜਿਆ ਗਿਆ, ਇਹ ਉਹ ਟਾਈਪ। ਉਹ ਦੂਜੇ ਬੰਨੇ ਹੋ ਗਏ, ਉਹ ਕਹਿੰਦੇ ਨਹੀਂ ਇੱਦਾਂ ਦੀ ਗੱਲ ਹੀ ਕੋਈ ਨਹੀਂ। ਇਹ ਤਾਂ ਦੇਖੋ ਹਾਈ ਕਮਾਨ ਦੀ ਹੋਏਗੀ,
ਅਗਵਾਈ ਕੈਪਟਨ ਸਾਹਿਬ ਦੀ ਹੋਏਗੀ, ਸਿੱਧੂ ਸਾਹਿਬ ਦੀ ਹੋਏਗੀ, ਪ੍ਰਗਟ ਸਿੰਘ ਹੋਰੀ ਵੀ ਆਪਣੇ ਕੋਲ ਹੈਗਾ ਹੀ ਆ। ਮਤਲਬ ਉਹ ਬੰਦਾ ਆਂਦਾ ਕੋਈ ਗੱਲ ਨਹੀਂ, ਬੰਦਾ ਦੱਸੋ ਕਿਹਦਾ ਨਾਂ ਲੈਣਾ ਪਊ, ਉਹਦਾ ਵੀ ਨਾਂ ਲੈ ਦਿੰਦੇ ਆ। ਮਤਲਬ ਜਿਸ ਹਿਸਾਬ ਨਾਲ ਇਹ ਕੰਮ ਹੋ ਗਿਆ ਵੀ ਰਾਵਤ ਸਾਹਿਬ ਨੇ ਪਹਿਲਾਂ ਆਉਣਾ ਸੀ, ਫਿਰ ਹੁਣ ਕਹਿੰਦੇ ਵੀ ਦੌਰਾ ਵੀ ਟਾਲ ਦਿੱਤਾ ਉਹਨਾਂ ਨੇ, ਕਹਿੰਦੇ ਮੈਨੂੰ ਉੱਤਰਾਖੰਡ 'ਚ ਕੰਮ ਪੈ ਗਿਆ ਜ਼ਰੂਰੀ, ਮੇਰੇ ਕੋਲ ਆਇਆ ਨਹੀਂ ਜਾਣਾ। ਜਿਹੜੇ ਰਾਵਤ ਸਾਹਿਬ ਆ ਨਾ, ਉਹਨਾਂ ਦੇ ਲਈ ਪੰਜਾਬ ਮੁੱਦਾ ਹੀ ਨਹੀਂ, ਉਹ ਉੱਤਰਾਖੰਡ 'ਚ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਤੇ ਮੁੱਖ ਮੰਤਰੀ ਬਣਨ ਦੇ ਲਈ ਉਹਨਾਂ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਬਣਨਾ ਪਊਗਾ, ਤੇ ਦਾਅਵੇਦਾਰ ਬਣਨ ਦੇ ਲਈ ਹਾਈ ਕਮਾਂਡ ਦਾ ਯਕੀਨ ਜ਼ਰੂਰੀ ਹੈ। ਤੇ ਯਕੀਨ ਤਾਂ ਹੀ ਵੱਜਣਾ ਜੇ ਹਾਈ ਕਮਾਂਡ ਵੀ ਸਿਆਣਾ ਬੰਦਾ ਯਾਰ, ਇਹਨੇ ਪੰਜਾਬ ਵਾਲਾ ਮਸਲਾ ਹੱਲ ਕਰ ਲਿਆ, ਆਪਣੇ ਸੂਬੇ ਦਾ ਵੀ ਕਰ ਲੂ, ਇਹਨੂੰ ਬੰਦੇ ਨੂੰ ਥਾਪੀ ਦਿਓ। ਕਿਉਂਕਿ ਉੱਥੇ ਵੀ ਇੱਕ ਧੜਾ ਜਿਹੜਾ ਮਜ਼ਬੂਤ ਹੋਈ ਜਾਂਦਾ, ਜਿਹੜਾ ਕਹਿੰਦਾ ਕਿ ਹਰੀਸ਼ ਰਾਵਤ ਨੂੰ ਰਹਿਣ ਦਿਓ, ਇਹਨਾਂ ਦੀ ਅਗਵਾਈ ਦੇ ਵਿੱਚ ਕੰਮ ਨਹੀਂ ਸੂਤ ਆਉਣਾ, ਸਾਨੂੰ ਥੋੜ੍ਹਾ ਜਿਹਾ ਦਿਓ ਕੰਮ। ਮੈਨੂੰ ਇਹ ਲੱਗਦਾ ਕਿ ਰਾਵਤ ਸਾਹਿਬ ਨੇ ਜਿਹੜਾ ਪਿਛਲੇ ਦਿਨੀ ਬਿਆਨ ਦਿੱਤਾ ਸੀ ਨਾ ਕਿ ਨਹੀਂ ਕੈਪਟਨ ਸਾਹਿਬ ਦੀ ਅਗਵਾਈ 'ਚ ਹੀ ਲੜੀਆਂ ਜਾਣਗੀਆਂ, ਕਿਉਂਕਿ ਕੈਪਟਨ ਸਾਹਿਬ ਵੀ ਇੱਕ ਉਹ ਪੀੜ੍ਹੀ ਹੈ, ਸਿੱਧੂ ਪ੍ਰਗਟ ਇਹ ਸਾਰੇ ਬੰਦੇ ਨਵੀਂ ਪੀੜ੍ਹੀ, ਉਹਨਾਂ ਤੋਂ ਇੱਕ ਸਟੈਪ ਪਿਛਲੀ। ਰਾਵਤ ਸਾਹਿਬ ਦੇ ਮੁਕਾਬਲੇ ਵੀ ਉੱਤਰਾਖੰਡ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦਾ ਧੜਾ ਮਜ਼ਬੂਤ ਹੋ ਰਿਹਾ, ਉਹ ਵੀ ਇੱਕ ਪੀੜ੍ਹੀ ਤੋਂ ਲੜੀ। ਹੋ ਸਕਦਾ ਕਿ ਇਦਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਨਹੀਂ ਹਜੇ ਇਹ ਵਾਰੀ ਪੁਰਾਣੇ ਬੰਦੇ ਠੀਕ ਹੁੰਦੇ ਆ, ਇਹ ਬੰਦੇ ਚੰਗੇ ਹੁੰਦੇ ਆ। ਜਿੱਦਾਂ ਪੰਜਾਬ ਦੇ ਵਿੱਚ ਆਪਾਂ ਕੈਪਟਨ ਸਾਹਿਬ ਨੂੰ ਕਾਇਮ ਰੱਖਿਆ, ਇੱਦਾਂ ਹੀ ਉੱਤਰਾਖੰਡ 'ਚ ਵੀ ਆਹੋ ਆਪਾਂ ਕਾਇਮ ਰੱਖਣਾ ਹੈ। ਛੱਤੀਸਗੜ੍ਹ ਦੇ ਵਿੱਚ ਵੀ ਭੁਪੇਸ਼ ਬਘੇਲ ਠੀਕ ਨੇ, ਨਵਿਆਂ ਨੂੰ ਰਹਿਣ ਦਿਓ ਤੁਸੀਂ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਆ ਤਾਂ ਪਟਾਕਾ ਪੈ ਚੱਲਾ, ਤੇ ਕਾਂਗਰਸ ਵਾਲੇ ਫਿਰ ਸੋਚਣਗੇ ਹਾਈ ਕਮਾਂਡ ਵਾਲੇ, ਯਾਰ ਰਾਵਤ ਸਾਹਿਬ ਤੁਹਾਡੇ ਤੋਂ ਤਾਂ ਨਹੀਂ ਸੂਤ ਹੋਇਆ, ਤੁਸੀਂ ਵਿਗਾੜ ਕੇ ਚਲੇ ਗਏ, ਉੱਤਰਾਖੰਡ ਵੀ ਤੁਹਾਡੇ ਤੋਂ ਸੂਤ ਨਹੀਂ ਆਉਣਾ। 1 ਮਿੰਟ 'ਚ ਪੈਰੋਂ ਹੀ ਬਦਲ ਜਾਣਾ। ਪਿੰਡਾਂ ਦੇ ਵਿੱਚ ਕੀ ਹੁੰਦਾ ਹੈ, ਇੱਕ ਘਰ ਦਾ ਦਰਵਾਜ਼ਾ ਖੜਕਦਾ, ਬਾਹਰ ਨਿਆਣਾ ਖੇਡਦਾ ਹੁੰਦਾ ਇੱਦਾਂ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਗੁਆਂਢੀਆਂ ਦਾ, ਉਹ ਜਦੋਂ ਦਰਵਾਜ਼ਾ ਖੜਕਦਾ ਨਿਆਣਾ ਦੇਖਦਾ ਬਾਹਰ ਨੂੰ, ਕੀ ਆ, ਅੱਛਾ ਗੁਆਂਢੀ ਨੇ ਬੂਹਾ ਖੋਲ੍ਹਿਆ, ਕਹਿੰਦੇ ਜੀ ਵੋਟ ਸਾਨੂੰ ਪਾਉਣੀ, ਤੁਹਾਡੀ ਵੋਟ ਆ, ਤੁਹਾਡੇ ਨਾਲ ਆ, ਆਪਾਂ ਕੱਲ੍ਹ ਨੂੰ ਚੱਲਾਂਗੇ ਵੀ ਕਹਿਣ। ਉਹ ਚਲੇ ਜਾਂਦਾ ਹੈ, ਨਿਆਣਾ ਫੇਰ ਕਹਿਣ ਲੱਗ ਪਏ, 2 ਮਿੰਟ ਹੀ ਦੂਜੇ ਧੜੇ ਵਾਲੇ ਆ ਜਾਂਦੇ ਆ, ਫੇਰ ਦਰਵਾਜ਼ਾ ਖੁੱਲ੍ਹਦਾ ਹੀ, ਉਹਨਾਂ ਨੂੰ ਵੀ ਉਹ ਤੁਹਾਡੇ ਨਾਲ ਆ। ਯਾਰ ਗੱਲ ਕਿਹੜੀ, ਆਪਣਾ ਤਾਂ ਪੁਰਾਣਾ ਹੀ ਸਾਂਝ ਹੈ। ਉਹ ਨਿਆਣਾ ਦੇਖਦਾ ਯਾਰ ਹੁਣੇ ਹੀ ਦੂਜੇ ਬੰਦੇ ਹੋ ਕੇ ਗਏ ਸੀ। ਰਾਵਤ ਸਾਹਿਬ ਦਾ ਕੰਮ ਉਹ ਦਰਵਾਜ਼ਾ ਖੋਲ੍ਹਣ ਵਾਲੇ ਘਰ ਦੇ ਮੁਖੀ ਵਰਗਾ। ਪਹਿਲਾਂ ਤਾਂ ਦਬਕਾ ਮਾਰਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਸਾੜੀ ਥੋੜ੍ਹੀ ਦੇਤੀ, ਪ੍ਰਧਾਨ ਬਣਾਇਆ, ਇੱਦਾਂ ਥੋੜ੍ਹੀ ਗੱਲ ਹੁੰਦੀ ਹੈ। ਮੁੜ ਕੇ ਕਹਿੰਦੇ ਲੈ ਪ੍ਰਧਾਨ ਬਣਾਇਆ ਹੀ, ਫੈਸਲੇ ਤਾਂ ਉਹਨੇ ਕਰਨੇ ਜਦੋਂ ਇੱਟ ਨਾਲ ਇੱਟ ਖੜਕਾਉਣ ਵਾਲਾ ਬਿਆਨ ਆਇਆ। ਫਿਰ ਪ੍ਰਗਟ ਸਿੰਘ ਨੇ ਜਦੋਂ ਕਹਿਤਾ ਕਿ ਰਾਵਤ ਸਾਹਿਬ ਮੇਰੇ ਮਿੱਤਰ ਨੇ, ਪੁਰਾਣੇ ਬੰਦੇ ਆ, ਚੰਗੇ ਬੰਦੇ ਆ, ਪਰ ਮੀਟਿੰਗ 'ਚ ਫੈਸਲਾ ਇਹ ਹੋਇਆ ਸੀ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ ਇਲੈਕਸ਼ਨ ਲੜਨੀ ਹੈ, ਕਿਸੇ ਹੋਰ ਬੰਦੇ ਦੀ ਅਗਵਾਈ 'ਚ ਨਹੀਂ ਲੜਨੀ। ਰਾਵਤ ਸਾਹਿਬ ਮੈਨੂੰ ਦੱਸੋ ਕਿਹੜੀ ਮੀਟਿੰਗ 'ਤੇ ਤੁਸੀਂ ਫੈਸਲਾ ਕਰ ਲਿਆ? ਆਪਾਂ ਤਾਂ ਹਾਈ ਕਮਾਂਡ ਦੀ ਅਗਵਾਈ ਚੋਣਾਂ ਲੈਣੀਆਂ, ਕਿਉਂਕਿ ਪਿਛਲੀ ਮੀਟਿੰਗ 'ਚ ਜਿੱਥੇ 3 ਮੈਂਬਰੀ ਕਮੇਟੀ ਸੀ, ਹੁਣ ਸੰਧਾਲੀਆ ਸਭ ਕਲੀਅਰ ਹੋ ਰਹੀਆਂ ਗੱਲਾਂ ਕਿ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿਓ, ਅਗਲੀ ਵਾਰ ਲਈ ਦਾਅਵੇਦਾਰ ਮੁੱਖ ਮੰਤਰੀ ਦਾ ਕੋਈ ਨਾ ਲਾਨੋ, ਦੋਨੋਂ ਹੀ ਠੋਕ ਕੇ ਕੰਮ ਕਰੋ, ਜਿਹਦੇ ਵੱਲ ਵੱਧ ਐਮਐਲਏ ਹੋ ਜਾਣਗੇ ਮੁੱਖ ਮੰਤਰੀ ਬਣਾ ਦਾਂਗੇ। ਗੱਲ ਤਾਂ ਹੁਣ ਇਦਾਂ ਹੀ ਜਾਪਦੀ ਹੈ ਨਾ। ਤੇ ਜਦੋਂ ਰਾਵਤ ਸਾਹਿਬ ਦਾ ਬਿਆਨ ਆਇਆ ਸੀ ਫਿਰ ਇੰਟਰਨੈਟ ਦਾ ਖੜਕਣੀ ਸੀ। ਹੁਣ ਰਾਵਤ ਸਾਹਿਬ ਕਹਿੰਦੇ ਨਹੀਂ ਜਿੱਦਾਂ ਤੁਸੀਂ ਆਖਿਆ ਕਿ ਦੇਖੋ ਸੋਨੀਆ ਗਾਂਧੀ ਬਹੁਤ ਵਧੀਆ ਲੀਡਰ ਨੇ, ਰਾਹੁਲ ਗਾਂਧੀ ਕਮਾਲ ਦੇ ਨੇ, ਸਾਡੇ ਕੋਲ ਜੇ ਉੱਪਰਲੇ ਪਾਸੇ ਵਧੀਆ ਲੀਡਰ ਆ ਤਾਂ ਕੈਪਟਨ ਸਿੱਧੂ ਤੇ ਪ੍ਰਗਟ ਵਰਗੇ ਲੀਡਰ ਪੰਜਾਬ 'ਚ ਵੀ ਹੈਗੇ ਆ, ਆਉਣਾ ਮੈਂ 2 ਦਿਨ ਰੁਕ ਜਾਓ, ਸਾਨੂੰ ਸੂਬੇ 'ਚ ਕੰਮ ਪੈ ਗਿਆ, ਐਸੀ ਗੱਲ ਕੋਈ ਨਹੀਂ। ਪਰ ਜਿੰਨੀ ਦੇਰ ਇਦਾਂ ਦੇ ਚਫੇਰ ਗੜੀਏ ਜਾਂ ਬੰਦੇ ਜਿਹੜੇ ਅੱਜ ਬਿਆਨ ਕੁਛ ਦਿੰਦੇ ਆ, ਕੱਲ੍ਹ ਨੂੰ ਕੁਛ ਦਿੰਦੇ ਆ, ਉਹ ਕਾਂਗਰਸ ਪਾਰਟੀ ਦੇ ਵਿੱਚ ਸੂਬਿਆਂ ਦੇ ਇੰਚਾਰਜ ਬਣਦੇ ਰਹਿਣਗੇ, ਫਿਰ ਭਲੇ ਦਿਨ ਦੂਰ ਹੀ ਲੱਗਦੇ ਆ, ਨੇੜੇ ਤਾਂ ਨਹੀਂ ਲੱਗਦੇ ਮੈਨੂੰ। ਨਹੀਂ ਇਹ ਤਾਂ ਹੁਣ ਕਾਂਗਰਸ ਪਾਰਟੀ ਸੋਚੇ ਨਾ। ਦੇਖੋ ਕੁੱਲ ਮਿਲਾ ਕੇ ਇਹ ਤੇ ਗੱਲ ਹੈਗੀ ਆ ਵੀ ਕਾਂਗਰਸ ਪਾਰਟੀ ਮੇਰੇ ਖਿਆਲ ਨਾਲ, ਮੈਂ ਜਿਵੇਂ ਗਲਤ ਨਹੀਂ, ਵੀ 100 ਸਾਲ ਤੋਂ ਵੀ ਪੁਰਾਣੀ ਪਾਰਟੀ। ਹੁਣ ਇੰਨੀ ਪੁਰਾਣੀ ਗੱਡੀ ਦਾ ਕੋਈ ਨਾ ਕੋਈ ਇੰਜਣ, ਕੋਈ ਪੁਰਜਾ, ਕੋਈ ਸ਼ਾਫਟ, ਕੋਈ ਗੇਅਰ ਬਾਕਸ, ਕੋਈ ਗਰਾਰੀ, ਕੁਛ ਨਾ ਕੁਛ ਢਿੱਲਾ ਹੁੰਦਾ, ਕਿਸੇ ਦੇ ਦੰਦੇ ਭੁਰੇ ਹੁੰਦੇ ਆ। ਤੇ ਜੇ ਉਹਨਾਂ ਨੂੰ ਇਹ ਲੱਗਦਾ ਵੀ ਭਾਈ ਸਾਹਿਬ ਬਾਹਰੋਂ ਰੰਗ ਰੋਗਨ ਜਿਹਾ ਕਰਕੇ ਆਪਾਂ ਦੱਬੇ ਹੋਣੇ ਕਿੱਲੇ, ਆਪਾਂ ਨੂੰ ਕੋਈ ਲੋੜ ਨਹੀਂ ਇਹਨੂੰ ਓਵਰਹਾਲ ਕਰਨ ਦੀ, ਫੇਰ ਤੇ ਧੂੰਆਂ ਉਹਨੇ ਮਾਰਨਾ ਹੀ ਮਾਰਨਾ। ਹੁਣ ਬੜੀ ਵਾਰਾਂ ਮੇਰੇ ਖਿਆਲ ਇਹ ਅੱਗੇ ਵੀ ਤਾਂ ਚਰਚਾ ਚੱਲੀ ਆ ਵੀ ਭਾਈ ਸਾਹਿਬ ਇੱਕ ਵਾਰ ਇੰਜਣ ਓਵਰਹਾਲ ਕਰ ਲਓ, ਇੱਕ ਵਾਰ ਦੇਖ ਲਓ, ਇੱਕ ਵਾਰ ਪਤਾ ਕਰ ਲਓ। ਉਦੋਂ ਆਪਾਂ ਬਿਆਨ ਦੇਖ ਹੀ ਲਿਆ ਰਾਹੁਲ ਗਾਂਧੀ ਸਾਹਿਬ ਦਾ ਕਿ ਚੰਗਾ ਫਿਰ ਜਿੰਨੇ ਮੇਰੇ ਨਾਲ ਰਹਿਣਾ ਰਹਿ ਲਓ, ਨਹੀਂ ਜਾਣਾ ਭਾਜੋ ਫਿਰ ਇੱਥੋਂ, ਹੈ ਨਾ। ਹੁਣ ਜਦੋਂ ਹਾਈ ਕਮਾਂਡ ਵਾਲੇ ਪਾਸੋਂ ਇੱਦਾਂ ਦੇ ਬਿਆਨ ਆਉਣਗੇ ਤੇ ਫਿਰ ਆਪਾਂ ਆਸ ਕਿੱਦਾਂ ਕਰ ਸਕਦੇ ਵੀ ਰਾਜਾਂ ਦੇ ਵਿੱਚ ਇਹੋ ਜਿਹਾ ਰੌਲਾ ਨਹੀਂ ਪਊਗਾ। ਪਰ ਇੱਕ ਗੱਲ ਹੈਗੀ ਆ ਵੀ ਇਹ ਸਾਰੇ ਕੁਛ ਦੇ ਵਿੱਚ ਸਿੱਧੂ ਸਾਹਿਬ ਵੀ ਤੇ ਨਹੀਂ ਨਾ ਢਿੱਲੇ ਪੈ ਰਹੇ। ਕਿਵੇਂ? ਉਹਨਾਂ ਨਵੀਂ ਵੀਡੀਓ ਜਾਰੀ ਕਰਤੀ, ਉਹ ਕਹਿੰਦੇ ਦੇਖੋ ਗੱਲ ਬੜੀ ਕਲੀਅਰ, ਬੜੀ ਸਪਸ਼ਟ ਹੈ ਵੀ ਜਿਹੜੇ ਇਸ ਵਕਤ ਬਿਜਲੀ ਸਮਝੌਤੇ ਆ ਨਾ ਭਾਈ ਸਾਹਿਬ, ਇਹ ਜੇ ਰੱਦ ਕੀਤੇ ਬਿਨਾਂ ਆਪਣੀ ਗੱਲ ਬਣਨੀ ਨਹੀਂ। ਰੱਦ ਤੁਸੀਂ ਕਰ ਦਿਓ, ਪਤਾ ਨਹੀਂ ਅੰਕੜਾ ਉਹਨੇ ਕਿੱਥੋਂ ਕੱਢਿਆ, ਕਹਿੰਦੇ 50,000 ਕਰੋੜ ਦਾ ਤੇ ਸਿੱਧਾ ਹੀ ਫਾਇਦਾ ਹੋ ਜਾਣਾ ਨਾ ਪੰਜਾਬ ਨੂੰ। ਇਸ ਤੋਂ ਇਲਾਵਾ ਕਹਿੰਦੇ ਜਦੋਂ ਲੋਕਾਂ ਨੂੰ ਰੁਪਈਆ 1.5-2 ਰੁਪਈਏ ਪਰ ਯੂਨਿਟ ਬਚਣਾ ਸ਼ੁਰੂ ਹੋ ਗਿਆ, ਉਹਨਾਂ ਨੇ ਆਪਣੇ ਆਪ ਹੀ ਖੁਸ਼ ਹੋ ਜਾਣਾ ਤੇ ਪੰਜਾਬ ਦਾ ਹੋ ਜਾਣਾ ਭਲਾ। ਤੇ ਕੈਪਟਨ ਸਾਹਿਬ ਜਿੱਦਾਂ ਤੁਸੀਂ ਪਾਣੀ ਵਾਲਾ ਮਸਲਾ ਹੱਲ ਕੀਤਾ ਸੀ, ਇੱਦਾਂ ਤੁਸੀਂ ਬੱਤੀ ਵਾਲਾ ਵੀ ਕਰ ਦਿਓ। 5 ਨੁਕਤੇ ਨਵਜੋਤ ਸਿੰਘ ਸਿੱਧੂ ਨੇ ਚੁੱਕੇ। ਆਪਾਂ ਪਹਿਲਾ ਨੁਕਤਾ ਜਿਹੜਾ ਉਹਨੂੰ ਨਵਜੋਤ ਸਿੰਘ ਸਿੱਧੂ ਨੂੰ ਵੱਖ ਕਰ ਦਿੰਦੇ, ਮੰਨ ਕੇ ਚੱਲੋ ਕਈ ਵਾਰੀ ਬੰਦੇ ਕਹਿੰਦੇ ਹੁੰਦੇ ਆ ਸਿੱਧੂ ਦੀ ਗੱਲ ਵੱਧ ਹੋ ਰਹੀ, ਫਲਾਨੇ ਦੀ ਘੱਟ ਹੋ ਰਹੀ ਨਾ। ਇਹੀ ਮੁੱਦਾ ਜੇ ਕੋਈ ਹੋਰ ਚੱਕਦਾ ਤਾਂ ਉਦੋਂ ਵੀ ਹੁੰਦਾ। ਪਿਛਲੇ 4-5 ਸਾਲਾਂ ਤੋਂ ਲਗਾਤਾਰ ਆਪਾਂ ਇਹੀ ਰੌਲਾ ਪਾਉਂਦੇ ਆ ਕਿ ਐਮਐਲਏ ਦਾ ਕੰਮ ਆ ਵਿਧਾਨ ਸਭਾ 'ਚ ਬਹਿਣਾ, ਚਰਚਾ ਕਰਨੀ,
ਬਹਿਸ 'ਚ ਹਿੱਸਾ ਲੈਣਾ, ਪੁਰਾਣੇ ਕਾਨੂੰਨ ਜੇ ਦਰੜੇ ਮਰੜੇ ਗਏ ਆ ਰੱਦ ਕਰਾਉਣੇ, ਸੋਧ ਕਰਾਉਣੀ ਤੇ ਨਵੇਂ ਕਾਨੂੰਨ ਬਣਾਉਣਾ, ਇਹੀ ਹੈ ਨਾ। ਹੁਣ ਉਹ ਕੰਮ ਤਾਂ ਘੱਟ ਹੋ ਰਿਹਾ। ਤੁਸੀਂ ਇਹ ਦੇਖੋ ਕਿ ਇੱਕ ਦਿਨ ਦਾ ਸੈਸ਼ਨ ਹੈ, ਗੁਰੂ ਸਾਹਿਬ ਨੂੰ ਸਮਰਪਿਤ ਹੈ, ਉਹਦੇ ਲਈ ਕੈਪਟਨ ਸਾਹਿਬ ਦਾ ਧੰਨਵਾਦ। 117 ਐਮਐਲਏ ਆ, ਇੱਕ ਦਿਨ ਦੇ ਸੈਸ਼ਨ ਦੇ ਵਿੱਚ ਉਹ ਕਰਨਗੇ ਕੀ? ਇੱਕ ਦਿਨ ਦੇ ਸੈਸ਼ਨ 'ਚ ਤਾਂ ਹਾਥੀ ਮਿਲਾਉਣੇ ਉਹਨਾਂ ਨੇ ਇੱਕ ਦੂਜੇ ਨਾਲ। ਠੀਕ ਹੋ, ਬੜਾ ਚਿਰ ਹੋਇਆ ਮਿਲੇ ਹੀ ਨਹੀਂ ਕੋਵਿਡ ਤੋਂ ਬਾਅਦ। ਇੱਕ ਦਿਨ ਦੇ ਸੈਸ਼ਨ 'ਚ ਕੱਖ ਨਹੀਂ ਹੋਣਾ। ਨਵਜੋਤ ਸਿੰਘ ਸਿੱਧੂ ਨੂੰ ਪਰੇ ਰੱਖ ਲੈਂਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਇਨਸਾਫ ਨਹੀਂ ਮਿਲਿਆ। ਖੇਤੀਬਾੜੀ ਵਾਲਾ ਮਸਲਾ ਚੱਲਦਾ ਅੱਜ ਕਾਨੂੰਨਾਂ ਵਾਲਾ। ਇਹਦੇ ਤੋਂ ਇਲਾਵਾ ਰੁਜ਼ਗਾਰ ਦੇ ਲਈ ਕਿੰਨੀਆਂ ਜਥੇਬੰਦੀਆਂ ਸੜਕਾਂ ਤੇ ਖਲੋਤੀਆਂ। ਪੰਜਾਬ ਦੇ ਗੰਧਲੇ ਹੋ ਰਿਹਾ ਪਾਣੀ ਦਾ ਮੁੱਦਾ ਹੈਗਾ। ਇਹਦੇ ਤੋਂ ਇਲਾਵਾ ਬਿਜਲੀ ਵਾਲੇ ਸੰਕਟ ਦਾ ਮੁੱਦਾ ਵੀ ਹੈਗਾ। ਇੱਥੇ ਤਾਂ ਮੈਂ ਚਾਹੁੰਦਾ ਸੀ ਕਿ 3 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਲਗਾਤਾਰ ਸੈਸ਼ਨ ਚੱਲਦਾ ਮਹੀਨਾ, ਤੇ ਉਹਦਾ ਇੱਕ ਤਰੀਕਾ ਵੀ ਦੱਸ ਦਿੰਦਾ। ਕਈ ਵਾਰੀ ਪਹਿਲਾਂ ਵੀ ਦੱਸਿਆ। ਇਹੀ ਆ ਨਾ ਕਿ ਜਿੰਨਾ ਸੈਸ਼ਨ ਲੰਬਾ ਚੱਲੂ ਪੰਜਾਬ ਦੇ ਪੈਸੇ ਖਰਚ ਹੋਣਗੇ। ਪੰਜਾਬ ਦੇ ਵਿਧਾਨ ਸਭਾ ਸੈਸ਼ਨ ਚੱਲਦੇ ਦਿਆ ਪੰਜਾਬ ਦੇ ਲੋਕਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ, ਕੋਈ ਪੈਨਸ਼ਨ ਨਹੀਂ ਮਿਲਦੀ। ਸਾਰੇ ਐਮਐਲਏ 117 ਦੇ ਸਾਰਾ। ਤੁਸੀਂ ਪੰਜਾਬ ਦੇ ਹਿਤੈਸ਼ੀ ਹੋ, ਤੁਸੀਂ ਬਾਰ-ਬਾਰ ਕਹਿੰਦੇ ਹੋ ਜੀ ਪੰਜਾਬ ਬਚਾਉਣਾ ਹੈ। ਤੁਸੀਂ ਆਪਦੀਆਂ ਗੱਡੀਆਂ ਤੇ ਆਇਓ, ਆਪ ਦਾ ਤੇਲ ਪਵਾਇਓ, ਜਿਹੜੇ ਉਸ ਦਿਨ ਤੁਹਾਨੂੰ ਤਨਖਾਹ ਦੇ ਪੈਸੇ ਮਿਲਣੇ ਆ ਉੱਥੇ ਜਮ੍ਹਾਂ ਕਰਾ ਦਿਓ, ਸੈਸ਼ਨ ਦਾ ਖਰਚਾ ਨਿਕਲ ਜਾਓ। ਕੋਲੋਂ ਵੀ ਪਾ ਦਿਓ, ਲੱਖ ਰੁਪਈਆ ਇੱਕ ਮਹੀਨੇ ਦੀ ਤਨਖਾਹ ਦੇ ਦਿਓ ਕਿ ਭਾਈ ਆ ਸਾਡੀ 1 ਕਰੋੜ ਤੋਂ ਉੱਪਰ ਰੁਪਈਆ, 1 ਕਰੋੜ ਤੇ 17 ਲੱਖ ਰੁਪਈਆ ਬਣ ਜਾਣਾ, 1 ਲੱਖ ਰੁਪਈਆ ਜਮ੍ਹਾਂ ਕਰਾ ਦੇਣਗੇ। 1 ਰੁਪਈਏ ਦਾ ਵੀ ਖਰਚਾ ਨਹੀਂ ਹੋਊਗਾ। ਰੋਜ਼ ਸੈਸ਼ਨ ਚਲਾਓ, 8 ਘੰਟੇ ਉੱਥੇ ਬੈਠੋ, ਰੋਟੀ ਘਰੋਂ ਲੈ ਕੇ ਜਾਓ, ਕੰਟੀਨ ਆਪਾਂ ਬੰਦ ਕਰ ਦੇਣੀ ਹੈ। ਉਹਦੇ ਵਿੱਚ ਤੁਸੀਂ ਹਫ਼ਤਾ ਚਰਚਾ ਕਰੋ ਖੇਤੀ ਕਾਨੂੰਨਾਂ ਤੇ, ਹਫ਼ਤਾ ਚਰਚਾ ਕਰੋ ਬਿਜਲੀ ਵਾਲੇ ਮੁੱਦੇ ਤੇ, ਹਫ਼ਤਾ ਚਰਚਾ ਕਰੋ ਰੁਜ਼ਗਾਰ ਵਾਲੇ ਮੁੱਦੇ ਤੇ, ਜਿਹਦੇ ਵਿੱਚ ਬੇਰੁਜ਼ਗਾਰਾਂ ਦੀ ਵੀ ਗੱਲ ਹੋਵੇ, ਕੱਚੇ ਮੁਲਾਜ਼ਮਾਂ ਦੀ ਵੀ ਗੱਲ ਹੋਵੇ। ਹਫ਼ਤਾ ਚਰਚਾ ਕਰੋ ਵਾਤਾਵਰਣ ਤੇ, ਜਿੱਤ ਹਵਾ ਤੇ ਪਾਣੀ ਵੀ ਹੋਵੇ। ਹਰ ਇੱਕ ਨੂੰ ਬੋਲਣ ਦਾ ਮੌਕਾ ਦਿਓ। ਅਸੀਂ ਤੁਹਾਡੇ ਤੋਂ ਵਿਧਾਨ ਸਭਾ 'ਚ 1 ਦਿਨ ਆ, ਬਾਕੀ 29 ਦਿਨ ਅਸੀਂ ਤੁਹਾਡੇ ਤੋਂ ਕਰਾਉਣਾ ਕੀ ਹੈ? ਜਾਂ ਤੁਸੀਂ ਰੈਲੀਆਂ ਕਰਨੀਆਂ, ਜਾਂ ਤੁਸੀਂ ਰੋਡ ਸ਼ੋਅ ਕਰਨੇ ਆ, ਜਾਂ ਦੂਜੀਆਂ ਪਾਰਟੀਆਂ 'ਚੋਂ ਬੰਦੇ ਸ਼ਾਮਲ ਕਰਾਉਣੇ ਆ, ਜਾਂ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਘਰਾਓ ਕਰਾਉਣਾ ਹੈ। ਚੁੱਪ ਕਰਕੇ ਚੰਡੀਗੜ੍ਹ ਬੈਠੋ, ਉੱਥੇ ਜਾ ਕੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰੋ। ਚੰਗਾ ਹੋਇਆ ਘੱਟੋ ਘੱਟ ਇੱਕ ਪਾਰਟੀ ਦੇ ਪ੍ਰਧਾਨ ਨੇ ਆਖਿਆ ਤਾਂ ਸੀ ਕਿ 5-7 ਦਿਨ ਤਾਂ ਸੈਸ਼ਨ ਚਲਾਓ, ਇੱਕ ਦਿਨ 'ਚ ਕਰਨਾ ਕੀ ਹੈ ਚਾਹੀਦਾ। ਕਿਉਂਕਿ ਜੇ ਆਪਾਂ ਗੱਲ ਕਹੀਏ, ਮੈਂ ਕਹਿੰਦਾ ਸੁਖਬੀਰ ਸਿੰਘ ਬਾਦਲ ਸਾਹਿਬ ਆਉਣ, ਉਹ ਆਣ ਕੇ ਡਾਕੂਮੈਂਟ ਉੱਥੇ ਰੱਖਣ, ਆਪਣੇ ਬੰਦਿਆਂ ਦੇ ਕੋਲੇ ਭੇਜਣ। ਖੁਦ ਐਮਪੀ ਨੇ, ਉਹਨਾਂ ਨੂੰ ਕਹਿਣ ਕਿ ਆਹ ਦੇਖੋ ਜੀ, ਅਸੀਂ ਜਦੋਂ ਸਮਝੌਤੇ ਕੀਤੇ ਸੀ ਬਿਜਲੀ ਵਾਲੇ, ਸਭ ਤੋਂ ਸਸਤੇ ਕੀਤੇ ਸੀ, ਤਾਮਿਲਨਾਡੂ ਦਾ ਇੰਨੇ 'ਚ ਕੀਤੇ, ਗੁਜਰਾਤ ਨੇ ਇੰਨੇ 'ਚ ਕੀਤੇ। ਫਿਰ ਦੂਜਾ ਕਾਗਜ਼ ਵੀ ਰੱਖ ਦੇਣ, ਆਹ ਕੇਂਦਰ ਤੋਂ ਸਾਨੂੰ ਸਿੱਧੇ ਦਿਸ਼ਾ ਦੇ ਸੀ, ਅਸੀਂ ਇਹਦੇ ਮੁਤਾਬਕ ਹੀ ਸਮਝੌਤੇ ਕਰ ਸਕਦੇ ਸੀ, ਪਰੇ ਨਹੀਂ ਸੀ ਹੋ ਸਕਦੇ। ਮੋਹਰੇ ਉਹ ਕਾਂਗਰਸ ਵਾਲੇ ਡਾਕੂਮੈਂਟ ਰੱਖਣ, ਲਓ ਜੀ ਅਸੀਂ ਤਾਂ ਰੱਦ ਕਰ ਹੀ ਨਹੀਂ ਸਕਦੇ, ਅਸੀਂ ਤਾਂ ਸੋਧ ਕਰ ਹੀ ਨਹੀਂ ਸਕਦੇ। ਨਾਲ ਡਾਕੂਮੈਂਟ ਪੇਸ਼ ਕਰਨ ਕਿ ਆਹ ਦੇਖੋ ਇਹਨਾਂ ਨੇ ਇਸ ਤਰੀਕੇ ਗਲਤ ਕੀਤੇ ਸੀ। ਆਮ ਆਦਮੀ ਪਾਰਟੀ ਦਿੱਲੀ ਵਾਲਾ ਮਾਡਲ ਰੱਖ ਦੇਣ, ਆਹ ਦੇਖੋ ਜੀ ਅਸੀਂ ਕੰਪਨੀਆਂ ਦੇ ਨਾਲ ਕੀਤੇ ਸਮਝੌਤੇ ਐਂ ਬਦਲੇ ਸੀ ਉੱਥੇ। ਘੱਟੋ ਘੱਟ ਪੰਜਾਬ ਦੇ ਲੋਕ ਰੈਲੀ 'ਚ ਇਹਨਾਂ ਦਾ ਕੱਲੇ ਦਾ ਬੇਹਾ ਭਾਸ਼ਣ ਸੁਣਨ ਦੀ ਥਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁੱਦਿਆਂ ਦੀ ਗੱਲ ਹੋਵੇ, ਲੋਕਾਂ ਨੂੰ ਪਤਾ ਲੱਗੇ ਕਿ ਉੱਥੇ ਸਹੀ ਕੌਣ ਹੈ ਤੇ ਗਲਤ ਕੌਣ ਹੈ, ਤੇ ਬਾਈਕਾਟ ਨਾ ਕੋਈ ਕਰੇ। ਪਰ ਜੇ ਸੈਸ਼ਨ 1 ਦਿਨ ਦਾ ਹੀ ਰਿਹਾ, ਜੇ ਇਹਨਾਂ ਨੇ ਲੋਕਾਂ ਦੇ ਮੁੱਦਿਆਂ ਤੇ ਚਰਚਾ ਨਾ ਕੀਤੀ, ਤਾਂ ਕਿਹੜਾ ਬੰਦਾ ਰੋਕ ਲੂ? ਜਿੱਦਾਂ ਦਿੱਲੀ ਦੇ ਵਿੱਚ ਕਿਸਾਨ ਸੰਸਦ ਚੱਲੀ ਸੀ, ਜੇ ਇੱਥੇ ਵੀ ਲੋਕ ਸੰਸਦ ਪੰਜਾਬ ਦੀ ਵਿਧਾਨ ਸਭਾ ਤੋਂ 20 ਕਿਲੋਮੀਟਰ ਦੂਰ ਕਿਤੇ ਲੱਗ ਗਈ ਕਿ ਅਸੀਂ ਤਾਂ ਮਹੀਨਾ ਚਲਾਉਣੀ ਹੈ, ਆਇਆ ਕਿ ਐਮਐਲਏ ਇੱਥੇ ਬਹਿ ਜਾਓ, ਅਸੀਂ ਤੁਹਾਨੂੰ ਲੋਕਾਂ ਦੇ ਮੁੱਦਿਆਂ ਤੇ ਗੱਲ ਕਰਕੇ ਰੱਖਦੇ ਹਾਂ, ਲੋਕਾਂ ਨੇ ਸਾਰੇ ਡਾਕੂਮੈਂਟ ਉੱਥੇ ਪੇਸ਼ ਕਰ ਦੇਣੇ ਆ, ਸਾਡੇ ਕੋਲ ਉਦਾਹਰਨ ਤੱਤੀ ਹੈ ਜੀ। ਯਾਨੀ ਉਦਾਹਰਨ ਤੁਹਾਡੀ ਤੱਤੀ ਹੈ, ਗੱਲਾਂ ਤੁਹਾਡੀਆਂ ਬਹੁਤ ਵਧੀਆ, ਸੁਣਨ ਨੂੰ ਬੜੀਆਂ ਅੱਛੀਆਂ ਲੱਗਦੀਆਂ, ਦਰਸ਼ਕ ਗੱਲਾਂ ਤੁਸੀਂ ਕੀਤੀਆਂ। ਮੈਂ ਸੁਣਦਾ ਜਾਂਦਾ ਸੀ, ਮੈਨੂੰ ਲੱਗਦਾ ਵੀ ਯਾਰ ਆਹ ਕਿਤੇ ਇੱਦਾਂ ਹੋ ਜਾਵੇ ਨਾ। ਫਿਰ ਮੈਂ ਹਿਸਾਬ ਲਾਇਆ ਵੀ ਇਹ ਤਾਂ ਗੱਲਾਂ ਜੇ ਕੋਈ ਸੀਰੀਅਲ ਬਣਾਉਣਾ ਹੋਵੇ ਉਹਦੇ ਲਈ ਬਹੁਤ ਵਧੀਆ, ਪ੍ਰੈਕਟੀਕਲੀ ਥੋੜਾ ਠੀਕ। ਤੁਸੀਂ ਦਿੱਲੀ 'ਚ ਹੋਈਆਂ ਕਿ ਨਹੀਂ ਹੋਈਆਂ? ਉਹ ਯਾਰ ਦਿੱਲੀ ਛੱਡੋ ਬਾਹਰ, ਮੇਰੀ ਗੱਲ ਸੁਣ, ਦਿੱਲੀ ਵਾਲਾ ਮਾਡਲ ਨਹੀਂ ਲਾਗੂ ਕਰਨਾ। ਮੇਰੀ ਗੱਲ ਤਾਂ ਸੁਣੋ। 30 ਦਿਨ ਦੇਖੋ, ਕਾਰਨ ਪਤਾ ਕੀ ਹੈ? 30 ਦਿਨਾਂ ਦੇ ਵਿੱਚ 30 ਹਲਕੇ ਕੱਢਦੇ ਨੇ ਸੁਖਬੀਰ ਬਾਦਲ ਸਾਹਿਬ ਨੇ। ਕਿਆ ਬਸ ਠੀਕ ਹੈ। ਹੈਲੋ, ਮੈਂ ਤਾਂ ਕਹਿ ਰਿਹਾ, ਦੇਖੋ ਜ਼ਿਆਦਾ ਨਹੀਂ, ਇੱਕ ਬੰਦਾ ਵੀ ਉੱਥੇ ਲੜਨਾ, 30 ਉਮੀਦਵਾਰ ਐਲਾਨੇ ਜਾਣੇ। ਕਿਤੇ ਇਦਾਂ ਨਹੀਂ ਕਿ ਕਾਕਾ ਹਾਂ ਬੱਚੇ ਦੇਖੋ, ਸਮਝੋ ਗੱਲ ਹੈ ਨਾ। ਤੁਸੀਂ ਕਹਿਣ ਵੀ ਉੱਥੇ ਫਸ ਕੇ ਬੈਠੇ ਰਹੋ, ਉੱਥੇ ਕੀ ਲੱਭਣਾ? ਦੇਖੋ ਬਾਹਰ ਜਾਣਗੇ, ਧੱਕਾ ਮੁੱਕੀ ਹੋਇਆ, ਭਾਵੇਂ ਲੋਕ ਹੀ ਕਰ ਦੇਣ, ਫੋਟੋ ਲੱਗੀ ਜੀ, ਇੱਧਰੋਂ ਉੱਧਰੋਂ ਕਿਸੇ ਨੂੰ ਵਿੰਗਾ ਟੇਢਾ ਜਿਹਾ ਬਿਆਨ ਦਿੱਤਾ, ਅਗਲੇ ਦਿਨ ਬਿਆਨ ਛਪਿਆ, ਹੋਰ ਕੁਛ ਨਹੀਂ। ਸ਼ਾਮ ਨੂੰ ਡਿਬੇਟ ਦੇ ਵਿੱਚ ਫੋਟੋ ਦੇ ਨਾਂ ਸੀ, ਫੋਨ ਤੇ ਹੀ ਅਗਲੇ ਨਾਲ ਇੱਕ ਰਾਂ ਸਿੱਧੇ ਹੋ ਗਏ, ਦੇਖਾਂਗੇ ਅਸੀਂ, ਫਿਰ ਕਰਦਾਂਗੇ ਅਸੀਂ, ਫਿਰ ਅੱਜ ਫਿਰ ਕੀਤਾ ਕਿ ਨਹੀਂ, ਵੇਖਿਓ ਫਿਰ ਕਰਦੇ। ਉਹ ਯਾਰ 4 ਲੋਕਾਂ ਨੂੰ ਪਤਾ ਲੱਗਦਾ ਵੀ ਅੱਛਾ ਯਾਰ ਸਾਡਾ ਲੀਡਰ ਵੀ ਬਾਬਾ ਬੋਲਦਾ ਅੱਜ ਕੱਲ੍ਹ। 1 ਮਹੀਨਾ ਤੁਸੀਂ ਅੰਦਰ ਤਾੜ ਦਿਓ, ਉਹ ਵਿਚਾਰੇ ਚੂਚਿਆਂ ਨੂੰ ਅੰਦਰ ਚੂੰ ਕਰਦੇ ਰਹਿਣ, ਬਾਹਰ ਕਿਸੇ ਨੂੰ ਪਤਾ ਲੱਗੇ ਨਾ। ਮਹੀਨੇ ਬਾਅਦ ਵੈਸੇ ਚੇਤਾ ਭੁੱਲ ਜੇ, ਭਾਈ ਯਾਰ ਸਾਡੇ ਵਾਲਾ ਐਮਐਲਏ ਨਹੀਂ ਦੀਦਾ, ਮਹੀਨਾ ਹੋ ਗਿਆ ਪਤਾ ਨਹੀਂ ਕਿੱਥੇ। ਇਸ ਕਰਕੇ ਉਹ ਚੀਜ਼ ਨਹੀਂ ਵਾਰਾ ਖਾਂਦੀ। ਜਿੱਦਾਂ ਦੀ ਲਾਈਵ ਕਰਾਉਣਾ, ਟੈਲੀਕਾਸਟ ਲਾਈਵ ਕਰਾਉਣਾ ਮਹੀਨਾ, ਲੋਕੀ ਦੇਖਣਗੇ।
ਸੁਣਨਗੇ ਲੋਕੀ ਤੁਹਾਡੇ। ਹੁਣ ਨਵਾਂ ਸਿਆਪਾ ਪਾਉਣ ਲੱਗੇ ਗੱਲ। ਨਵਾਂ ਅਸੀਂ ਦੇਖਣਾ ਕਿ ਸੌਂਦਾ ਕਿਹੜਾ, ਫੋਨ ਤੇ ਕਿਹੜਾ ਲੱਗਾ। ਤੇ ਫਿਰ ਹੁਣ ਗੱਲਾਂ ਮਾੜੀਆਂ ਨਾ ਆ ਤੇ ਬੈਠ ਸਾਹਿਬ ਵੇਖੋ, ਪਹਿਲਾਂ ਮੈਂ ਤੁਹਾਡੀ ਇੱਕ ਨਜਿੱਠੀ ਗੱਲ ਹੁਣ ਤੁਸੀਂ ਨਵਾਂ ਸਿਆਪਾ ਪਾਉਣ ਨੇ ਗੱਲ। ਨਹੀਂ ਚਲੋ ਮਹੀਨਾ ਕਿ ਉੱਥੇ ਕੈਮਰੇ ਲਾ ਕੇ ਤੇ ਮੁੜ ਕੇ ਆਖਣਾ ਕੀ ਆ ਯਾਰ ਤੇਰਾ ਭਲਾ, ਉੱਠ ਕੇ ਚੱਲੀਏ ਓਏ ਚੱਲਦੇ ਆ ਯਾਰ, ਆ ਕੈਮਰੇ ਵਾਲਾ ਨਹੀਂ ਪਾਸੇ ਕਰਨ ਡਿਆ ਆਪਣੇ ਨਾਲ। ਹੋ ਸਕਦਾ ਜਿਹੜਾ ਬੰਦਾ ਕੈਮਰੇ ਆਪਰੇਟ ਕਰਦਾ ਉਹਨੂੰ ਉਹਦੇ ਤੇ ਰਿਸ਼ਤੇਦਾਰੀ ਕਰੀ, ਯਾਰ ਮੇਰੇ ਵੱਲ ਨਾ ਕਰਿਆ ਕਰੀ, ਮੈਂ 12 ਤੋਂ 2 ਸੌਣਾ ਹੁੰਦਾ ਹੀ, ਮੈਂ ਦੁਪਹਿਰ ਨੂੰ ਘੜੀ ਕਿ ਨਾ ਮਾੜੀ ਜੀ ਆਹੋ ਨੀਂਦਰ ਆਉਂਦੀ ਜੇ। ਉਹਦੇ 'ਚ ਹੋਣਾ ਪਤਾ ਕੀ ਹੈ, ਜੇ ਮੰਨ ਲਓ 30 ਦਿਨ ਤੁਸੀਂ ਚਲਾ ਵੀ ਲਓ ਨਾ, 6-7 ਦਿਨ ਤੇ ਟੇਬਲ ਭਰੇ ਹੋਣੇ ਆ, 8ਵੇਂ ਦਿਨ ਤਾਂ ਹੌਲੀ ਹੌਲੀ ਖਾਲੀ ਹੋਣੇ, ਤੇ 28ਵੇਂ 29ਵੇਂ ਦਿਨਾਂ ਤੱਕ ਤੇ ਹੋ ਸਕਦਾ ਵੀ ਸਪੀਕਰ ਸਾਹਿਬ ਡੀਕੇ ਕਰਨ ਯਾਰ ਆਇਆ ਨਹੀਂ, ਕੋਈ ਕੋਰਮ ਨਹੀਂ ਪੂਰਾ ਇੱਥੇ, ਮੈਂ ਇਕੱਲਾ ਹੀ ਬੋਲਾਂ। ਸੋ ਇਸ ਕਰਕੇ ਇਹ ਤੇ ਆਪਾਂ ਆਸ ਨਾ ਰੱਖੀਏ ਇਹਨਾਂ ਤੋਂ। ਪਰ ਚਲੋ ਸਿੱਧੂ ਸਾਹਿਬ ਨੇ ਆਪਣੇ ਤੌਰ ਦੇ ਉੱਪਰ ਜਿਹੜੀ ਚੀਜ਼ ਦੀ ਡਿਮਾਂਡ ਰੱਖੀ ਹੈ, ਉਹਨਾਂ ਨੇ ਡਿਮਾਂਡ ਸਹੀ ਰੱਖੀ ਹੈ, ਪਰ ਮੈਨੂੰ ਇਹ ਲੱਗਦਾ ਵੀ ਜਿਸ ਢੰਗ ਨਾਲ ਰੱਖੀ ਉਸ ਹਿਸਾਬ ਨਾਲ ਮੁੱਖ ਮੰਤਰੀ ਸਾਹਿਬ ਤੇ ਮੰਨਣ ਵਾਲੇ ਹੈ ਨਹੀਂ ਮੰਨਣ ਵਾਲੇ। ਹੁਣ ਉਹਨਾਂ ਨੇ ਇੱਕ ਗੱਲ ਕੀਤੀ, ਮੈਨੂੰ ਚੇਤਾ ਆ ਗਿਆ, ਉਹ ਕਹਿੰਦੇ 2003 ਦੇ ਐਕਟ ਤਹਿਤ, ਇਹ ਨਹੀਂ ਕਿਹਾ ਕਿ ਕਰੋ, 2003 ਦੇ ਬਿਜਲੀ ਐਕਟ ਤਹਿਤ ਤੁਸੀਂ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਆਖੋ ਕਿ ਬਿਜਲੀ ਉੱਥੋਂ ਹੀ ਖਰੀਦੋ ਜਿੱਥੋਂ ਸਸਤੀ ਮਿਲਦੀ ਹੈ। ਯਾਨੀ ਜਿਹੜੇ PPA ਕੀਤੇ, ਪਾਵਰ ਪਰਚੇਜ਼ ਐਗਰੀਮੈਂਟ, ਬਿਜਲੀ ਸਮਝੌਤੇ, ਕਿ ਤੁਸੀਂ 2003 ਦੇ ਐਕਟ ਤਹਿਤ ਉਹਨਾਂ ਤੋਂ ਬਿਨਾਂ ਖਰੀਦ ਸਕਦੇ ਹੋ, ਜਿੱਥੋਂ ਸਸਤੀ ਮਿਲਦੀ ਹੈ ਖਰੀਦ ਸਕਦੇ ਹੋ। ਤੇ ਜੇ ਸੱਚੀ ਮੁੱਚੀ, ਮੈਨੂੰ ਨਹੀਂ ਪਤਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਤਰਕਸੰਗਤ ਹੈ ਕਿ ਨਹੀਂ, ਉਹਨੂੰ ਕਾਨੂੰਨੀ ਤੌਰ ਤੇ ਕੋਈ ਚੈਲੰਜ ਕਰ ਸਕਦਾ ਕਿ ਨਹੀਂ। ਜੇ 2003 ਦੇ ਐਕਟ ਤਹਿਤ ਸਸਤੀ ਬਿਜਲੀ ਖਰੀਦੀ ਜਾ ਸਕਦੀ ਹੈ, ਜੇ 50,000 ਕਰੋੜ ਕਿਹਾ ਨਾ ਉਹਨਾਂ ਨੇ, ਜੇ ਉਹ ਰੁਪਈਏ ਸਰਕਾਰ ਦੇ, ਲੋਕਾਂ ਦੇ ਨਹੀਂ ਮੈਂ ਕਹਿੰਦਾ, ਜੇ ਉਹ ਬਚ ਸਕਦੇ ਆ, ਤਾਂ ਸੰਧਾਲੀਆ ਸਾਹਿਬ ਤੁਸੀਂ ਇਹ ਗੱਲ ਦੇਖੋ, ਜੇ 2 ਰੁਪਈਏ ਯੂਨਿਟ ਲੋਕਾਂ ਨੂੰ ਸਸਤੀ ਮਿਲ ਸਕਦੀ ਹੈ, ਮੈਂ ਕਹਿੰਦਾ ਕਿ 50,000 ਕਰੋੜ ਰਹਿਣ ਦਿੰਨੇ ਆ, ਆਪਾਂ 13,000 ਕਰੋੜ ਹੀ ਮੰਨ ਲੈਂਦੇ ਆ। ਪਿੰਡ ਕਿੰਨੇ ਨੇ ਪੰਜਾਬ 'ਚ? ਨਹੀਂ ਉਹ ਗੱਲ ਕਰੋੜ ਆ ਗਿਆ ਕਿ ਨਹੀਂ ਆ ਗਿਆ? ਵੈਸੇ ਹੀ ਗੱਲ ਹੀ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਦੇਖੋ ਕਾਰਨ ਹੈ ਵੀ ਇਹ ਤੁਸੀਂ ਦੇਖ ਰਹੇ ਇੱਕ ਪਾਸਾ ਸਿੱਕੇ ਦਾ। ਨਹੀਂ ਮੈਂ ਇਹੀ ਕਹਿੰਦਾ ਜੇ ਚੈਲੰਜ ਨਹੀਂ ਹੁੰਦਾ ਤਾਂ। ਨਹੀਂ ਮੈਂ ਦੂਜਾ ਪਾਸਾ ਵੀ ਵਿਖਾ ਰਿਹਾ। ਦੂਜਾ ਪਾਸਾ ਇਹ ਆ ਵੀ ਮਹੀਨੇ ਕਿੰਨੇ ਰਹਿ ਗਏ ਇਲੈਕਸ਼ਨਾਂ 'ਚ, ਤੇ ਜੇ ਮੰਨ ਲਓ ਕਰੋੜ ਰੁਪਈਆ ਲੈਣ ਵਾਲਾ ਵਕੀਲ ਵੀ ਅਸੀਂ ਕਰ ਲਈ ਜਿਹੜਾ ਮਹੀਨੇ ਦਾ ਕਰੋੜ ਰੁਪਈਆ ਲਵੇ, ਮੰਨ ਲਓ ਮੈਂ ਕੰਪਨੀ ਵਾਲਾ, ਮੈਂ ਨਾ ਵੀ ਕਰੋੜ ਰੁਪਈਆ ਦਿਆਂਗੇ ਮਿੱਤਰਾ, ਤੇਰਾ ਕੰਮ ਵਾ ਲੱਤਾਂ ਡਾ ਕੇ ਰੱਖਣੀਆਂ ਵੀ ਫਰਵਰੀ ਤੱਕ ਤੂੰ ਇਹ PPA ਨਹੀਂ ਰੱਦ ਹੋਣ ਦੇਣੇ, ਭਾਵੇਂ ਸਟੇ ਲੈ, ਭਾਵੇਂ ਪੁੱਠਾ ਲਟਕ, ਜੋ ਮਰਜ਼ੀ ਕਰ। ਠੀਕ ਹੈ। ਜੇ 6 ਕਰੋੜ ਲਾ ਕੇ ਉਹ 50 ਕਰੋੜ ਆਉਂਦਾ ਤੇ ਫਿਰ ਅਸੀਂ ਏਡੀ ਸੌਖੇ ਤੇ ਨਹੀਂ ਨਾ ਮਤਲਬ ਜਾਣ ਦਿਆਂਗੇ ਸਰਕਾਰ ਨੂੰ। ਨਹੀਂ ਫਿਰ ਵੈਸੇ ਗੱਲ ਕਰਨਾ, ਨਹੀਂ ਗੱਲ ਤਾਂ ਕਹਿੰਦਾ ਅਗਲਾ ਨੇ ਇਦਾਂ ਕਰਨਾ। ਫਿਰ ਤੁਸੀਂ ਕਹਿਣਾ ਸੁਖਜਿੰਦਰ ਸਿੰਘ ਰੰਧਾਵਾ ਟਵੀਟ ਕਰਦੇ ਆ ਕਿ ਆਪਣੀ ਕਾਨੂੰਨੀ ਟੀਮ ਜਿਹੜੀ ਲਾ ਕੇ ਪਰੇ ਮਾਰੋ। ਉਹ ਤਾਂ ਯਾਰ 3 ਸਾਲਾਂ ਤੋਂ ਆਖੀ ਜਾਂਦੇ ਉਹਨਾਂ ਨੂੰ ਕੁਝ ਹੋਇਆ ਕਿਉਂ ਅਸੀਂ ਲਾਏ? ਤੁਸੀਂ ਇਦਾਂ ਕਹੋ ਅਸੀਂ ਲਾਏ। ਮੈਂ ਮੇਰੇ ਹੱਥ ਹੁੰਦਾ ਤੇ ਮੈਂ ਥੋੜਾ ਕਰ ਸਕਦਾ, ਮੈਂ ਤਾਂ ਇਹ ਗੱਲ ਹੀ ਕਰਦਾ ਵੀ ਜੇ 3 ਸਾਲਾਂ ਦੇ ਨਹੀਂ ਜਿਹੜੀ ਚੀਜ਼ ਹੋਈ ਉਹ ਹੁਣ 6 ਮਹੀਨੇ ਥੋੜਾ ਹੋ ਜਾਣੀ ਹੈ, ਪਰ 6 ਮਹੀਨੇ 'ਚ ਇਹ ਗਰਾਰੀ ਤੇ ਫਸ ਸਕਦੀ ਨਹੀਂ। ਮੰਨ ਲਓ ਸਵੇਰੇ ਹੀ ਕਰ ਦਿੰਦੇ, 3 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਜੀ, 4 ਨੂੰ ਰੱਦ ਜੀ, ਅਖਬਾਰਾਂ 'ਚ ਆ ਗਿਆ, ਮੀਡੀਆ ਤੇ ਆ ਗਿਆ, 2 ਦਿਨ ਆਪਾਂ ਦੋਵੇਂ ਭਰਾ ਡਿਬੇਟ ਕਰ ਲਾਂਗੇ, 5 ਤਰੀਕ ਨੂੰ ਆਪਾਂ ਪਤਾ ਕੀ ਖਬਰ ਦੇਣੀ ਹੈ, ਸੁਪਰੀਮ ਕੋਰਟ 'ਚ ਚੈਲੰਜ ਕੀਤਾ ਜਾ ਕੇ ਉਹਨਾਂ ਦੇ ਸੁਪਰੀਮ ਕੋਰਟ ਨੇ ਸਟੇ ਆਰਡਰ ਦਿੱਤਾ। ਉਹ ਕਹਿੰਦੇ ਵੀ PPA ਜਿਉਂ ਹੈ ਜਿਵੇਂ ਹੈ ਦੇ ਤਹਿਤ ਐਜ਼ ਇਟ ਇਜ਼ ਰੱਖੇ ਜਾਣ ਫੈਸਲੇ ਤੱਕ। ਤੇ ਫੈਸਲੇ ਤਰੀਕ ਨਹੀਂ ਪਾਈ ਹੈ ਜੀ, 13 ਨਵੰਬਰ ਨੂੰ ਆਇਓ ਜੀ ਤਰੀਕ ਤੇ। ਉਹ ਗੱਲ ਹੀ ਹੈ। ਨਹੀਂ ਉਦੋਂ ਤੱਕ ਕੋਡ ਆਫ ਕੰਡਕਟ ਲੱਗ ਜੂ ਨਾ। ਮੈਂ ਤਾਂ ਤੁਹਾਨੂੰ ਤਾਂ ਹੀ ਕਹਿਣ ਡਿਆ ਵੀ ਜੇ 6 ਕਰੋੜ ਦੇ ਵਿੱਚ 50 ਕਰੋੜ ਬਚਦਾ ਤੇ ਵੀਰ ਜੀ ਹੋਰ ਕੀ ਚਾਹੀਦਾ। ਮੈਨੂੰ ਇੱਕ ਲੱਗਦਾ ਹੋਰ, ਮੈਨੂੰ ਲੱਗਦਾ ਕਿ ਜਿਹੜਾ 3 ਸਤੰਬਰ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਨਾ, ਉਹਦੇ ਵਿੱਚ ਜ਼ਰੂਰੀ ਕਹਿ ਲਓ, ਮਜਬੂਰੀ ਕਹਿ ਲਓ, ਮਤਾ ਆ ਜਾਣਾ ਕਾਨੂੰਨਾਂ ਨੂੰ ਰੱਦ ਕਰਨ ਦਾ ਜਾਂ ਕਾਨੂੰਨਾਂ 'ਚ ਸੋਧ ਕਰਨ ਦਾ। ਤੇ ਉਹਦੇ ਤੋਂ ਪਹਿਲਾਂ ਹੋ ਸਕਦਾ ਹੈ ਕਿ ਜਿਨ੍ਹਾਂ ਦੇ ਨਾਲ ਬਿਜਲੀ ਸਮਝੌਤੇ ਹੋਏ ਆ ਉਹ ਪਹਿਲਾਂ ਹੀ ਕਹਿ ਦੇਣ ਕਿ ਅਸੀਂ 20 ਜਾਂ 25% ਰੇਟ ਘਟਾ ਦਿੰਦੇ ਆ। ਲੱਗਦਾ ਹੈ ਇੱਦਾਂ ਹੋ ਸਕਦਾ ਹੈ, ਕਿਉਂਕਿ ਇਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੈ। ਕੈਪਟਨ ਸਾਹਿਬ ਨੇ ਕਹਿਣਾ ਕਿ ਸਿਰਾ ਮੇਰੇ ਸਿਰ ਵੱਜੇ। ਨਵਜੋਤ ਸਿੰਘ ਸਿੱਧੂ ਦੀ ਵੀਡੀਓ ਅੱਗੇ ਟਵੀਟ ਹੀ ਕਰਦੇ ਹੁੰਦੇ, ਐਤਕੀ ਵੀਡੀਓ ਆਈ ਹੈ, ਉਹਨਾਂ ਨੇ ਜਿੱਦਾਂ ਕੈਪਟਨ ਸਾਹਿਬ ਦੀਆਂ ਵੀਡੀਓ ਪਾਈਆਂ ਨਾ, ਕੈਪਟਨ ਸਾਹਿਬ ਤੁਹਾਡੀਆਂ ਵੀਡੀਓ ਨੇ, ਇੱਦਾਂ ਨਹੀਂ ਕਹਿ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ, ਉਹ ਕਹਿੰਦੇ ਜੀ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਆ ਤੁਹਾਡੀ ਵੀਡੀਓ ਆ, ਤੁਸੀਂ 5 ਰੁਪਈਏ ਇੰਡਸਟਰੀ ਨੂੰ ਤੇ 3 ਰੁਪਈਏ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਕਿਹਾ ਸੀ, ਆਪਾਂ ਦੇ ਦਈਏ। ਜੇ ਤੁਸੀਂ ਪਾਣੀਆਂ ਵਾਲੇ ਸਮਝੌਤੇ ਪਿਛਲੀ ਟਰਮ ਦੇ ਵਿੱਚ ਰੱਦ ਕਰ ਸਕਦੇ ਹੋ ਤੇ ਆ ਵੀ ਕੋਈ ਔਖੀ ਗੱਲ ਨਹੀਂ, ਜਾਂਬਾਜ਼ ਬਣੋ ਥੋੜ੍ਹਾ ਜਿਹਾ। ਹਾਂ ਨਹੀਂ, ਇਹਨੂੰ ਪੰਜਾਬੀ 'ਚ ਕਈ ਗੱਲਾਂ ਕਹਿੰਦੇ, ਮੈਂ ਨਹੀਂ ਕਹਿੰਦਾ ਉੱਦਾਂ, ਪਰ ਚਲੋ ਇੱਕ ਚੀਜ਼ ਹੈਗੀ ਆ, ਇਹ ਜੋ ਜਿਵੇਂ ਜਿੱਦਾਂ ਚੱਲ ਰਿਹਾ ਨਾ, ਇਹ ਕੁੱਲ ਮਿਲਾ ਕੇ ਹੈ ਤੇ ਸਿਆਸੀ ਤਿਕੜਮਾਈ। ਇਹ ਹੁਣ ਜਿਹਦੀ ਲੜ ਗਈ ਉਹਦਾ ਕੰਮ ਬਣ ਜਾਣਾ, ਜਿਹਦੀ ਨਾ ਲੜੀ ਉਹਦਾ ਗੱਲ ਰਹਿ ਜਾਣੀ ਆ। ਹੁਣ ਸਿਆਸੀ ਤਿਕੜਮਾਂ ਦੇ ਵਿੱਚ ਕਹਿੰਦੇ ਸੁਖਬੀਰ ਬਾਦਲ ਸਾਹਿਬ ਸਮਰਾਲੇ ਵੀ ਗਏ ਸੀ, ਉੱਥੇ ਇੱਕ ਰੈਲੀ ਤੇ ਹੋਈ ਨਹੀਂ ਤੇ ਇੱਕ ਕਰ ਲਈ, ਉੱਥੇ ਉਮੀਦਵਾਰ ਵੀ ਲਾਣਿਆ ਉਹਨਾਂ ਨੇ। ਪਰ ਇਹ ਨਹੀਂ ਮੈਨੂੰ ਸਮਝ ਆਈ ਵੀ ਜਦੋਂ ਐਲਾਨ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਵਾਲੇ ਪਾਸਿਓਂ, ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੇ ਪ੍ਰਚਾਰਿਆ ਵੀ ਬਈ ਹੋਰ ਨਹੀਂ ਕਿਸੇ ਦਾ ਵੀ ਵਿਰੋਧ ਕਰਨਾ, ਬਈ ਇਕੱਲੀ BJP ਦਾ ਕਰਨਾ ਬਈ ਵਿਰੋਧ, ਇਹ ਵੀ ਯਾਰ ਕਿਸਾਨ ਫਿਰ ਵਿਰੋਧ ਕਰੀ ਜਾਂਦੇ ਯਾਰ।
ਚੰਡੀਗੜ੍ਹ ਨਾ ਜਦੋਂ ਖੱਟਰ ਸਾਹਿਬ ਆਏ ਤਾਂ ਉੱਥੇ ਕਿਸਾਨ ਇਕੱਠੇ ਹੋਏ ਸੀ। ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਯਾਰ ਜਾਣੀ ਸਾਰਿਆਂ ਨੂੰ ਇਹਦਾ ਕਰੀ ਜਾਂਦੇ ਹੋ, ਜਾਣੀ ਉੱਥੇ ਆਮ ਬੰਦੇ ਸੀ, ਕਿਸਾਨਾਂ ਦਾ ਵੱਡਾ ਲੀਡਰ ਕੋਈ ਨਹੀਂ ਸੀ। ਉਹ ਕਹਿੰਦੇ ਜੀ ਜਦੋਂ ਨਾ ਸੰਯੁਕਤ ਕਿਸਾਨ ਮੋਰਚੇ ਦਾ ਅਸੀਂ ਸਾਰੇ ਹੀ ਫੈਸਲੇ ਮੰਨਦੇ ਹਾਂ। ਉਹ ਭਾਰਤ ਬੰਦ ਕਹਿੰਦੇ ਅਸੀਂ ਭਾਰਤ ਬੰਦ ਕਰਦੇ ਹਾਂ। ਉਹ ਸੜਕਾਂ ਦੇ ਕਿਨਾਰੇ ਤੇ ਖੜਨ ਨੂੰ ਕਹਿੰਦੇ ਅਸੀਂ ਖੜਦੇ ਹਾਂ। ਉਹ ਕਹਿੰਦੇ ਸਿਲੰਡਰ ਲੈ ਖੜ ਜਾਓ, ਅਸੀਂ ਖੜ ਜਾਂਦੇ ਹਾਂ। ਉਹ ਕਹਿੰਦੇ ਜੀ ਰਾਤ ਇੱਕ ਬਾਹਰ ਸੌਂ ਅਸੀਂ ਸੌ ਜਾਂਦੇ ਹਾਂ। ਉਹ ਕਹਿੰਦੇ ਜੀ ਕਾਲੀਆਂ ਝੰਡੀਆਂ ਦਿਖਾ ਦੇਣੇ। ਪਰ ਉਹ ਕਹਿੰਦੇ ਆ ਕਿ ਇਕੱਲਾ ਭਾਜਪਾ ਦਾ ਵਿਰੋਧ ਕਰਨਾ, ਪਰ ਸਾਨੂੰ ਨਾ ਜਿਹੜੇ ਉਹ ਲੱਕੜ ਦੇ ਬਕਸਿਆਂ 'ਚ ਬੰਦ ਹੋ ਕੇ ਕਿਸਾਨ ਪਿੰਡਾਂ 'ਚ ਆਉਂਦੇ ਆ, ਸਾਨੂੰ ਚੇਤੇ ਨਹੀਂ ਭੁੱਲਦੇ। ਅੱਜ ਇਹਨਾਂ ਦੇ ਸਿਰ ਪਾਟੇ ਆ, ਸਾਨੂੰ ਚੇਤੇ ਨਹੀਂ ਭੁੱਲਦੇ। ਉਹ ਕਹਿੰਦੇ ਜੀ ਗੱਲ ਇੱਕ ਹੈਗੀ ਆ ਕਿ ਸਾਨੂੰ ਐਂ ਲੱਗਦਾ ਕਿ ਸਾਨੂੰ ਸਿਆਸੀ ਪਾਰਟੀਆਂ ਡਰਾਮੇ ਕਰ ਕਰਕੇ ਦਿਖਾਉਂਦੀਆਂ, ਸਾਨੂੰ ਦੇਖ ਕੇ ਪਤਾ ਨਹੀਂ ਕੀ ਆ, ਕਚੀਚੀ ਜੀ ਆਉਂਦੀ ਉਸ ਲਈ ਤੇ ਅਸੀਂ ਫਿਰ ਵਿਰੋਧ ਕਰਨ ਲੱਗ ਪਈਦਾ। ਸਾਡੇ ਤੋਂ ਨਹੀਂ ਰਿਹਾ ਹੁੰਦਾ, ਉੱਦਾਂ ਹੀ ਫੈਸਲਾ ਬਾਕੀ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਬੰਦੇ। ਨਹੀਂ, ਇੱਕ ਗੱਲ ਹੋਰ ਵੀ ਹੈ ਨਾ, ਮੈਨੂੰ ਲੱਗਦਾ ਵੀ ਹੋ ਸਕਦਾ ਵੀ ਜੇ ਉਹਨਾਂ ਨੇ ਗੱਲ ਕਹੀ ਭਾਵੇਂ ਨਹੀਂ ਕਹੀ, ਲੌਜਿਕ ਤੇ ਇੱਕ ਹੈਗਾ ਵੀ ਜੇ ਆਪਾਂ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਹਾਂ ਜੀ, ਇੱਕ ਹੁੰਦਾ ਪ੍ਰੀ ਇਲੈਕਸ਼ਨ ਅਲਾਇੰਸ, ਇੱਕ ਹੁੰਦਾ ਪੋਸਟ ਇਲੈਕਸ਼ਨ ਅਲਾਇੰਸ। ਕਈਆਂ ਦਾ ਹੋਇਆ, ਹਰਿਆਣੇ 'ਚ ਗੁਆਂਢ 'ਚ ਉਦਾਹਰਨ ਵੀ ਹੈਗੀ, ਤੱਤੀ ਤਾਜੀ ਨਿੱਘੀ ਹੈ ਨਾ। ਹੁਣ ਮੰਨ ਲਓ ਵੀ ਇਸ ਵਕਤ ਤੇ ਅਕਾਲੀ ਬੀਜੇਪੀ ਆਖੀ ਜਾਂਦੇ ਵੀ ਨਹੀਂ ਜੀ ਨਹੀਂ, ਅੱਡੋ ਅੱਡ ਅਸੀਂ ਸਾਰਾ ਕੁਝ ਵੱਖੋ ਵੱਖਰਾ, ਇਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ। ਕੱਲ੍ਹ ਨੂੰ ਮੰਨ ਲਓ ਇਲੈਕਸ਼ਨ ਹੁੰਦੀ ਹੈ, ਉਦੋਂ ਕੋਈ ਤਿਕੜਮ ਜੀ 'ਚ ਵਾਧਾ ਘਾਟਾ ਜਾਂ ਕੋਈ ਇਹੋ ਜਿਹਾ ਪੇਚ ਫਸ ਜਾਂਦਾ ਵੀ 3-4 ਬੰਦੇ ਜੇ ਥੁੜਦੇ ਆ। ਅਗਰ ਕਹਿੰਦਾ ਵੀ ਠੀਕ ਹੈ ਜੀ ਬੀਜੇਪੀ ਫੁੱਲ ਸਪੋਰਟ ਕਰਦੀ ਹੈ ਅਕਾਲੀ ਦਲ ਨੂੰ, ਸੁਖਬੀਰ ਬਾਦਲ ਸਾਹਿਬ ਨੂੰ ਬਣਾਓ ਜੀ ਮੁੱਖ ਮੰਤਰੀ। ਅਗਰ ਕਹਿੰਦਾ ਜੀ ਬਹੁਤ ਧੰਨਵਾਦ ਜੀ, ਦੇਖੋ ਜੀ ਅਖੀਰ 9 ਮਾਸ ਦਾ ਰਿਸ਼ਤਾ ਦੁਬਾਰਾ ਹੋਇਆ, ਜੀਵਤ ਹੋਇਆ। ਉਦੋਂ ਵਿਚਾਰੇ ਪਿੰਡਾਂ ਵਾਲਿਆਂ ਕਿਹੜਾ ਵਿਧਾਨ ਸਭਾ ਜਾ ਕੇ ਪੂਛ ਫੜ ਲੈਣੀ ਕਿਸੇ ਦੀ ਵੀ ਯਾਰ ਨਾ ਹੀ ਸਮਝੌਤਾ ਨਹੀਂ ਹੋਣ ਦੇਣਾ। ਦੇਖੋ ਗੱਲ ਹੀ ਹੈ ਨਹੀਂ, ਬਹੁਤ ਸਾਰੀਆਂ ਉਦਾਹਰਨਾਂ। ਜੰਮੂ ਕਸ਼ਮੀਰ ਭਾਰਤ ਦੇ ਉੱਪਰਲੇ ਪਾਸੇ ਹੈ, ਉੱਥੇ ਡਟ ਕੇ ਇੱਕ ਦੂਜੇ ਦੇ ਖਿਲਾਫ ਚੋਣ ਲੜੀ ਸੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ, ਮਹਿਬੂਬਾ ਮੁਫਤੀ ਦੀ ਪਾਰਟੀ ਤੇ ਭਾਜਪਾ ਨੇ। ਚੋਣਾਂ ਦੇ ਵਿੱਚ ਬਹੁਮਤ ਕਿਸੇ ਨੂੰ ਨਹੀਂ ਮਿਲਿਆ, ਦੋਨੋਂ ਪਾਰਟੀਆਂ ਇਕੱਠੀਆਂ ਹੋ ਕੇ 2.5 ਸਾਲ ਸਰਕਾਰ ਚਲਾਉਂਦੀਆਂ ਰਹੀਆਂ। ਤੁਸੀਂ ਮਹਾਰਾਸ਼ਟਰ ਦੀ ਉਦਾਹਰਨ ਲੈ ਲਓ, ਸ਼ਿਵ ਸੈਨਾ ਨੇ, ਉਹਦੇ ਤੋਂ ਇਲਾਵਾ ਜਿਹੜੀ ਇਸ ਵੇਲੇ ਉੱਥੇ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਹੈ, ਇਹ ਦੋਵੇਂ ਧਿਰਾਂ, ਇੱਕ ਪਾਸੇ ਸ਼ਿਵ ਸੈਨਾ ਡਟ ਕੇ ਇੱਕ ਦੂਜੇ ਦਾ ਵਿਰੋਧ ਕਰਦੀਆਂ ਸੀ, ਇਸ ਲਈ ਸਾਂਝੀ ਸਰਕਾਰ ਹੈ। ਹੋਰ ਦੇਖੋ ਇਕੱਠੀ। ਹੋਰ ਤੁਸੀਂ ਇੱਕ ਉਦਾਹਰਨ ਦੇਖ ਲਓ ਬੜੀ ਕਮਾਲ ਦੀ, ਹਰਿਆਣੇ ਤੁਸੀਂ ਜੇਜੇਪੀ ਵਾਲੀ ਦੇ ਚੁੱਕੇ ਆ। ਸਭ ਤੋਂ ਵੱਧ ਜੇਜੇਪੀ ਦੇ ਉਮੀਦਵਾਰਾਂ ਨੇ ਪ੍ਰਚਾਰ ਕਿਹਦੇ ਖਿਲਾਫ ਕੀਤਾ ਸੀ? ਭਾਰਤੀ ਜਨਤਾ ਪਾਰਟੀ ਦੇ ਖਿਲਾਫ। ਇੱਕ ਐਗਜ਼ਾਮਪਲ ਤੁਸੀਂ ਹੋਰ ਦੇਖੋ, ਬਿਹਾਰ ਦੇ ਵੀ ਦੇਖੋ, ਬਿਹਾਰ ਦੀ ਨਿਤਿਸ਼ ਵਾਲੀ। ਉਹ ਤਾਂ ਚਲੋ ਪਹਿਲਾਂ ਬਾਅਦ ਚ ਇਕੱਠੇ ਕੁੱਠੇ ਹੋ ਕੇ ਰਲ ਰੁਲ ਜਾਂਦੇ ਹੁੰਦੇ ਜਿੱਦਾਂ ਵੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਸਾਡੇ ਕੋਲੇ ਉਦਾਹਰਣ ਹੈ, ਬਹੁਜਨ ਸਮਾਜ ਪਾਰਟੀ ਦਾ ਅਕਾਲੀਆਂ ਨਾਲ ਗੱਠਜੋੜ ਹੈ। ਉਹਨਾਂ ਨੇ ਭਾਜਪਾ ਦੇ ਨਾਲ ਗੱਠਜੋੜ ਕਰਕੇ 6-6 ਮਹੀਨੇ ਵਾਲੀ ਸਰਕਾਰ ਬਣਾਈ ਸੀ, ਮੁੜ ਕੇ ਜਦੋਂ 6 ਮਹੀਨਿਆਂ ਬਾਅਦ ਕੁਰਸੀ ਨਹੀਂ ਸੀ ਛੱਡੀ। ਦਿੱਲੀ ਦੀ ਉਦਾਹਰਨ ਦੇਖ ਲਓ, ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਇਲੈਕਸ਼ਨ ਲੜੀ ਹੈ, ਜਿਹਦੇ ਬਾਬਤ ਸੁਖਬੀਰ ਸਿੰਘ ਬਾਦਲ ਹੁਣ ਵੀ ਕਹਿੰਦੇ ਕੇਜਰੀਵਾਲ ਸਾਹਿਬ ਨੇ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਧੀ, ਮੁੜ ਕੇ ਦੇਖੋ ਕੀ ਕੀਤਾ ਹੀ। ਉਦੋਂ ਕਿਹਾ ਗਿਆ ਸੀ ਕਿ ਭਾਈ ਅਸੀਂ ਕਿਸੇ ਪਾਸੇ ਨਹੀਂ ਜਾਂਦੇ, ਕਾਂਗਰਸ ਸਾਡੇ ਲਈ ਸਭ ਤੋਂ ਮਾੜੀ ਹੈ। ਬਾਅਦ ਵਿੱਚ ਕਾਂਗਰਸ ਦੇ ਨਾਲ ਹੀ ਸਮਝੌਤਾ ਕਰਕੇ ਥੋੜੇ ਦਿਨਾਂ ਵਾਲੀ ਸਰਕਾਰ ਜਿਹੜੀ ਬਣਾਈ ਸੀ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਕੋਈ ਸੰਭਾਵਨਾ ਇੱਧਰ ਜਾਂ ਉੱਧਰ ਹੋ ਜੂਗੀ, ਪਰ ਸਾਡੇ ਕੋਲੇ ਭਾਰਤ ਦੇ ਵਿੱਚ ਪ੍ਰਤੱਖ ਐਗਜ਼ਾਮਪਲਸ, ਉਦਾਹਰਣਾਂ ਹੈਗੀਆਂ। ਸਮਰਾਲੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਕੈਂਡੀਡੇਟ ਐਲਾਨ ਦਿੱਤਾ, ਉਮੀਦਵਾਰ ਨਹੀਂ ਜੀ ਕਹਿੰਦੇ ਸਾਡੇ, ਠੀਕ ਹੈ, ਵਿਰੋਧ ਕਿਸੇ ਨੇ ਨਹੀਂ ਕੀਤਾ। ਜਿਹੜਾ ਖੀਰਨੀਆ ਪਰਿਵਾਰ ਵਿਰੋਧ ਕਰਦਾ ਸੀ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਿਆ, ਇਸ ਕਰਕੇ ਵਿਰੋਧ ਕੋਈ ਨਹੀਂ। ਪਰ ਸ਼ਹਿਰ ਦੇ ਅੰਦਰ ਜਿਹੜਾ ਇਕੱਠ ਕਰਨਾ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਹ ਨਹੀਂ ਕੀਤਾ। ਪਰ ਬਾਹਰਲੇ ਪਾਸੇ ਇੱਕ ਵੱਡਾ ਇਕੱਠ ਤੇ 5 ਛੋਟੀਆਂ ਜਿਹੜੀਆਂ ਮੀਟਿੰਗਾਂ ਉਹਨਾਂ ਨੇ ਅਟੈਂਡ ਕੀਤੀਆਂ। ਕਿਸਾਨਾਂ ਨੇ ਠੋਕ ਕੇ ਵਿਰੋਧ ਵੀ ਕੀਤਾ। ਉਹ ਕਹਿੰਦੇ ਜੀ ਦੇਖੋ ਅਸੀਂ ਸਵਾਲ ਪੁੱਛਣੇ ਆ, ਸਾਨੂੰ ਜਵਾਬ ਦੇਣ, ਪਰ ਐਤਕੀ ਉੱਥੇ ਗਏ ਨਹੀਂ ਸੁਖਬੀਰ ਸਿੰਘ ਬਾਦਲ ਸਾਹਿਬ। ਹਾਂ, ਇੱਕ ਨਵਾਂ ਟ੍ਰੈਂਡ ਜਿਹੜਾ ਚੱਲ ਪਿਆ, ਕਿਸਾਨ ਜਿੱਥੇ ਖੜ ਕੇ ਨਾਅਰੇਬਾਜ਼ੀ ਕਰਦੇ ਹੁੰਦੇ ਹੁਣ ਅਕਾਲੀ ਦਲ ਦੇ ਖਿਲਾਫ, ਖੇਤੀ ਕਾਨੂੰਨਾਂ ਦੇ ਖਿਲਾਫ, ਉੱਥੇ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਉਹਨਾਂ ਤੋਂ ਉੱਚੀ ਆਵਾਜ਼ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ। ਹੁਣ ਦੇਖਦੇ ਆ ਸੰਧਾਲੀਆ ਸਾਹਿਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਜਿਹੜੀਆਂ ਉਹ ਰੈਲੀਆਂ ਹੋਣਗੀਆਂ, ਉਮੀਦਵਾਰ ਐਲਾਨੇ ਜਾਣ ਦੀ ਪ੍ਰਕਿਰਿਆ ਹੋਏਗੀ, ਉਹ ਕਿੱਧਰ ਨੂੰ ਵੱਧਦੀ ਹੈ। ਵੈਸੇ ਸਿਕੰਦਰ ਸਿੰਘ ਮਲੂਕਾ ਸਾਹਿਬ ਵਾਲਾ ਮਸਲਾ ਜੇ ਗਰਮੀ ਹੈ, ਉਹਨਾਂ ਨੂੰ ਟਿਕਟ ਦੇ ਦਿੱਤੀ ਸੀ ਰਾਮਪੁਰਾ ਫੂਲ ਤੋਂ ਕਿ ਭਾਈ ਤੁਸੀਂ ਉੱਥੋਂ ਇਲੈਕਸ਼ਨ ਲੜ ਲਓ। ਉਹ ਕਹਿੰਦੇ ਨਹੀਂ, ਉੱਥੋਂ ਗੁਰਪ੍ਰੀਤ ਚੋਣ ਲੜੇਗਾ। ਗੁਰਪ੍ਰੀਤ ਸਿੰਘ ਮਲੂਕੇ ਦੀ ਗੱਲ ਕਰਦਾ, ਤੁਸੀਂ ਐਵੇਂ ਨਾ ਕਿਤੇ ਐ ਕੋਟ ਇਹਦੇ ਦਾ ਕਰਨ ਲੱਗ ਪਿਓ। ਨਹੀਂ, ਮੈਂ ਤਾਂ ਲੜ ਨਹੀਂ ਸਕਦਾ। ਦੇਖੋ ਉਹਨਾਂ ਨੇ ਜ਼ਿਕਰ ਕੀਤਾ, ਤੁਸੀਂ ਕਿਉਂ ਲੜ ਸਕਦੇ? ਉਹ ਕਹਿੰਦੇ ਵੀ ਉਹਨਾਂ ਨੇ ਉੱਥੇ ਕੰਮ ਕੀਤਾ ਵੀ ਜੀ, ਮੈਂ ਕੰਮ ਥੋੜਾ ਕੀਤਾ, ਮੈਂ ਮੋੜ ਕੀਤਾ ਕਹਿੰਦੇ। ਹਾਂ, ਉਹ ਕਹਿੰਦੇ ਮੈਂ ਵੀ ਨਹੀਂ ਉੱਥੇ ਕੰਮ ਕੀਤਾ। ਹੁਣ ਜਦੋਂ ਮੈਂ ਕੰਮ ਨਹੀਂ ਕੀਤਾ ਤੇ ਫਿਰ ਉੱਥੇ ਇਲੈਕਸ਼ਨ ਕਿੱਦਾਂ ਲੜਨੀ? ਉੱਥੇ ਤੇ ਫਿਰ ਉਹੀ ਲੜਨਗੇ ਇਲੈਕਸ਼ਨ। ਇਹਦਾ ਮਤਲਬ ਇਹ ਹੋਗਾ ਵੀ ਇੱਕ ਤੇ ਇੱਧਰੋਂ ਫਿੱਟ ਹੋ ਗਈ ਆ, ਮੌੜ ਵਾਲੀ ਦਾ ਬਾਰੇ ਸੋਚੋ ਪ੍ਰਧਾਨ ਜੀ, ਇੱਦਾਂ ਨਾ ਕਰੋ। ਤੁਸੀਂ ਦੇਖੋ ਕਮਾਲ ਦੀ ਗੱਲ ਕਿ ਪਾਰਟੀਆਂ ਦੇ ਲੀਡਰ ਹੁਣ ਬਾਹਰ ਆ ਕੇ ਬੋਲਦੇ ਆ। ਪਿਛਲੇ ਦਿਨੀ ਅਕਾਲੀ ਦਲ ਨੇ ਜਲੰਧਰ ਸੈਂਟਰਲ ਤੋਂ ਜਦੋਂ ਟਿਕਟ ਦਿੱਤੀ ਹੈ, ਉਹਦੇ ਤੋਂ ਬਾਅਦ ਕਮਲਜੀਤ ਸਿੰਘ ਭਾਟੀਆ ਬੋਲਿਆ ਕਿ ਭਾਈ ਆਹ ਕੀ ਗੱਲ ਹੋਈ। ਹੁਣ ਇਧਰਲੇ ਪਾਸਿਓਂ ਜਦੋਂ ਆ ਕੇ
ਟਿਕਟ ਜਿਹਨੂੰ ਦਿੱਤੀ ਹੈ ਉਹ ਬੰਦਾ ਬੋਲਿਆ ਕਿ ਭਾਈ ਇੱਥੋਂ ਤਾਂ ਮੇਰੇ ਮੁੰਡੇ ਨੇ ਲੜਨਾ ਹੈ। ਕਹਿੰਦੇ ਉੱਥੋਂ ਗੁਰਪ੍ਰੀਤ ਸਿੰਘ ਮਲੂਕਾ ਹੀ ਚੋਣ ਲੜਨਗੇ, ਉਹਨਾਂ ਨੇ ਉੱਥੇ ਕੰਮ ਕੀਤਾ ਹੈ। ਹੁਣ ਪਤਾ ਇਹ ਲੱਗਿਆ ਕਿ ਮੌੜ ਵਾਲਾ ਜਿਹੜਾ ਹਲਕਾ ਹੈ, ਹੋ ਸਕਦਾ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਦਿੱਤਾ ਜਾਵੇ, ਹੋ ਸਕਦਾ ਹੈ। ਚਰਚਾ ਚੱਲਦੀ ਹੈ ਕਿਉਂਕਿ ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਫਿੱਟ ਐਡਜਸਟ ਕਰਨਾ ਨਾ, ਅਕਾਲੀ ਦਲ ਦੇ ਵਿੱਚ ਆਏ ਨੇ। ਹੁਣ ਜੇ ਮੌੜ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਆ ਤਾਂ ਮਲੂਕਾ ਸਾਹਿਬ ਕਹਿੰਦੇ ਪਹਿਲਾਂ ਮਾੜਾ ਜਿਹਾ ਵਰਕਰਾਂ ਨੂੰ ਪੁੱਛ ਲਿਆ ਜਾਵੇ ਤਾਂ ਚੰਗਾ ਹੈ, ਬਾਕੀ ਖੜੇ ਆ ਜਿੱਥੇ ਪਾਰਟੀ। ਪਰ ਅਕਾਲੀ ਦਲ ਜਦੋਂ ਪਹਿਲਾਂ ਟਿਕਟਾਂ ਵੰਡ ਰਿਹਾ ਹੈ, ਐਨ ਮੌਕੇ ਦੇ ਉੱਤੇ ਆ ਕੇ, ਕਿਉਂਕਿ ਸਿਕੰਦਰ ਸਿੰਘ ਮਲੂਕਾ ਸਾਹਿਬ ਵੈਸੇ ਸੋਚਦੇ ਵਿਚਾਰਦੇ ਤਾਂ ਹੋਣਗੇ। ਪਿਛਲੀ ਵਾਰ ਇਸੇ ਬਾਦਲ ਪਰਿਵਾਰ ਦੇ ਵਿੱਚੋਂ ਇੱਕ ਬਹੁਤ ਵੱਡੀ ਲੀਡਰ ਸਾਹਿਬਾਂ ਨੇ ਉੱਥੇ ਆਉਣਾ ਸੀ ਉਹਨਾਂ ਦੇ ਹਲਕੇ 'ਚ। ਉੱਥੇ ਕੁਝ ਬੇਰੁਜ਼ਗਾਰ ਅਧਿਆਪਕ ਚਲੇ ਗਏ ਸੀ, ਸਾਡੀਆਂ ਮੁਟਿਆਰਾਂ ਪੰਜਾਬ ਦੀਆਂ ਧੀਆਂ ਜਿਹੜੀਆਂ। ਤੇ ਮਲੂਕਾ ਸਾਹਿਬ ਦੀ ਉਹ ਵੀਡੀਓ ਤਾਂ ਸਾਰਿਆਂ ਨੇ ਦੇਖੀ ਹੋਣੀ ਆ। ਉਦੋਂ ਇਹ ਪਾਰਟੀ ਦੇ ਸਿਰਮੌਰ ਲੀਡਰਾਂ ਦੇ ਵਿੱਚੋਂ ਹੁੰਦੇ ਸੀ। ਤੇ ਮਲੂਕਾ ਸਾਹਿਬ ਅੱਜ ਜਿਹੜੇ ਹਲਕੇ ਤੋਂ ਟਿਕਟ ਭਾਲਦੇ ਹੋ ਤੇ ਉਸ ਹਲਕੇ ਤੋਂ ਸ਼ਾਇਦ ਟਿਕਟ ਹੁਣ ਨਾ ਮਿਲੇ, ਪਰ ਉਹ ਬੱਚੇ ਵੀ ਤਾਂ ਖਬਰਾਂ ਪੜ੍ਹਦੇ ਹੋਣੇ, ਬੱਚੇ ਵੀ ਤਾਂ ਤੁਹਾਡੀ ਵੀਡੀਓ ਦੇਖਦੇ ਹੋਣੇ। ਉਦੋਂ ਉਹ ਰੋਂਦੇ ਸੀ, ਉਹ ਕਰਲਾਉਂਦੇ ਸੀ, ਉਹਨਾਂ ਨੂੰ ਧੱਕੇ ਪੈਂਦੇ ਸੀ। ਆਹ ਨਹੀਂ ਆਹੋ ਕੋਈ ਨਹੀਂਗਾ, ਜਿਹੜਾ ਬਿਆਨ ਉਹਨਾਂ ਨੇ ਦਿੱਤਾ ਉਹ ਇਸੇ ਕਰਕੇ ਦਿੱਤਾ ਵੀ ਵੀਰ ਜੀ ਮੈਂ ਤੜਿੰਗ ਜੇ, ਠੀਕ ਹੈ, ਮੈਨੂੰ ਟਿਕਟ ਨਹੀਂ ਦੇਣੀ, ਜਿਹਨੂੰ ਤੁਸੀਂ ਟਿਕਟ ਦੇਣੀ ਵੀ ਹੈ ਨਾ ਉਹ ਆਪਣਾ ਪੜਿਆ ਵਿਚਾਰ ਕੇ ਆਵੇ। ਇਹ ਇਨਡਾਇਰੈਕਟ ਮਤਲਬ ਇਹ ਹੁੰਦਾ ਲੀਡਰ ਦਾ। ਐਡੀ ਛੇਤੀ ਕਿਤੇ ਦਿਲ ਛੱਡਣ ਲੱਗੇ ਲੀਡਰ, ਫਿਰ ਤੇ ਸਰ ਗਿਆ। ਅੱਛਾ ਹੋਰ ਸੁਣੋ, ਹੁਣ 20 ਸਤੰਬਰ ਨੂੰ ਅੰਮ੍ਰਿਤਸਰ ਜਾਣਾ ਪੈਣਾ ਸੀਐਮ ਸਾਹਿਬ ਨੂੰ। ਅੱਛਾ ਜੀ। ਕਿਉਂਕਿ ਕਾਰਜਕਾਰੀ ਜਥੇਦਾਰ ਨੇ ਧਿਆਨ ਸਿੰਘ ਮਾਂਡੂ ਰਹੀ, ਉਹਨਾਂ ਨੇ ਪਹਿਲਾਂ ਤੇ ਉਹ ਪਿਛਲੇ ਦਿਨੀ ਮੰਤਰੀ ਸਾਹਿਬਾਨ ਤੇ ਐਮਐਲਏ ਸਾਹਿਬਾਨ ਨੂੰ ਚਿੱਠੀ ਲਿਖੀ ਸੀ ਵੀ ਭਾਈ ਸਾਹਿਬ ਉਹ ਤੁਸੀਂ ਮੋਰਚੇ ਤੇ ਵਾਅਦੇ ਕੀਤੇ ਸੀ, ਉਹ ਮੁੜ ਕੇ ਕੁਝ ਬਣਿਆ ਨਹੀਂ। ਤਰਾਜ ਹੈ ਕਾਹਦਾ? ਜਾਣਗੇ ਤੁਸੀਂ ਗੱਲ ਇੱਥੋਂ ਹੀ ਸ਼ੁਰੂ ਕਰਿਓ। ਅੰਮ੍ਰਿਤਸਰ ਜਾਣਾ, ਅੰਮ੍ਰਿਤਸਰ ਬਹੁਤ ਵੱਡਾ। ਅੰਮ੍ਰਿਤਸਰ ਕਿੱਥੇ ਕਿ ਜਾਣਾ ਹੀ, ਜਾਣੀ ਕਿਤੇ ਵੀ ਕੋਈ ਬੰਦਾ, ਤੁਸੀਂ ਵੀ ਮੈਨੂੰ ਸੱਦਦੇ ਹੋ, ਤੁਸੀਂ ਕਿਸੇ ਆਪਣੇ ਬਰਾਬਰ ਦੇ ਬੰਦੇ ਨੂੰ ਸੱਦਦੇ ਹੋ, ਤੁਸੀਂ ਇੱਥੇ ਵਧੀਆ ਰੈਸਟੋਰੈਂਟ ਸੱਦਦੇ ਹੋ, ਮੈਨੂੰ ਸੱਦਦੇ ਹੋ ਤੇ ਕਿਤੇ ਚਾਹ ਵਾਲੇ ਖੋਖੇ ਤੇ ਸੱਦਦੇ ਹੋ, ਹਿਸਾਬ ਜਿਹਾ ਦੇਖ ਕੇ। ਹਰ ਬੰਦਾ ਇੱਕ ਥਾਂ, ਮੇਰੀ ਗੱਲ ਸੁਣੋ, ਮੈਂ ਕਿਸੇ ਨੂੰ ਸਾਦਾ, ਮੈਂ ਉਹਨੂੰ ਕਹਿੰਦਾ ਬੱਸ ਅੱਡੇ ਤੇ ਨਾ ਉਹ ਜਿੱਥੇ ਕਿਤਾਬਾਂ ਵਾਲਾ ਸਟਾਲ ਲੱਗਾ ਹੁੰਦਾ ਉਹਦੇ ਨੇੜੇ ਬੈਂਚ ਦੇ ਉੱਤੇ ਬਹਿ ਜੀ, ਮੈਂ ਤੈਨੂੰ ਉੱਥੇ ਮਿਲੂੰ। ਯਾਨੀ ਇੱਕ ਥਾਂ ਨਿਰਧਾਰਤ ਹੁੰਦੀ। ਕੈਪਟਨ ਸਾਹਿਬ ਨੂੰ ਸੱਦਿਆ ਕਿੱਥੇ? ਅੰਮ੍ਰਿਤਸਰ ਕਿੱਥੇ ਲੱਭਦੇ ਫਿਰਨਗੇ? ਦੇਖੋ ਕਾਰਨ ਪਤਾ ਕੀ ਹੈ ਇਹਦਾ ਕਾਰਨ ਇਹ ਵੀ ਹੈ, ਖੈਰ ਜੀ ਮੈਂ ਮੋਟਾ ਜ਼ਿਕਰ ਕਰਾਂ ਤੇ ਆਸ ਤੋਂ ਇਹੀ ਕਰਦੀ ਵੀ ਅਕਾਲ ਤਖਤ ਸਾਹਿਬ ਆਉਣਾ। ਅੱਛਾ। ਪਰ ਹੁਣ ਸਵਾਲ ਇਹ ਹੈ ਵੀ ਜੇ ਪਹਿਲੇ ਨਹੀਂ ਸੀ ਆਏ, ਪਹਿਲੀ ਚਿੱਠੀ ਦੇ ਵਿੱਚ ਇਹ ਤੇ ਹੈ ਐਮਐਲਏ ਸੀਗੇ, ਤੇ ਸੀਐਮ ਸਾਹਿਬ ਏਡੀ ਛੇਤੀ ਆ ਜਾਣਗੇ? ਕਿਉਂਕਿ ਮਸਲਾ ਇਹੀ, ਉਹਨਾਂ ਗੱਲ ਇਹੀ ਕੀਤੀ, ਉਹ ਕਹਿੰਦੇ ਦੇਖੋ ਜੀ ਜਿਹੜੇ ਬੰਦੇ ਆਏ ਸੀ ਉਹ ਆਪਣੀ ਚਿੱਠੀ ਦੇ ਵਿੱਚ ਬਕਾਇਦਾ ਸਪਸ਼ਟੀਕਰਨ ਦੇ ਕੇ ਗਏ ਆ ਵੀ ਅਸੀਂ ਤਾਂ ਸਿਰਫ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਆਏ ਸੀ ਜਥੇਦਾਰ ਸਾਹਿਬ, ਸੋ ਸਾਰਾ ਕੰਮ ਧੰਦਾ ਤੇ ਉਹਨਾਂ ਦੇਖਣਾ, ਉਹਨਾਂ ਜਿਵੇਂ ਕਿਹਾ ਅਸੀਂ ਤੁਹਾਨੂੰ ਕਹਿਤਾ ਆ ਕੇ, ਉਦੋਂ ਬਾਅਦ ਤੁਸੀਂ ਉਹਨਾਂ ਦੀ ਮੰਨ ਲਈ ਹੈ। ਜੇ ਤੁਹਾਡਾ ਕੰਮ ਨਹੀਂ ਹੋਇਆ, ਉਹ ਮਸਲਾ ਹੱਲ ਨਹੀਂ ਹੋਇਆ, ਤੇ ਇਹਦੇ ਲਈ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ। ਤੁਸੀਂ ਐਂ ਕਰੋ, ਮੁੱਖ ਮੰਤਰੀ ਸਾਹਿਬ ਨੂੰ ਸੱਦੋ। ਉਹ ਹੁਣ ਮੁੱਖ ਮੰਤਰੀ ਸਾਹਿਬ ਨੂੰ ਲਿਆ ਸੱਦ। ਇਹ ਹੁਣ ਟਾਈਮ ਦੱਸੋ ਵੀ 20 ਸਤੰਬਰ ਨੂੰ ਕੀ ਹੁੰਦਾ। ਦੇਖੋ ਬਰਗਾੜੀ ਵਾਲਾ ਮੋਰਚਾ ਜਦੋਂ ਚੁੱਕਿਆ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਸਰਕਾਰ ਨੇ ਭਰੋਸਾ ਦਿੱਤਾ ਇਨਸਾਫ ਦੇਾਂਗੇ, ਮਿਲਿਆ ਨਹੀਂ। ਵੈਸੇ ਤਾਂ ਮੋਰਚੇ ਵਾਲੇ ਵੀ ਲੇਟ ਹੋ ਗਿਆ। ਸਾਬਕਾ ਉਹਨਾਂ ਨੇ ਪ੍ਰਬੰਧਕ ਦੱਸਿਆ, ਸਾਬਕਾ ਇੰਚਾਰਜ ਬਰਗਾੜੀ ਮੋਰਚਾ, ਜਿਹੜੇ 5 ਬੰਦੇ ਨੇ ਚਿੱਠੀ ਵੀ ਲਿਖੀ ਹੈ। ਇਹਦੇ ਵਿੱਚੋਂ 3 ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਦੇਖਣ ਵਾਲੀਆਂ। ਪਹਿਲੀ ਗੱਲ ਕਿ ਉਹ ਜਿਹੜੇ 5 ਦੇ 5 ਬੰਦੇ ਆ, ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਏਲਚੀ ਸੀ, ਅਸੀਂ ਤਾਂ ਡਾਕੀਏ ਸੀ, ਤੁਹਾਡੀ ਗੱਲ ਉਹਨਾਂ ਦੇ ਨਾਲ ਚੱਲਦੀ ਸੀ, ਅਸੀਂ ਸੁਨੇਹਾ ਲੈ ਕੇ ਆ ਗਏ, ਫੈਸਲਾ ਉਹਨਾਂ ਕਰਨਾ ਸੀ ਜਾਂ ਤੁਸੀਂ ਕਰਨਾ ਸੀ। ਉਹ ਚਿੱਠੀ ਭਾਈ ਧਿਆਨ ਸਿੰਘ ਮਾਂਡੂਰਾ ਨੇ ਪੱਤਰਕਾਰਾਂ ਨੂੰ ਦਿਖਾਤੀ ਕਿ ਭਾਈ ਆਹ ਚਿੱਠੀ ਹੈ। ਹੁਣ ਇਹਦਾ ਮਤਲਬ ਉਹ 5 ਬੰਦੇ ਪਰੇ ਨੇ, ਕੈਪਟਨ ਸਾਹਿਬ ਦੇ ਨਾਲ ਸਿੱਧੀ ਵਾਰਤਾਲਾਪ ਹੋਊਗੀ। ਪਹਿਲੀ ਵਾਰੀ ਜੇ ਕੈਪਟਨ ਸਾਹਿਬ ਉਮੀਦ ਹੈ ਨਹੀਂ ਜਾਣਗੇ, ਉਹਨਾਂ ਨੂੰ ਦੂਜੀ ਵਾਰੀ ਸਮਾਂ ਦਿੱਤਾ ਜਾਊਗਾ, ਇਹਨਾਂ ਨੂੰ ਵੀ ਦਿੱਤਾ ਸੀ। ਹੁਣ ਇੱਥੇ ਸਵਾਲ ਕੀ ਹੈ? ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਕੁਲਬੀਰ ਸਿੰਘ ਜ਼ੀਰਾ ਤੇ ਕਿੱਕੀ ਢਿੱਲੋਂ ਸਾਹਿਬ, ਕੁਸ਼ਲਦੀਪ ਸਿੰਘ ਹੋਰੀ, ਇਹ 4 ਬੰਦੇ ਗਿੱਲ ਸਾਹਿਬ ਮੈਂ ਦੱਸਣ ਲੱਗਿਆ ਨਾ। ਇਹ 4 ਬੰਦੇ ਤਾਂ ਤਕਰੀਬਨ ਉਸ ਧੜੇ ਦੇ ਵਿੱਚ ਆਉਂਦੇ ਆ ਜਿਹੜਾ ਧੜਾ ਕੈਪਟਨ ਸਾਹਿਬ ਤੋਂ ਥੋੜਾ ਜਿਹਾ ਇੱਧਰ ਚੱਲਦਾ ਹੈ। 5ਵੇਂ ਬੰਦੇ ਜਿਹੜੇ ਹਰਮਿੰਦਰ ਸਿੰਘ ਗਿੱਲ ਸਾਹਿਬ ਨੇ, ਉਹ ਪੱਕੇ ਬੰਦੇ ਕੈਪਟਨ ਸਾਹਿਬ ਦੇ, ਕਿ ਉਹਨਾਂ ਦੀ ਇਬਾਰਤ ਵੀ ਇਹੀ ਹੈ, ਉਹ ਵੀ ਮੰਨਦੇ ਕਿ ਭਾਈ ਉਸ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਗੱਲ ਹੈ। ਬਾਕੀ ਬੰਦੇ ਤਾਂ ਕਹਿੰਦੇ ਹੋਣਗੇ ਕਿ ਭਾਈ ਕੋਈ ਗੱਲ ਨਹੀਂ, ਕੈਪਟਨ ਸਾਹਿਬ ਮਾੜਾ ਜਿਹਾ ਉੱਧਰ ਚੱਲ ਕੇ ਚੱਲੋ। ਗਿੱਲ ਸਾਹਿਬ ਦੀ ਚਿੱਠੀ ਦੇ ਨਾਲ ਹੀ ਗਈ ਹੈ, ਫਿਰ ਉੱਥੇ ਹੋ ਸਕਦਾ ਕਿ ਆਹੋ ਭਾਈ ਨਹੀਂ ਆਹੋ ਕੋਈ ਨਹੀਂ ਹੁੰਦਾ ਮੌਕੇ ਤੇ। ਹੁਣ ਤੈਨੂੰ ਗਿੱਲ ਦਾ ਵੀ ਗਿੱਲ ਸਾਹਿਬ ਕਹਿਣਗੇ ਵੀ ਮੈਂ ਕੈਪਟਨ ਸਾਹਿਬ ਦੇ ਨਾਲ 20 ਨੂੰ ਜ਼ਰੂਰ ਜਾਣਾ। ਨਹੀਂ ਮੈਂ ਨਹੀਂ ਕਹਿੰਦਾ, ਉਹੀ ਨਾ, ਉਹ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਯਾਰ, ਇੱਧਰ ਹੁਣ ਜਿੱਧਰ ਤੇ ਵੇਖੋ ਲੋਕਤੰਤਰ ਚੱਲਦਾ ਬਹੁਮਤ ਦੇ ਹਿਸਾਬ ਨਾਲ, ਇੱਧਰ ਮੈਂ ਇੱਧਰ ਨਾਲ ਆ ਤੇ ਉੱਧਰ ਮੈਂ ਉੱਧਰ ਨਾਲ ਆ। ਉਹੀ ਨਾ, 5 ਚੋਂ 4 ਬੰਦੇ ਜਿੱਧਰ ਹੈ ਬਈ ਉਹਨਾਂ ਦੀ ਮੰਨਣੀ ਪੈਣੀ ਹੈ ਨਾ। ਇਸ ਕਰਕੇ ਉਹ ਕਹਿੰਦੇ ਵੀ ਦੇਖੋ ਜੀ ਉਹ ਤਾਂ ਫਿਰ ਲਿਖ ਆਏ, ਫਿਰ ਉਹਨਾਂ ਦੇ ਜਿਸ ਹਿਸਾਬ ਨਾਲ ਕਿਹਾ ਕੋਈ ਗੱਲ ਨਹੀਂ ਸੀਐਮ ਸਾਹਿਬ ਜੇ ਤੁਸੀਂ ਆਉਣਾ ਤੇ ਮੈਂ ਵੀ ਆ ਜਾਊਂਗਾ ਜੀ, ਇਹਦੀ ਕਿਹੜੀ ਗੱਲ। ਪਰ ਇੱਕ ਚੀਜ਼ ਤਾਂ ਹੈਗੀ ਆ ਵੀ ਇਹ ਜਿੱਧਰ ਨੂੰ ਕੰਮ ਹੁਣ ਦੁਬਾਰਾ ਤੁਰ ਪਿਆ, ਕਰਨਾ ਕਰਕੇ ਥੋੜੀ ਜਿਹੀ ਧਾਰਮਿਕ ਰੰਗਤ ਵੀ ਆਉਣ ਲੱਗ ਪਈ। ਇਹਦੇ 'ਚ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਪਹਿਲਾਂ ਕੋਈ ਬਿਆਨ ਨਹੀਂ ਸੀ ਆਇਆ, ਤੇ ਜਥੇਦਾਰ ਸਾਹਿਬ ਯਾਨੀ ਹਰਪ੍ਰੀਤ ਸਿੰਘ ਉਹ ਵੀ ਪਹਿਲਾਂ ਨਹੀਂ ਸੀ ਬੋਲੇ ਜਿੰਨਾ ਚਿਰ ਉਹ ਚਿੱਠੀ ਵਾਲਾ ਮਸਲਾ ਉੱਧਰੋਂ ਨਹੀਂ ਸੀ ਆਇਆ। ਜਦੋਂ ਚਿੱਠੀ ਆਈ ਸੀ ਉਦੋਂ ਬਾਅਦ ਉਹ ਕਹਿੰਦੇ ਸੀ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ, ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਇਹ ਨਾ ਹੋਵੇ ਹੁਣ ਜਦੋਂ 20 ਨੂੰ ਸੀਐਮ ਸਾਹਿਬ ਦੀ ਕੋਈ ਚਿੱਠੀ ਆ ਜਾਵੇ, ਸਮੇਂ ਦੇ ਲਈ ਆ ਜਾਵੇ,
ਉਦੋਂ ਬਾਅਦ ਫਿਰ ਉਹਨਾਂ ਦਾ ਬਿਆਨ ਆ ਵੀ ਇਦਾਂ ਕਿੱਦਾਂ ਮਹਾਰਾਜ। ਨਾ ਨਹੀਂ ਪੰਗਾ ਹੀ ਕਈ ਪਾਸੇ ਪੈ ਸਕਦਾ, ਚੁਣੌਤੀ ਆ। ਚੁਣੌਤੀ ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਦੇਖੋ ਜਿਵੇਂ ਜਿਵੇਂ ਹੁਣ ਇਲੈਕਸ਼ਨਾਂ ਨੇੜੇ ਆਉਣੀਆਂ ਨੇ, ਆਹ ਸਾਰਾ ਕੁਝ ਦੇਖਣਾ ਤੇ ਤੁਸੀਂ ਕਹਿੰਦੇ 30 ਦਿਨ ਉਹਦੇ ਵਿਧਾਨ ਸਭਾ 'ਚ ਬੈਠੇ ਰਹੋ। ਯਾਰ ਹੁਣ ਦੇਖਿਆ, ਹੁਣ ਸਮਝ ਆ ਗਈ ਤੁਹਾਨੂੰ ਕਿਉਂ ਨਹੀਂ ਬਹਿ ਸਕਦੇ ਉੱਥੇ। ਨਹੀਂ ਗੱਲ ਠੀਕ ਹੈ, ਨਾ ਬੈਠਣ ਉੱਥੇ। ਮੈਂ ਇੱਕ ਤਰੀਕਾ ਦੱਸ ਦੇਣਾ ਹੋਣਾ ਕੀ ਯਾਰ ਫੇਰ ਨਹੀਂ ਬੰਦਾ ਟਲਦਾ ਨਾ। ਪੰਜਾਬ ਦੇ ਵਿੱਚ ਨਹੀਂ, ਭਾਰਤ 'ਚ ਇੱਕ ਬਹੁਤ ਵੱਡੀ ਚੇਨ ਹੈ ਬੈਸਟ ਪ੍ਰਾਈਸ ਵਾਲਿਆਂ ਦੀ, ਸਾਰਿਆਂ ਨੂੰ ਪਤਾ ਹੋਣਾ। ਉੱਥੋਂ ਦੇ ਕੁਝ ਇੱਕ ਕਾਮੇ ਉਹਨਾਂ ਨੂੰ ਮੇਰੇ ਖਿਆਲ ਉਹਨਾਂ ਨੇ ਕਹਿਤਾ ਕਿ ਭਾਈ ਤੁਸੀਂ ਜਾਂ ਤਾਂ ਬਦਲੀ ਤੁਹਾਡੀ ਕਰਾ ਕੇ ਪਰਲੇ ਪਾਸੇ ਕਰ ਦੇਣੀ, ਫਲਾਣੇ ਸੂਬੇ ਚਲੇ ਜਾਓ। ਉਹ ਮੁਲਾਜ਼ਮਾਂ ਨੇ ਕਿਹਾ, ਨਹੀਂ ਤਾਂ ਕਹਿੰਦੇ ਸਾਨੂੰ ਹੁਣ ਘਰੋਂ ਘਰੀ ਭੇਜ ਦੇਣ ਲੱਗੇ ਆ। ਜਦੋਂ ਕਿਸੇ ਨੂੰ ਲੱਗੇ ਕਿ ਭਾਈ ਸਾਡਾ ਹੁਣ ਅਸੀਂ ਕਰਾਂਗੇ ਕੀ, ਉਹ ਸਿਆਸੀ ਪਾਰਟੀਆਂ ਕੋਲ ਜਾਂਦੇ ਸੀ ਤੁਹਾਡੇ ਕੋਲ, ਜਿਹੜੇ ਤੁਸੀਂ ਕਹਿੰਦੇ ਨਾ ਕਿ ਅਸੀਂ ਇੱਕ ਦਿਨ ਹੀ ਬਹਿਣਾ, ਮਹੀਨਾ ਨਹੀਂ ਬਹਿਣਾ। ਇਹ ਸਿਆਸੀ ਪਾਰਟੀਆਂ ਚੰਗੇ ਤਰੀਕੇ ਸਮਝਣ। ਉਹ ਬੈਸਟ ਪ੍ਰਾਈਸ ਚੇਨ ਦੇ ਜਿਹੜੇ ਕਰਮਚਾਰੀ ਸੀਗੇ, ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ, ਉਹਨਾਂ ਦੇ ਦਾਅਵੇ ਮੁਤਾਬਕ ਉਹ ਪਤਾ ਕਿੱਥੇ ਗਏ ਆ? ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕੋ ਤਾਂ ਬੇਨਤੀ ਪਤਾ ਕੀਤੀ, ਉਹ ਜੀ ਦੇਖੋ ਸਾਨੂੰ ਇਕੱਲੇ ਨੂੰ ਸੱਦ ਲਿਆ, ਸਾਡੇ ਤੋਂ ਕੰਪਨੀ ਦਾ ਉਹ ਸਾਰਾ ਕੁਝ ਲੈ ਲਿਆ, ਸਾਨੂੰ ਕਹਿੰਦੇ ਆ 10-15 ਹਜ਼ਾਰ ਤਨਖਾਹ ਆ, ਜਾਂ ਤਾਂ ਫਲਾਣੇ ਸੂਬੇ 'ਚ ਜਾ ਕੇ ਕੰਮ ਕਰੋ, ਜੇ ਇੱਥੇ ਹੁਣ ਤੁਸੀਂ ਰਹਿ ਨਹੀਂ ਸਕਦੇ, ਜਾਂ ਫਿਰ ਤੁਹਾਡੀ ਛੁੱਟੀ ਆ, 10-10 ਸਾਲ ਕੰਮ ਕਰਦੇ ਨੂੰ ਹੋ ਗਏ, ਹੋਰ ਸਾਡੀ ਕਿਸੇ ਬਾਂਹ ਨਹੀਂ ਫੜਨੀ, ਤੁਸੀਂ ਬਚਾਓ ਸਾਨੂੰ, ਅਸੀਂ ਰੋਟੀ ਕਿੱਥੋਂ ਖਾਵਾਂਗੇ, ਅਸੀਂ ਤਾਂ ਹੁਣ ਹੋਰ ਕੁਝ ਕਰਨ ਜੋਗੇ ਵੀ ਨਹੀਂ। ਸਵਾਲ ਇਹ ਪੈਦਾ ਹੁੰਦਾ, ਠੀਕ ਹੈ ਕੰਪਨੀ ਦੇ ਆਪਣੇ ਟਰਮਸ ਐਂਡ ਕੰਡੀਸ਼ਨਸ ਹੋਣਗੇ, ਜੇ ਪੰਜਾਬ ਸੂਬੇ ਦੇ ਇੱਕ ਪ੍ਰਾਈਵੇਟ ਫਰਮ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਇਹ ਲੱਗਣ ਲੱਗ ਪਿਆ ਕਿ ਭਾਈ ਸਾਡੀ ਕਿਸੇ ਪੋਲੀਟੀਕਲ ਬੰਦੇ ਨੇ ਬਾਂਹ ਬੂ ਨਹੀਂ ਫੜਨੀ, ਜਿਨ੍ਹਾਂ ਨੇ ਬਾਂਹ ਫੜਨੀ ਵੇ ਤਾਂ ਵੋਟਾਂ ਲੈਣ ਨੂੰ ਫੜਨੀ ਹੈ। ਆਪਾਂ ਕਿਸਾਨ ਜਥੇਬੰਦੀਆਂ ਦੇ ਆਲਿਆਂ ਕੋਲ ਜਾਵਾਂਗੇ, ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਾਂ ਦੇ ਕੋਲ ਵੀ ਚਲੇ ਜਾਂਦੇ ਆ, ਉਹ ਮਜ਼ਦੂਰਾਂ ਦੇ ਨਾਲ ਵੀ ਚਲੇ ਜਾਂਦੇ ਆ, ਉਹ ਖੇਤਾਂ ਵਾਲਿਆਂ ਦੀ ਵੀ ਗੱਲ ਕਰਦੇ, ਉਹ ਕਾਰਖਾਨਿਆਂ ਦੀ ਵੀ ਗੱਲ ਕਰਦੇ ਆ, ਸ਼ਾਇਦ ਸਾਡੀ ਬਾਂਹ ਫੜ ਲੈਣ। ਇਹ ਸਿਆਸੀ ਪਾਰਟੀਆਂ ਦੇ ਲਈ ਇੱਕ ਸੋਚਣ ਵਿਚਾਰਨ ਵਾਲੀ ਘੜੀ ਆ। ਮੈਂ ਕਹਿੰਦਾ ਕਿ ਇੱਕ ਦਿਨ ਵੀ ਕਿਹੜਾ ਇੱਥੇ ਪੀਪਲ ਵਿਪ ਜਾਰੀ ਹੋਇਆ, ਉੱਥੇ ਵੀ ਨਾ ਜਾਓ, ਉੱਥੇ ਜਾ ਕੇ ਰੋਟੀਆਂ ਖਾ ਕੇ ਹੀ ਮੁੜਨਾ ਹੈ, ਉੱਥੇ ਜਾ ਕੇ ਚਾਹ ਪੀ ਕੇ ਮੁੜਨਾ ਹੈ, ਉੱਥੇ ਜਾ ਕੇ ਬਾਈਕਾਟ ਕਰਕੇ ਮੁੜਨਾ, ਨਾ ਜਾਓ ਇੱਕ ਦਿਨ ਵੀ। ਫਿਰ ਕਹਿੰਦੇ ਹੋ ਕਿ ਪਿੰਡਾਂ 'ਚ ਆਹੋ। ਨਹੀਂ ਜੋ ਮਰਜ਼ੀ ਤੁਸੀਂ ਆਖੀਏ, ਦੇਖੋ ਕਾਰਨ ਪਤਾ ਕੀ ਹੈ, ਥੋੜਾ ਚਿਰ ਦੀ ਗੱਲਬਾਤ ਹੈ, ਉੱਤੋਂ ਹੁਣ ਕਾਨੂੰਨ ਆ ਗਿਆ। ਇਹ ਨਾ ਦੇਖੋ ਰੌਲਾ ਤਾਂ ਤੁਹਾਨੂੰ ਇਸ ਚੀਜ਼ ਦਾ ਨਾ ਵੀ ਆਹ ਚੀਜ਼ ਰਾਜ ਪ੍ਰਬੰਧ ਦੇ ਅੰਡਰ ਆਉਂਦੀ ਹੈ, ਰਾਜ ਇਹਦੇ ਲਈ ਜ਼ਿੰਮੇਵਾਰ ਹੈ ਤੇ ਉਹ ਰਾਜ ਧਿਆਨ ਦੇਵੇ ਜੀ। ਤੇ ਰਾਜ ਨੇ ਹੁਣ ਹੌਲੀ ਹੌਲੀ ਆਪਣੀਆਂ ਭਾਈ ਸਾਹਿਬ ਪਿਛਾਂਹ ਹੱਥ ਖਿੱਚਣੇ ਸ਼ੁਰੂ ਕਰਤੇ। ਹੁਣ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦਾ ਬਿਆਨ ਤੁਸੀਂ ਸੁਣ ਹੀ ਲਿਆ ਹੋਣਾ, ਕਹਿੰਦੇ 53 ਦੇ ਕਰੀਬ ਸਰਕਾਰੀ ਰੈਸਟ ਹਾਊਸ ਆ, ਉਹਨਾਂ ਦੀ ਸ਼ਨਾਖਤ ਹੋ ਗਈ ਹੈ, 10 ਸੜਕਾਂ ਦੀ ਸ਼ਨਾਖਤ ਹੋ ਗਈ ਹੈ, ਉਹ ਪ੍ਰਾਈਵੇਟ ਹੱਥਾਂ 'ਚ ਦੇ ਦੇਣੀ ਆ ਪੰਜਾਬ ਵਾਲਿਆਂ ਨੇ। ਸਕੀਮ ਕੇਂਦਰ ਦੀ ਹੈ। ਹਾਂ ਮਤਲਬ ਉਹ ਪਿਛਲੇ ਦਿਨ ਆਪਾਂ ਜ਼ਿਕਰ ਕੀਤਾ ਸੀ ਵੀ ਹੁਣ ਦੇਖੋ ਸਰਕਾਰ ਨੇ ਜਦੋਂ ਮਨ ਹੀ ਬਣਾ ਲਿਆ ਵੀ ਵੀਰ ਜੀ, ਉਹ ਕਹਿੰਦੇ ਵੀ ਗਾਹਕ ਬੜੇ ਨੇ ਤੇ ਚੀਜ਼ਾਂ ਸਾਡੇ ਕੋਲੇ ਸਰਕਾਰੀ ਨੇ, ਉਹ ਕਹਿੰਦੇ ਆ ਜਾਓ ਲਾਈਨ ਸਿਰ ਆਪਾਂ ਦੇਈ ਜਾਵਾਂਗੇ। ਇਹਦਾ ਮਤਲਬ ਪਤਾ ਕੀ ਆ, ਅੱਗੇ ਤਾਂ ਹੁੰਦਾ ਸੀ ਕਿ ਸੜਕਾਂ ਆ ਸਰਕਾਰ ਦੇ ਉੱਤੇ ਹੁੰਦਾ ਸੀ, ਹੁਣ ਇਹਦਾ ਮਤਲਬ ਹੈ ਕਿ ਸੜਕਾਂ ਜੇ ਪ੍ਰਾਈਵੇਟ ਹੋ ਗਈਆਂ, ਚਾਹੇ 10 ਹੀ, ਉੱਥੇ ਪੈਚ ਵਰਕ ਵਾਲਾ ਕੰਮ ਵੀ ਪ੍ਰਾਈਵੇਟ ਕੰਪਨੀ ਕਰਿਆ ਕਰੂ, ਫਿਰ ਵਿਧਾਨ ਸਭਾ 'ਚ ਵੀ ਰੌਲਾ ਨਹੀਂ ਪਊਗਾ। ਉਹੀ ਤਾਂ ਕਹਿ ਰਿਹਾ ਤੈਨੂੰ, ਹੌਲੀ ਹੌਲੀ ਖਹਿੜਾ ਛੁੱਟਦਾ ਜਾਣਾ। ਦੇਖੋ ਹੁਣ ਰੈਸਟ ਹਾਊਸ ਹੈ, ਮੇਰਾ ਖਿਆਲ ਮੈਨੂੰ ਨਹੀਂ ਲੱਗਦਾ ਵੀ ਉਹ ਰੈਸਟ ਹਾਊਸ ਕੌਣ ਹੈ ਤੇ ਕੌਣ ਉਹਨਾਂ ਜਾ ਕੇ ਰੈਸਟ ਕਰਦਾ, ਪਰ ਜਦੋਂ ਉਹ ਪ੍ਰਾਈਵੇਟ ਹੱਥਾਂ 'ਚ ਚਲੇ ਜਾਣਗੇ ਫਿਰ ਉਹਨਾਂ ਨੂੰ ਜਿਵੇਂ ਇੱਕ ਹੋਟਲ ਇੰਡਸਟਰੀ ਦੇ ਹਿਸਾਬ ਨਾਲ ਵਰਤਿਆ ਜਾਊਗਾ, ਤੇ ਹੋ ਸਕਦਾ ਵੀ ਕੱਲ ਨੂੰ ਉਹਨਾਂ ਦੇ ਵੀ ਜੂਨ ਸੁਧਰ ਜੇ ਕਿਤੇ। ਨਹੀਂ ਹੋ ਸਕਦਾ ਇੱਦਾਂ ਨਾ ਲੋਕਾਂ ਦੇ ਸਾਹਮਣੇ ਇਸ ਚੀਜ਼ ਨੂੰ ਪ੍ਰੈਜ਼ੈਂਟ ਕਰਨਾ। ਦੇਖੋ ਜੀ ਇਹ ਘਾਟੇ 'ਚ ਜਾਂਦੇ ਸੀ, ਕੋਈ ਨਹੀਂ ਸੀ ਆਉਂਦਾ, ਪ੍ਰਾਈਵੇਟ ਹੱਥਾਂ 'ਚ ਦਿੱਤੇ ਆ, ਇਹ ਸਾਲ ਦਾ ਇੰਨੇ ਲੱਖ ਰੁਪਈਆ ਪੰਜਾਬ ਦੇ ਸਰਕਾਰ ਨੂੰ ਕਮਾ ਕੇ ਦੇਣ ਲੱਗ ਪਏ ਆ। ਇਹਦਾ ਮਤਲਬ ਲੋਕਾਂ ਨੂੰ ਇਹ ਕਹਿਣਾ ਕਮਾ ਕੇ ਦੇਣ ਲੱਗ ਪਏ, ਅਸਲ ਦੇ ਵਿੱਚ ਉਹਦੇ ਵਿੱਚੋਂ ਨਾ ਕਾਬਲੀਅਤ ਸਾਡੀ ਲੀਡਰਸ਼ਿਪ ਦੀ ਝਲਕਦੀ ਹੈ ਕਿ ਜੇ ਪ੍ਰਾਈਵੇਟ ਬੰਦੇ ਕਮਾ ਸਕਦੇ ਤਾਂ ਤੁਸੀਂ ਕਾਹਨੂੰ ਕਮਾ ਕੇ ਨਹੀਂ ਦਿੱਤੇ, ਘਾਟੇ 'ਚ ਕਿਉਂ ਗਏ? ਉਹ ਨਹੀਂ, ਕਾਬਲੀਅਤ ਇੱਦਾਂ ਥੋੜ੍ਹਾ ਹੁੰਦੀ WhatsApp, ਪਹਿਲਾਂ ਉਹ ਚੱਲਣਾ ਨਹੀਂ, ਸਸਤੇ ਭਾਅ ਲੈ ਲੈਣਾ, ਥੋੜ੍ਹਾ ਜਿਹਾ ਚਲਾ ਕੇ ਲੇਬਾ ਪੁੱਚੀ ਕਰਕੇ ਕਾਗਜ਼ਾਂ 'ਚ ਵਿਖਾ ਕੇ ਮੁਨਾਫਾ ਮੁੜ ਕੇ ਵੇਚ ਦੇਣਾ। ਬਹੁਤ ਸ਼ੁਕਰੀਆ, ਮਿਹਰਬਾਨੀ। ਹਾਂਜੀ ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।